ਹੁਣ ਲਾਈਵ ਜੀ ਪੰਜਾਬੀ ਦਾ ਅਕੈਡਮੀ ਤੇ ਰਾਮ ਸਰੂਪ ਅਨਖੀ ਸਾਹਿਤ ਸਭਾ ਵੱਲੋਂ ਸਭ ਦੋਸਤਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦਾ ਜਿਹੜਾ ਮੰਚ ਜਿਸ ਤੁਹਾਨੂੰ ਪਤਾ ਹੈ ਕਿ ਇਹ ਸ਼੍ਰੀ ਰਾਮ ਸਰੂਪ ਅਨਖੀ ਹੋਰਾਂ ਦੀ 99 80 ਤੋਂ 9 ਹੈ ਜੀ 99 ਸਾਲ ਜਨਮ 89 ਅਸੀਂ 99 ਕਹਿੰਦੇ 85 ਹੈ ਜੀ। ਇਹ ਸਾਲਗਿਰਾ ਅਸੀਂ ਮਨਾ ਰਹੇ ਹਾਂ, ਤਕਰੀਬਾਤ ਹੋ ਰਹੀਆਂ ਨੇ ਔਰ ਦੁਨੀਆ ਭਰ ਚੋਂ ਲੋਕ ਜਿਹੜੇ ਉਹਨਾਂ ਦੀ ਜਿਹੜੀ ਮਾਂ ਬੋਲੀ ਦੀ ਪੰਜਾਬੀ ਜ਼ੁਬਾਨ ਦੀ ਖਿਦਮਾਤ ਨੇ, ਸੇਵਾ ਉਹਨਾਂ ਕੀਤੀ, ਉਹਨੂੰ ਸਰਾਹੁੰਦੇ ਪਏ ਨੇ। ਅੱਜ ਦਾ ਜਿਹੜਾ ਅਸੀਂ ਇਹਨੂੰ ਗੈਰ ਰਸਮੀ ਰੱਖਿਆ ਜੀ, ਇੱਕ ਇਸ ਤਰ੍ਹਾਂ ਦਾ ਮੰਚ ਕਿ ਉਹਨਾਂ ਦੀ ਯਾਦਾਂ ਸਾਂਝੀਆਂ ਕਰੀਏ। ਤੇ ਵੈਸੇ ਤੇ ਕਹਿੰਦੇ ਨੇ ਕਿ ਜਿਹੜਾ ਦੀਵੇ ਤੋਂ ਦੀਵਾ ਬਾਲਦਾ ਹੈ, ਪਹਿਲੇ ਦੀਵੇ ਦਾ ਚਾਨਣ ਘੱਟ ਨਹੀਂ ਹੁੰਦਾ ਤੇ ਦੂਜੇ ਨੂੰ ਵੀ ਲੱਗ ਜਾਂਦਾ। ਲੇਕਿਨ ਮੇਰਾ ਇਹ ਮੰਨਣਾ ਹੈ ਕਿ ਕੋਈ ਵੀ ਲਿਖਾਰੀ ਜਿਹੜਾ ਹੈ ਉਹਦਾ ਚਾਨਣ ਸਾਰਿਆਂ ਨੂੰ ਇੱਕੋ ਜਿਹਾ ਹੁੰਦਾ, ਸਾਰੇ ਜੱਗ ਲਈ। ਲੇਕਿਨ ਜਿਸ ਦਿਸ਼ਾ 'ਚੋਂ ਕੋਈ ਸੂਰਜ ਚੜ੍ਹਦਾ ਹੈ ਉਹ ਦਿਸ਼ਾ ਬੜੀ ਅਹਿਮ ਹੁੰਦੀ। ਅੱਜ ਉਸ ਪਾਸੇ ਜਿਹੜਾ ਚਾਨਣ ਸਾਡੇ ਇਸ ਮੰਚ 'ਚ ਆਇਆ ਉਹ ਡਾਕਟਰ ਕ੍ਰਾਂਤੀ ਪਾਲ ਹੋਈ ਨੇ, ਜਿਹੜੇ ਉਹਨਾਂ ਦੇ ਘਰ ਦੇ ਜੀ ਨੇ, ਇਸ ਪੁੱਤਰ ਨੇ। ਤੇ ਅਸੀਂ ਉਹਨਾਂ ਨੂੰ ਜੀਆਂ ਨੂੰ ਆਖਦੇ ਹਾਂ, ਉਹਨਾਂ ਨਾਲ ਗੱਲ ਕਰਦੇ ਹਾਂ। ਬੜਾ ਮੈਂ ਮਾਣਯੋਗ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਕਿ ਲੱਗਦਾ ਹੈ ਕਿ ਜਿਵੇਂ ਰਾਮ ਸਰੂਪ ਅਨਖੀ ਸਾਡੇ 'ਚ ਮੌਜੂਦ ਨੇ ਜੀ, ਉਹਨਾਂ ਦਾ ਦਮਾ ਜਮਾ ਨੇ ਆਪਣੇ ਪੁੱਤਰ ਦੀ ਸ਼ਕਲ 'ਚ। ਤੇ ਅੱਜ ਦੇ ਇਸ ਜਿਹੜੀ ਮੰਚ ਇਹਦੇ ਪ੍ਰਧਾਨ ਨੇ ਅੱਜ ਸਾਡੇ ਕੋਲ ਨਾਮਵਰ ਕਹਾਣੀਕਾਰ ਅਲੀ ਅਹਿਮਦ, ਜਿਹੜੇ ਕਿ ਲਹਿੰਦੇ ਪੰਜਾਬ ਤੋਂ ਤਾਲੁਕ ਇਹਨਾਂ ਦਾ। 12 ਪਰਾਗੇ ਇਹਨਾਂ ਨੇ ਮਾਂ ਬੋਲੀ ਸਲੇਖ ਨੂੰ ਕਹਾਣੀਆਂ ਦਿੱਤੇ ਨੇ ਔਰ ਦਰਵੇਸ਼ ਬੰਦੇ ਨੇ, ਆਪਣੇ ਛੋਟੇ ਜਿਹੇ ਪਿੰਡ 'ਚ ਬੈਠੇ ਹਾਂ, ਦੁਨੀਆ ਭਰ 'ਚ ਇਹਨਾਂ ਨੇ ਉੱਚਾ ਕੀਤਾ। ਤੇ ਇਹਨਾਂ ਨੂੰ 10 ਅਵਾਰਡ ਵੀ ਮਿਲ ਚੁੱਕੇ ਹੈ, 10 ਇੰਟਰਨੈਸ਼ਨਲ ਅਵਾਰਡ, ਜਿਹੜਾ ਮੈਂ ਸਮਝਦਾ ਸਾਡੇ ਸਾਰੇ ਪੰਜਾਬੀਆਂ ਲਈ ਇੱਕ ਫਖਰ ਦੀ ਗੱਲ ਹੈ। ਔਰ ਪਾਕਿਸਤਾਨ ਤੋਂ ਜਿੰਨੇ ਵੀ ਵੱਡੇ ਅਵਾਰਡ ਨੇ, ਮਸੂਦ ਖੱਦਰ-ਪੋਸ਼, ਉਹ ਸਾਰੇ ਅਵਾਰਡ ਇਹਨਾਂ ਨੂੰ ਮਿਲ ਚੁੱਕੇ ਨੇ। ਤੇ ਉਹ ਕਹਿੰਦੇ ਇੱਕ ਵਕਤ ਆਉਂਦਾ ਹੈ ਕਿ ਇੱਕ ਭਲਵਾਨ ਕਹਿੰਦਾ ਕਿ ਮੈਂ ਉਹਨੂੰ ਘੋਲਣਾ ਨਹੀਂ, ਸਿਰਫ ਮੈਂ ਬਹਿ ਕੇ ਦੇਖਣਾ ਹੀ ਨਹੀਂ। ਤੇ ਜਿੰਨੇ ਅਵਾਰਡ ਹੁਣ ਮਿਲ ਗਏ ਨੇ, ਇਹ ਮਾਸ਼ਾਅੱਲਾ ਸਾਡੇ ਲਈ ਮਾਣ ਹੈ। ਅੱਜ ਦੀ ਇਹ ਪ੍ਰਧਾਨ ਨੇ ਸਾਡੀ ਇਸ ਮਹਿਫਲ ਦੇ। ਔਰ ਜਿਹੜੇ ਤੀਜੇ ਸਾਡੇ ਸਾਥੀ ਨੇ ਅੱਜ ਨਵੀਂ ਪੀੜ੍ਹੀ ਤੋਂ ਜਗਦੀਪ ਸਿੱਧੂ, ਬਹੁਤ ਸੋਹਣੇ ਸ਼ਾਇਰ, ਕਹਾਣੀਕਾਰ, ਲਿਖਾਰੀ ਔਰ ਸੋਜਵਾਨ। ਮੈਂ ਸਮਝਣਾ ਕਿ ਇਕਬਾਲ ਨੇ ਕਿਹਾ ਸੀ ਕਿ ਜਵਾਨों को पीरों का उस्ताद कर दे। ਤੇ ਅਲਾਮਾ ਇਕਬਾਲ ਦੀ ਗੱਲ ਅਸੀਂ ਲਿਖੀਏ ਕਿ ਨਵੀਂ ਪੀੜ੍ਹੀ ਸਾਡੇ ਤੋਂ ਬਹੁਤ ਅੱਗੇ ਜਾ ਰਹੀ ਹੈ। ਜਦੋਂ ਉਹਨਾਂ ਨਾਲ ਗੱਲ ਵੀ ਹੁੰਦੀ ਜਗਦੀਪ ਸਿੱਧੂ ਨਾਲ, ਤਾਂ ਬੜਾ ਇਸ ਗੱਲੋਂ ਠੱਡ ਪੈਂਦੀ ਹੈ ਕਿ ਸਾਡਾ ਜਿਹੜਾ ਪੰਜਾਬੀਆਂ ਆਉਣ ਵਾਲਾ ਵੇਲਾ ਜ਼ਿਆਦਾ ਰੋਸ਼ਨ ਹੈ, ਕਿਉਂਕਿ ਸਾਡੀ ਨਵੀਂ ਪੀੜ੍ਹੀ 'ਚ ਜ਼ਿਆਦਾ ਹਾਲਾਤ ਹੈ। ਤੇ ਮੈਂ ਸਭ ਦੋਸਤਾਂ ਨੂੰ ਜੀ ਆਇਆਂ ਨੂੰ ਆਖਣਾ ਜੀ। ਔਰ ਅੱਜ ਦੀ ਜਿਹੜੀ ਗੱਲਬਾਤ ਉਹ ਅਸੀਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅੱਜ ਰਵਾਇਤ ਤੋੜਦੇ ਹੋਇਆ ਕਿ ਪ੍ਰਧਾਨ ਆਖਰ 'ਚ ਗੱਲ ਕਰਦਾ ਹੈ ਤੇ ਪ੍ਰਧਾਨ ਆਖਰ 'ਚ ਵੀ ਗੱਲ ਕਰੇਗਾ, ਆਪਣਾ ਪ੍ਰਧਾਨਗੀ ਜਿਹੜਾ ਖਿਤਾਬ ਹੋਏਗਾ। ਲੇਕਿਨ ਮੇਰੀ ਇਹ ਚਾਹ ਹੈ ਕਿ ਇੱਕ ਕਹਾਣੀ ਵੀ ਇਹ ਭੇਟ ਕਰਨਾ ਚਾਹੁੰਦੇ ਨੇ ਰਾਮ ਸਰੂਪ ਅਨਖੀ ਹੋਰਾਂ, ਜਿਨ੍ਹਾਂ ਪੂਰੀ ਜ਼ਿੰਦਗੀ ਆਪਣੀ ਕਹਾਣੀ ਨੂੰ ਦੇ ਛੱਡੀ ਔਰ ਕਹਾਣੀ ਪੰਜਾਬ ਦੇ ਅੱਜ ਵੀ ਉਹ ਪਰਾਗਾ ਜਿਹੜਾ ਹੈ ਉਹ ਪਰਚਾ ਚੱਲ ਰਿਹਾ ਹੈ। ਉਹਦੇ ਐਡੀਟਰ ਡਾਕਟਰ ਕ੍ਰਾਂਤੀ ਪਾਲ ਨੇ ਅੱਜ ਕੱਲ੍ਹ ਔਰ 16ਵਾਂ ਇਸ਼ੂ ਆਇਆ ਹੈ, ਜਿਨ੍ਹਾਂ ਨੇ ਜਿੰਨਾ ਰੱਖਿਆ ਹੈ। ਅਲੀ ਅਨਵਰ ਸਾਹਿਬ ਕਹਿੰਦੇ ਸੀ ਮੈਂ ਉਹਨਾਂ ਦੀ ਭੇਟ ਦੀ ਕਹਾਣੀ ਕਰਨੀ ਹੈ, ਤੇ ਮੈਂ ਕਿਹਾ ਜ਼ਰੂਰ ਕਰੋ। ਸਾਡੇ ਅੱਜ ਦੇ ਪ੍ਰੋਗਰਾਮ ਦੀ ਬੜੀ ਅਹਿਮ ਗੱਲ ਹੋਏਗੀ ਕਿ ਤੁਸੀਂ ਆਪਣੀ ਕਹਾਣੀ ਸਾਂਝੀ ਕਰੋ, ਫਿਰ ਅਸੀਂ ਗੱਲਬਾਤ ਲੈ ਕੇ ਅੱਗੇ ਤੁਰ ਰਹੇ ਜੀ। ਅਲੀ ਅਨਵਰ ਸਾਹਿਬ ਜੀ, अस्सलाम वालेकुम सारिਆਂ ਨੂੰ ਜੀ। वालेकुम सलाम। ਇਹ ਜਨਾਬ जी मेरे वास्ते बड़ी फखर ਦੀ ਗੱਲ ਹੈ, बड़ी ਮਾਣਯੋਗ ਗੱਲ ਹੈ ਕਿ ਰਾਮ ਸਰੂਪ ਅਨਖੀ ਸਾਹਿਬ ਜਿਹੜੇ ਨੇ ਉਹਨਾਂ ਦੀ ਜਿਹੜੀ ਸਾਲ ਸਭਾ ਹੈ, ਉਹਨਾਂ ਦੀ ਯਾਦ ਵਿੱਚ ਜਿਹੜਾ ਇਹ ਪ੍ਰੋਗਰਾਮ ਹੋ ਰਿਹਾ ਹੈ, ਉਹਦੇ 'ਚ ਮੈਨੂੰ ਸ਼ਿਰਕਤ ਕਰਨ ਦਾ ਮੌਕਾ ਤੁਸੀਂ ਦਿੱਤਾ ਹੈ ਔਰ ਕਹਾਣੀ ਪੇਸ਼ ਕਰਨ ਵਾਸਤੇ ਵੀ ਕਿਹਾ ਹੈ। ਮੇਰੇ ਵਾਸਤੇ ਬਹੁਤ ਜ਼ਿਆਦਾ ਮਾਣਯੋਗ ਗੱਲ ਹੈ। 250 ਕਹਾਣੀਆਂ ਮੈਂ ਪਤਾ ਲੱਗਾ ਹੈ ਕਿ ਰਾਮ ਸਰੂਪ ਅਨਖੀ ਸਾਹਿਬ ਨੇ ਲਿਖੀਆਂ ਨੇ ਔਰ ਇਹਦੇ ਨਾਲ ਉਹ ਇੱਕ ਪੰਜਾਬੀ ਕਹਾਣੀ ਨਾਂ ਦਾ ਪਰਚਾ ਵੀ ਛਾਪਿਆ, ਜਿੰਦਾ 100ਵਾਂ ਨੰਬਰ ਵੀ ਆ ਚੁੱਕਿਆ ਤੇ ਬੜਾ ਵੱਡਾ ਨਾਂ, ਬੜੇ ਵੱਡੇ ਕਹਾਣੀਕਾਰ। ਤੇ ਉਹਨਾਂ ਕਹਾਣੀ ਪੇਸ਼ ਕਰਨ ਤੋਂ ਪਹਿਲੇ ਮੇਰੇ ਕੋਲ ਨਾ ਇੱਕ ਕਿਤਾਬ ਸੀ ਤੇ ਉਹਦੇ ਵਿੱਚ ਨਾ ਰਾਮ ਸਰੂਪ ਅਨਖੀ ਸਾਹਿਬ ਦੀ 7-8 ਲੈਣਾ ਨੇ। ਕੁਛ ਜ਼ਾਹਿਰ ਕਹਾਣੀਕਾਰ ਪਾਰਖ ਵੀ ਹੁੰਦਾ ਹੈ ਜੀ, ਤੇ ਜਿਹੜਾ ਫਿਰ ਐਡੀਟਰ ਵੀ ਹੋਵੇ, ਕੋਈ ਪਰਚਾ ਵੀ ਛਾਪਦਾ ਹੋਵੇ, ਉਹ ਫਿਰ ਬਹੁਤ ਵੱਡਾ ਪਾਰਖ ਹੋਵੇਗਾ ਤੇ ਤਾਂ ਹੀ ਜ਼ਾਹਿਰ ਹੈ ਕਿ ਪਰਚਾ ਛਾਪੇਗਾ। तो कुलवंत सिंह विरक दी किताब ते उन्होंने कोई 15-10-12 ਲੈਣਾ ਨੇ ਰਾਮ ਸਰੂਪ ਅਨਖੀ ਸਾਹਿਬ ਦੀਆਂ। ਤੇ ਪਹਿਲੇ ਇਜਾਜ਼ਤ ਹੋਵੇ ਤੇ ਮੈਂ ਉਹ ਪੜਾਂ, ਉਸ ਤੋਂ ਬਾਅਦ ਮੈਂ ਕਹਾਣੀ ਕਿਉਂ ਨਹੀਂ। ਇਹ ਤਾਂ ਸਹੀ ਗੱਲ ਹੈ ਜੀ, ਕਿਉਂ ਨਹੀਂ ਜੀ, ਕਿਉਂ ਨਹੀਂ।
ਜੀ ਰਾਮ ਸਰੂਪ ਅਨਖੀ ਸਾਹਿਬ ਜਿਹੜੇ ਨੇ ਕੁਲਵੰਤ ਸਿੰਘ ਵਿਰਕ ਬਾਰੇ ਲਿਖਦੇ ਨੇ ਕਿ ਕੁਲਵੰਤ ਸਿੰਘ ਵਿਰਕ ਫੋਕੇ ਅੰਡਬਰਾਂ ਵਿੱਚ ਨਹੀਂ ਪੈਂਦਾ ਸੀ, ਨਾ ਤਾਂ ਉਹਨੇ ਆਪਣੀ ਕਿਸੇ ਕਿਤਾਬ ਉੱਤੇ ਗੱਲਬਾਤ ਕਰਵਾਈ ਤੇ ਨਾ ਉਹਨੂੰ ਆਪਣੇ ਬਾਰੇ ਤਨਕੀਦੀ ਲੇਖ ਲਿਖਵਾਉਣ ਦੀ ਲਾਲਸਾ ਸੀ। ਉਹਨੂੰ ਆਪਣੇ ਆਪ ਵਿੱਚ ਵਿਸ਼ਵਾਸ ਸੀ, ਜੋ ਵੀ ਕਹਾਣੀ ਉਹ ਲਿਖਦਾ ਪੈਰ ਰੱਖ ਕੇ ਲਿਖਦਾ। ਉਹਨੂੰ ਕੋਈ ਤੌਖਲਾ ਨਹੀਂ ਸੀ ਕਿ ਉਹ ਕਿਸੇ ਸਿਆਸਤ ਮਗਰ ਨਹੀਂ ਲੱਗਦਾ। ਉਹਨੇ ਕਿਸੇ ਅਦਬੀ ਜਥੇਬੰਦੀ ਦੀ ਕਦੇ ਕੋਈ ਪਰਵਾਹ ਨਾ ਕੀਤੀ। ਬਰੀਕ ਛੋਹਾਂ ਤੇ ਤਿੱਖੇ ਅਹਿਸਾਸ ਛੱਡ ਜਾਣ ਵਾਲੀਆਂ ਕਹਾਣੀਆਂ ਦਾ ਲਿਖਿਆਰ ਸੀ ਉਹ ਸਾਡਾ ਵਿਰਕ। ਇਸੇ ਕਲਾ ਵਿੱਚ ਉਹਦੀ ਮਹਾਨਤਾ ਸੀ ਤੇ ਵਡਿਆਈ। ਉਹਦੇ ਜਿਹਾ ਅੰਦਾਜ਼ ਵਾਲਾ ਕਹਾਣੀਕਾਰ ਨਾ ਪਹਿਲਾਂ ਕਦੇ ਹੋਇਆ ਸੀ ਤੇ ਨਾ ਸ਼ਾਇਦ ਬਾਅਦ ਵਿੱਚ ਕਦੇ ਹੋ ਸਕੇਗਾ। ਵਿਰਕ ਸਿਰਫ ਵਿਰਕ ਸੀ। ਰਾਮ ਸਰੂਪ ਅਨਖੀ ਸਾਹਿਬ। ਤੇ ਹੁਣ ਸਰ ਤੁਹਾਡੇ ਸਾਰੇ ਦੋਸਤਾਂ ਦੀ ਇਜਾਜ਼ਤ ਨਾਲ ਜੀ ਜ਼ਰੂਰ ਜੀ ਹੁਣ ਮੈਂ ਕਹਾਣੀ ਪੇਸ਼ ਕਰਨਾ ਜੀ। ਜੀ ਕੀ ਕਹਿ ਰਹੇ ਹੋ ਸਰ? ਮੇਰੇ ਪਿੱਛੇ ਮੱਝ ਬੋਲ ਰਹੀ ਹੈ, ਇਹ ਵੀ ਅਨਖੀ ਸਾਹਿਬ ਦੇ ਨਾਵਲਾਂ ਦਾ ਕੋਈ ਕਿਰਦਾਰ ਲੱਗ ਰਹੀ ਹੈ। ਨੈਚੁਰਲ ਬਿਲਕੁਲ हाँ जी, ये गाँव ने इतने बजिया होइयां जा रहे, उन्होंने बोलना तो फिर है जी। बहुत सोहना लग रहा है कि ਤੁਸੀਂ कहानी है मेरी बुद्धि कर रहे हैं जी। जी पढ़ो जी कहानी। ये मेरी किताब सी छपी जी, कहानत कहानी मेरी एक किताब छपी सी 2017 च जी। अच्छा आवाज आ रही है जी? हाँ जी आ रही बिल्कुल आ रही। अच्छा, कहानी का नाम है जी वड्डे सरदार दियां नसीहतां। अच्छा वाह जी, ਵੱਡੇ ਸਰਦਾਰ ਦੀਆਂ ਨਸੀਹਤਾਂ। ਵੱਡਾ ਸਰਦਾਰ ਬਿਮਾਰ ਹੋ ਗਿਆ। ਉਹਦਾ ਇਲਾਜ ਕਰਵਾਉਣ ਲਈ ਉਹਨੂੰ ਵੱਡੇ ਸ਼ਹਿਰ ਦੇ ਵੱਡੇ ਤੇ ਮਹਿੰਗੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਪੈਸੇ ਧੇਲੇ ਦੀ ਕੋਈ ਕਮੀ ਨਹੀਂ ਸੀ। ਇੱਕ ਪੈਸਾ ਹੀ ਤਾਂ ਸੀ ਜਿਹੜਾ ਉਹਨਾਂ ਵਾਧੂ ਕਮਾਇਆ ਸੀ। ਉਹਨਾਂ ਦੇ ਇਲਾਜ ਲਈ ਪੈਸਾ ਪਾਣੀ ਵਾਂਗੂ ਰੋੜਿਆ ਗਿਆ। ਵਾਵਾ ਸਾਰਾ ਖਰਚਾ ਕਰਵਾਉਣ ਤੋਂ ਬਾਅਦ ਸਰਦਾਰ ਸਾਹਿਬ ਨੂੰ ਪਤਾ ਲੱਗਾ ਕਿ ਗੱਲ ਮੁੱਕ ਗਈ ਏ। ਚਰ ਲਿਆ ਜਿੰਨਾ ਚਰਨਾ ਸੀ, ਭੱਜ ਲਿਆ ਜਿੰਨਾ ਭੱਜਣਾ ਸੀ। ਹੁਣ ਸਾਈਆਂ ਭੱਜਣ ਕੋਈ ਨਹੀਂ ਦੇਣਾ। ਉਹਨੂੰ ਆਪਣੇ ਮਰੇ ਹੋਏ ਮਾਂ ਪਿਓ ਤੇ ਰਿਸ਼ਤਾਦਾਰ ਖਾਬਾਂ ਵਿੱਚ ਦਿਸਣ ਲੱਗ ਪਏ। ਉਹ ਸਾਰੇ ਉਹਨੂੰ ਆਪਣੇ ਨਾਲ ਲੈ ਜਾਵਣ ਦੇ ਇਸ਼ਾਰੇ ਕਰਦੇ। ਉਹ ਬਤੇਰਾ ਕੁਸਾਉਂਦਾ, ਅੱਖ ਚੁਰਾਉਂਦਾ, ਪਰ ਉਹ ਬਦੋ ਬਦੀ ਉਹਦੀਆਂ ਅੱਖਾਂ ਸਾਹਮਣੇ ਆ ਖਲੋਂਦੇ। ਮੂੰਹੋਂ ਚੁੱਪ ਰਹਿੰਦੇ। ਉਹਨਾਂ ਦੀਆਂ ਅੱਖਾਂ ਬੋਲਦੀਆਂ, ਇਸ਼ਾਰੇ ਕਰਦੇ, ਉਹਨਾਂ ਦੇ ਹੱਥ ਬੋਲਦੇ। ਸਰਦਾਰ ਸਾਹਿਬ ਨੂੰ ਯਕੀਨ ਹੋ ਗਿਆ ਕਿ ਚੰਮ ਦੀਆਂ ਚਲਾਵਣ ਦੇ ਦਿਨ ਮੁੱਕ ਗਏ। ਉਹਨਾਂ ਦੀ ਉਹ ਅੱਖ ਜਿਹਦੀ ਘੂਰੀ ਨਾਲ ਹਮਾਤੜਾਂ ਦਾ ਪਿਸ਼ਾਬ ਨਿਕਲ ਜਾਂਦਾ ਸੀ, ਹਮੇਸ਼ਾ ਲਈ ਬੰਦ ਹੋਣ ਵਾਲੀ ਏ। ਸਭ ਠਾਠ ਬਾਠ ਛੱਡ ਕੇ ਬੰਜਾਰੇ ਦੇ ਲੱਦ ਜਾਵਣ ਦੇ ਦਿਨ ਹੁਣ ਨੇੜੇ ਆ ਗਏ ਨੇ। ਸਰਦਾਰ ਸਾਹਿਬ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਆਪਣੇ ਕੋਲ ਸੱਦਿਆ। ਬਾਕੀ ਸਾਰੇ ਲੋਕਾਂ ਨੂੰ ਕਮਰੇ ਵਿੱਚੋਂ ਬਾਹਰ ਜਾਵਣ ਲਈ ਆਖ ਦਿੱਤਾ ਗਿਆ। ਸਿਰਫ ਉਹ ਤਿੰਨੋਂ ਕਮਰੇ ਵਿੱਚ ਰਹਿ ਗਏ, ਇੱਕ ਸਰਦਾਰ ਸਾਹਿਬ ਤੇ ਦੋ ਉਹਨਾਂ ਦੇ ਪੁੱਤਰ। ਉਹਨਾਂ ਦੋਵਾਂ ਪੁੱਤਰਾਂ ਵਿੱਚੋਂ ਇੱਕ ਤਾਂ ਹੂ ਬਹੂ ਇਨ ਬਿਨ ਉਹਨਾਂ ਵਰਗਾ ਸੀ। ਉਹਨਾਂ ਦੀ ਜਵਾਨੀ ਦੀ ਤਸਵੀਰ। ਉਂਝ ਤਾਂ ਉਹਨਾਂ ਦੀ ਮਾਲਕੀ ਵਾਲੇ ਉਸ ਪਿੰਡ ਵਿੱਚ 2-3 ਜਵਾਨ ਮੁੰਡੇ ਹੋਰ ਵੀ ਸਨ, ਜਿਨ੍ਹਾਂ ਦੇ ਮੁਹਾਂਦਰੇ ਸਰਦਾਰ ਸਾਹਿਬ ਦੀ ਸ਼ਕਲ ਸੂਰਤ ਨਾਲ ਰਲਦੇ ਮਿਲਦੇ ਸਨ, ਪਰ ਉਹ ਕੋਈ ਸਰਦਾਰ ਸਾਹਿਬ ਦੇ ਪੁੱਤਰ ਥੋੜਾ ਸਨ। ਸਰਦਾਰ ਸਾਹਿਬ ਕੁਝ ਟਿਕ ਟਿਕੀ ਲਾ ਕੇ ਪੁੱਤਰ ਵੱਲ ਵੇਖਦੇ ਰਹੇ। ਉਹਨਾਂ ਨੂੰ ਆਪਣੀ ਜਵਾਨੀ ਦਾ ਵੇਲਾ ਚੇਤੇ ਆ ਗਿਆ। ਜਵਾਨੀ ਦਾ ਉਹ ਵੇਲਾ ਜਦੋਂ ਸੂਰਜ ਉਹਨਾਂ ਦੇ ਸਿਰ 'ਚ ਲਹਿੰਦਾ ਸੀ। ਉਹਨਾਂ ਦੀ ਬੱਧੀ ਕੋਈ ਛੁਡਾ ਨਹੀਂ ਸੀ ਸਕਦਾ। ਉਦੋਂ ਮੌਤ ਕਿਹਨੂੰ ਯਾਦ ਸੀ? ਆਪ ਮੁਹਾਰੇ ਹੀ ਸਰਦਾਰ ਸਾਹਿਬ ਦਾ ਹੋਕਾ ਨਿਕਲ ਗਿਆ। ਹੰਝੂਆਂ ਨੇ ਅੱਖਾਂ ਵਿੱਚੋਂ ਸਿੰਮਣ ਲਈ ਜ਼ੋਰ ਲਾਇਆ, ਪਰ ਸਰਦਾਰ ਸਾਹਿਬ ਨੇ ਉਹਨਾਂ ਨੂੰ ਬਾਹਰ ਨਿਕਲਣ ਨਹੀਂ ਦਿੱਤਾ। ਕੀ ਹੋਇਆ ਜੇ ਉਹ ਮਰਨ ਵਾਲੇ ਸਨ? ਆਖਰ ਉਹ ਸਰਦਾਰ ਸਨ, ਇਹਨਾਂ ਤਾਂ ਉਹ ਕਰ ਹੀ ਸਕਦੇ ਸਨ। ਮੈਨੂੰ ਪਤਾ ਲੱਗ ਗਿਆ ਮੈਂ ਹੁਣ ਬਚਣਾ ਕੋਈ ਨਹੀਂ। ਸਰਦਾਰ ਸਾਹਿਬ ਨੇ ਆਖਣਾ ਸ਼ੁਰੂ ਕੀਤਾ, ਅੱਲਾ ਤੁਹਾਡਾ ਸਾਇਆ ਸਾਡੇ ਸਿਰਾਂ ਉੱਤੇ ਕਾਇਮ ਰੱਖੇ। ਦੋਵਾਂ ਪੁੱਤਰਾਂ ਨੇ ਛੇਤੀ ਨਾਲ ਆਖਿਆ। ਸਰਦਾਰ ਨੇ ਉਹਨਾਂ ਦੀ ਗੱਲ ਸੁਣੀ ਅਨਸੁਣੀ ਕਰ ਦਿੱਤੀ। ਮਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੋਵਾਂ ਨੂੰ ਕੁਝ ਨਸੀਹਤਾਂ ਕਰਨਾ ਚਾਹੁੰਦਾ ਹਾਂ। ਨਿੱਕੇ ਸਰਦਾਰਾਂ ਇੱਕ ਦੂਜੇ ਵੱਲ ਵੇਖਿਆ। ਅੱਲਾ ਬਖਸ਼ੇ ਮੇਰੇ ਪਿਓ ਤੁਹਾਡੇ ਦਾਦੇ ਨੇ ਆਪਣੇ ਮਰਨ ਤੋਂ ਪਹਿਲਾਂ ਮੈਨੂੰ ਇਹ ਨਸੀਹਤਾਂ ਕੀਤੀਆਂ ਸਨ। ਮੇਰੇ ਦਾਦੇ ਅੱਲਾ ਉਹਦੀ ਰੂਹ ਨੂੰ ਪੰਧ ਨਾ ਪਾਵੇ ਆਪਣੇ ਪੁੱਤਰਾਂ ਨੂੰ ਇਹ ਸਭ ਕੁਝ ਆਖਿਆ ਸੀ। ਪਿਓ ਦੀ ਇਹ ਖੁਸ਼ਕਿਸਮਤੀ ਹੁੰਦੀ ਹੈ ਕਿ ਉਹਨੂੰ ਜਾਂਦੀ ਵਾਰੀ ਆਖਰੀ ਵੇਲੇ ਆਪਣੇ ਪੁੱਤਰਾਂ ਨੂੰ ਕੁਝ ਆਖਣ ਦਾ ਮੌਕਾ ਮਿਲ ਜਾਵੇ। ਉਹ ਪੁੱਤਰ ਵੀ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਪਿਓ ਦੇ ਆਖਰੀ ਵੇਲੇ ਉਹਦੇ ਕੋਲ ਮੌਜੂਦ ਹੋਵਨ। ਅੱਬਾ ਅਸਲ ਗੱਲ ਕਿਉਂ ਨਹੀਂ ਪਿਆ ਕਰਦਾ? ਨਿੱਕੀਆਂ ਸਰਦਾਰਾਂ ਸੋਚਿਆ। ਉਹ ਕਾਹਲੀ ਵਿੱਚ ਸਨ। ਸ਼ਾਇਦ ਤੁਸੀਂ ਸਮਝੋ ਕਿ ਮੌਤ ਨੇੜੇ ਵੇਖ ਕੇ ਮੈਂ ਪਗਲਾ ਗਿਆ ਹਾਂ,
ਮੇਰੀ ਸੁਰਤ ਮਾਰੀ ਗਈ ਹੈ, ਮੇਰੇ ਹੋਸ਼ ਕਾਇਮ ਨਹੀਂ ਨੇ, ਇਹਦੇ ਵਿੱਚ ਤੁਹਾਡਾ ਕਸੂਰ ਨਹੀਂ ਹੈ। ਇਹ ਉਮਰ ਜਿਹੜੀ ਤੁਹਾਡੀ ਹੈ, ਇਸ ਉਮਰ ਵਿੱਚ ਬੰਦਾ ਹਵਾ ਦੇ ਘੋੜੇ ਉੱਤੇ ਸਵਾਰ ਹੁੰਦਾ ਹੈ, ਤੁਸੀਂ ਵੀ ਕਾਲ ਵਿੱਚ ਹੋ। ਇਸ ਪਰੋਂ ਮੈਂ ਮਤਲਬ ਦੀ ਗੱਲ ਕਰਨਾ। ਮੇਰੀ ਪਹਿਲੀ ਨਸੀਹਤ ਇਹ ਹੈ ਕਿ ਤੁਸੀਂ ਸਰਦਾਰ ਹੋ, ਸਰਦਾਰ ਹੀ ਰਹੋਗੇ। ਖੁਦ ਆਪਣੇ ਆਪ ਨੂੰ ਕਦੀ ਸਰਦਾਰ ਨਹੀਂ ਆਖਣਾ, ਖੁਦ ਨੂੰ ਸਰਦਾਰ ਸਮਝੋ, ਪਰ ਜਿਹੜੀ ਤੁਹਾਡੀ ਰਾਇਆ ਹੈ ਉਹਨੂੰ ਪਤਾ ਨਾ ਲੱਗੇ ਕਿ ਤੁਸੀਂ ਖੁਦ ਨੂੰ ਸਰਦਾਰ ਸਮਝਦੇ ਹੋ। ਜੇ ਇਸ ਗੱਲ ਦਾ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹ ਤੁਹਾਡੇ ਕੋਲ ਆਉਣ ਦੀ ਬਜਾਏ ਹੌਲੀ ਹੌਲੀ ਦੂਰ ਹੁੰਦੇ ਜਾਵਣਗੇ। ਜੇ ਤੁਸੀਂ ਰਈਅਤ ਵਿੱਚੋਂ ਵੱਡੇ ਨੂੰ ਬਜ਼ੁਰਗ, ਹਾਣੀ ਨੂੰ ਭਰਾ ਤੇ ਨਿੱਕੇ ਨੂੰ ਪੁੱਤਰ ਆਖੋਗੇ ਤਾਂ ਉਹ ਤੁਹਾਨੂੰ ਖੁਦ ਬਖੁਦ ਸਰਦਾਰ ਸਾਹਿਬ ਆਖਣਗੇ ਤੇ ਬੜੇ ਚਾਅ, ਬੜੇ ਫਖਰ ਨਾਲ ਤੇ ਬੜਾ ਹੁਮ ਹਮਾ ਕੇ ਸਰਦਾਰ ਸਾਹਿਬ ਆਖਣਗੇ। ਲਓ ਜੀ, ਹੁਣ ਇਹ ਵੀ ਕਰਨਾ ਪਵੇਗਾ। ਇਹ ਤਾਂ ਕਮੀ ਕਮੀਨ ਨੂੰ ਸਿਰ ਉੱਤੇ ਬਿਠਾਉਣ ਵਾਲੀ ਗੱਲ ਹੈ। ਦੋਵਾਂ ਨਿੱਕਿਆਂ ਸਰਦਾਰਾਂ ਦੀ ਇਹੋ ਸੋਚ ਸੀ। ਸਰਦਾਰ ਸਾਹਿਬ ਜਿਵੇਂ ਉਹਨਾਂ ਦੀ ਸੋਚ ਪੜ੍ਹ ਲਈ, ਉਹ ਥੋੜਾ ਜਿਹਾ ਮੁਸਕਾਏ। ਜਿਹੜੇ ਸਰਾਣੇ ਨਾਲ ਉਹ ਢੋਂ ਲਾ ਕੇ ਬੈਠੇ ਸਨ ਉਹਨੂੰ ਆਪਣੇ ਹੱਥਾਂ ਨਾਲ ਠੀਕ ਕਰਨ ਲੱਗੇ ਤਾਂ ਦੋਵੇਂ ਪੁੱਤਰ ਭੱਜ ਕੇ ਪਏ। ਇੱਕ ਪੁੱਤਰ ਸਰਾਣਾ ਠੀਕ ਕੀਤਾ ਤੇ ਦੂਜੇ ਉਹਨਾਂ ਨੂੰ ਬੜੇ ਪਿਆਰ ਨਾਲ ਸਹਾਰਾ ਦੇ ਕੇ ਆਰਾਮ ਨਾਲ ਬੈਠਣ ਵਿੱਚ ਮਦਦ ਕੀਤੀ। ਸਰਦਾਰ ਸਾਹਿਬ ਨੇ ਸਾਹ ਲੈ ਕੇ ਦੁਬਾਰਾ ਉੱਥੋਂ ਹੀ ਤੰਦ ਜੋੜੀ ਜਿੱਥੋਂ ਟੁੱਟੀ ਸੀ। ਲੱਗਦਾ ਹੈ ਮੇਰੀ ਗੱਲ ਦੀ ਤੁਹਾਨੂੰ ਸਮਝ ਨਹੀਂ ਆਈ। ਜੇ ਮੈਂ ਤੁਹਾਡੀ ਪਸੰਦ ਵਾਲੀ ਜ਼ੁਬਾਨ ਵਿੱਚ ਗੱਲ ਕਰਾਂ ਤਾਂ ਸ਼ਾਇਦ ਤੁਹਾਨੂੰ ਗੱਲ ਦੀ ਅਹਿਮੀਅਤ ਦਾ ਪਤਾ ਲੱਗ ਜਾਵੇ। ਮੇਰੀ ਉੱਤੇ ਆਖੀ ਦਾ ਹੋਈ ਗੱਲ ਦਾ ਮਤਲਬ ਸੀ, ਰੀਅਲ ਪਾਵਰ ਇਜ਼ ਨਾਟ ਅਬਾਊਟ ਫੀਅਰ, ਇਟ ਕਮਸ ਆਊਟ ਆਫ ਰਿਸਪੈਕਟ। ਸੌਖੇ ਲਫ਼ਜ਼ਾਂ ਵਿੱਚ ਇਹਦਾ ਮਤਲਬ ਹੈ ਇੱਜ਼ਤ ਕਰੋ ਤੇ ਇੱਜ਼ਤ ਕਰਵਾਓ। ਮੇਰੀ ਗੱਲ ਸੁਣਦੇ ਪਏ ਜੇ? ਜੀ ਅੱਬਾ ਜਾਨ, ਮੈਂ ਕੀ ਆਖਿਆ ਭਲਾ? ਜੀ ਤੁਸੀਂ ਆਖਿਆ ਲੋਕਾਂ ਨੂੰ ਡਰਾ ਕੇ ਹਾਸਲ ਕੀਤੀ ਗਈ ਤਾਕਤ ਅਸਲ ਤਾਕਤ ਨਹੀਂ। ਅਸਲ ਤਾਕਤ ਡਰ ਤੋਂ ਨਹੀਂ, ਇੱਜ਼ਤ ਇਹਤਰਾਮ ਚੋਂ ਨਿਕਲਦੀ ਏ। ਨਿੱਕੇ ਪੁੱਤਰ ਦੱਸਿਆ। ਸਰਦਾਰ ਸਾਹਿਬ ਵੱਡੇ ਪੁੱਤਰ ਵੱਲ ਵੇਖਿਆ। ਜੀ ਤੁਸੀਂ ਆਖਿਆ ਜੇ ਲੋਕ ਤੁਹਾਥੋਂ ਡਰਦਿਆਂ ਹੋਇਆ ਤੁਹਾਡੀ ਇੱਜ਼ਤ ਕਰਦੇ ਨੇ ਤਾਂ ਤੁਸੀਂ ਫੇਲ ਹੋ। ਇਹ ਹਕੀਕੀ ਇੱਜ਼ਤ ਨਹੀਂ, ਇਹ ਝੂਠਾ ਮਰਤਬਾ ਹੈ। ਅਸਲ ਮਰਤਬਾ ਇਹ ਹੈ ਕਿ ਲੋਕੀ ਬਗੈਰ ਕਿਸੇ ਖੌਫ ਦੇ ਦਿਲੋਂ ਬਜਾਨੋਂ ਤੁਹਾਡੀ ਇੱਜ਼ਤ ਕਰਨ। ਉਹ ਇੱਜ਼ਤ ਜਿਹੜੀ ਆਪ ਮੁਹਾਰੀ ਉਹਨਾਂ ਦੇ ਨਾ ਸਿਰਫ ਦਿਲੋਂ ਫੁੱਟੇ ਸਗੋਂ ਦਿਮਾਗ ਵਿੱਚ ਵੀ ਹੋਵੇ। ਉਸ ਸਨਮਾਨ ਦੇ ਬਦਲੇ ਜਿਹੜਾ ਤੁਸੀਂ ਉਹਨਾਂ ਨੂੰ ਦਿੱਤਾ। ਵੱਡੇ ਪੁੱਤਰ ਆਪਣੀ ਸਮਝ ਬੂਝ ਮੁਤਾਬਕ ਜਵਾਬ ਦਿੱਤਾ। ਸ਼ੁਕਰ ਇਹ ਗੱਲ ਤੁਹਾਡੀ ਸਮਝ ਵਿੱਚ ਆ ਗਈ ਹੈ। ਮੈਂ ਬਸ ਇਹਦੇ ਵਿੱਚ ਇੰਨਾ ਹੀ ਇਜ਼ਾਫਾ ਕਰਾਂਗਾ ਕਿ ਜੇ ਕਦੇ ਡਰਾਉਣ ਦਾ ਮੌਕਾ ਆਵੇ ਤੇ ਹੱਦੋਂ ਬਾਹਲਾ ਡਰਾਓ। ਇੰਨਾ ਡਰਾਓ ਕਿ ਇੱਕ ਨੂੰ ਡਰਾ ਕੇ 1000 ਬੰਦੇ ਨੂੰ ਡਰਾਉਣ ਦਾ ਫਾਇਦਾ ਹਾਸਲ ਕਰ ਸਕੋ, ਪਰ ਸਿਰਫ ਉਦੋਂ ਜਦੋਂ ਡਰਾਇਆ ਬਿਨਾ ਸਰਦਾ ਨਾ ਹੋਵੇ। ਜੀ ਇਹੀ ਤਾਂ ਅਸੀਂ ਸੋਚਦੇ ਸਾਂ। ਸਿਰਫ ਪਿਆਰ ਨਾਲ ਤਾਂ ਸਰਦਾਰੀ ਨਹੀਂ ਨਾ ਹੋ ਸਕਦੀ। ਵੱਡਾ ਪੁੱਤਰ ਜ਼ਰਾ ਖੁਸ਼ ਹੋ ਕੇ ਬੋਲਿਆ। ਦੂਜੀ ਨਸੀਹਤ ਇਹ ਕਿ ਸ਼ਰਾਬ ਨਹੀਂ ਪੀਣੀ। ਸਰਦਾਰ ਸਾਹਿਬ ਨੇ ਤਿੱਖੀ ਨਜ਼ਰ ਨਾਲ ਪੁੱਤਰਾਂ ਨੂੰ ਵੇਖਿਆ। ਜੀ ਨਿੱਕੇ ਸਰਦਾਰ ਰਤਾ ਘਬਰਾਏ। ਜੇ ਜ਼ਰੂਰ ਹੀ ਪੀਣੀ ਹੈ ਤੇ ਆਪਣੇ ਮੁਲਾਜ਼ਮਾਂ ਦੇ ਸਾਹਮਣੇ ਰਈਅਤ ਦੇ ਪੱਗ ਬੰਨ ਬੰਦਿਆਂ ਨਾਲ ਰਲ ਕੇ ਜਾਂ ਆਪਣੇ ਸ਼ਰੀਕਾਂ ਨਾਲ ਬਹਿ ਕੇ ਕਦੇ ਸ਼ਰਾਬ ਨਹੀਂ ਪੀਣੀ। ਫਿਰ ਸ਼ਰਾਬ ਪੀਣ ਦਾ ਫਾਇਦਾ? ਦੋਵਾਂ ਨਿੱਕਿਆਂ ਸਰਦਾਰਾਂ ਦੇ ਜ਼ਿਹਨ ਵਿੱਚ ਇੱਕੋ ਹੀ ਖਿਆਲ ਨੇ ਸਿਰ ਚੁੱਕਿਆ। ਫਿਰ ਉਹਨਾਂ ਦੋਵਾਂ ਦੇ ਜ਼ਿਹਨਾਂ ਵਿੱਚ ਪਤਾ ਨਹੀਂ ਕਿਉਂ ਪਿਛਲੇ ਸਾਲ ਦਾ ਸੁੱਤਾ ਹੋਇਆ ਵਾਕਿਆ ਅੰਗੜਾਈ ਲੈ ਕੇ ਜਾਗ ਪਿਆ। ਜ਼ਿਆਦਾ ਪੁਰਾਣੀ ਗੱਲ ਨਹੀਂ। ਉਹਨਾਂ ਦੇ ਪਿਓ ਵੱਡੇ ਸਰਦਾਰ ਸਾਹਿਬ ਨੂੰ ਕਿਸੇ ਪਾਸਿਓਂ ਚੰਗੀ ਸ਼ਰਾਬ ਦੀਆਂ ਵਾਹਵਾ ਬੋਤਲਾਂ ਹੱਥ ਆਈਆਂ ਤਾਂ ਉਹਨਾਂ ਆਪਣੇ ਬੇਲੀਆਂ ਸੰਗੀਆਂ ਨੂੰ ਇਕੱਠਿਆਂ ਰਲ ਕੇ ਸ਼ਰਾਬ ਪੀਣ ਲਈ ਬੁਲਾਇਆ। ਚਾਨਣੀ ਰਾਤ ਸੀ। ਉਹ ਸਾਰੇ ਬਾਹਰ ਖੁੱਲੇ ਵਿੱਚ ਇੱਕ ਮੋਟਰ ਤੇ ਅੱਪੜੇ। ਉਸ ਮੋਟਰ ਤੇ ਸਰਦਾਰ ਸਾਹਿਬ ਦਾ ਇੱਕ ਰਾਹਕ ਆਪਣੀ ਬੀਵੀ, ਇੱਕ ਜਵਾਨ ਧੀ ਤੇ ਇੱਕ ਪੁੱਤਰ ਸਮੇਤ ਰਹਿੰਦਾ ਸੀ। ਉੱਥੇ ਉਹਨਾਂ ਰਾਜ ਸ਼ਰਾਬ ਪੀਤੀ ਤੇ ਫਿਰ ਬਦਮਸਤ ਹੋ ਕੇ ਸਾਰੇ ਮੋਟਰ ਤੇ ਚੁਬੱਚੇ ਵਿੱਚ ਅਲਫ ਨੰਗੇ ਨਹਾਉਂਦੇ ਫਿਰੇ। ਹੋਰ ਜੋ ਕੁਝ ਕੀਤਾ ਉਹਦਾ ਕੀ ਦੱਸਣਾ। ਸ਼ਰਾਬ ਤੁਹਾਡੇ ਹੋਸ਼ ਹਵਾਸ ਉੱਤੇ ਹਮਲਾ ਕਰਦੀ ਏ। ਸਰਦਾਰ ਸਾਹਿਬ ਆਖਦੇ ਪਏ ਸਨ, ਤੁਹਾਨੂੰ ਆਪਣਾ ਆਪ ਭੁੱਲ ਜਾਂਦਾ ਹੈ। ਤੁਸੀਂ ਕੁਝ ਇਹੋ ਜਿਹਾ ਕਰ ਬੈਂਦੇ ਹੋ ਜਿਹਦੇ ਪਰੋਂ ਤੁਹਾਡਾ ਰੋਬ ਦਾਬ ਖਤਮ ਹੋ ਜਾਂਦਾ ਹੈ। ਤੁਹਾਡਾ ਰੋਬ ਖਤਮ ਹੋਵੇਗਾ ਤਾਂ ਲੋਕਾਂ ਵਿੱਚ ਜੁਰਤ ਪੈਦਾ ਹੋ ਜਾਵੇਗੀ। ਲੋਕਾਂ ਦੀ ਇਹ ਜੁਰਤ ਤੁਹਾਡੀ ਸਰਦਾਰੀ ਲਈ ਹਰਗਿਜ਼ ਠੀਕ ਨਹੀਂ ਹੈ। ਸਰਦਾਰ ਔਰੰਗਜ਼ੇਬ ਨੇ ਆਮ ਲੋਕਾਂ ਵਿੱਚ ਬਹਿ ਕੇ ਸ਼ਰਾਬ ਪੀਣ ਦੀ ਗਲਤੀ ਕੀਤੀ। ਕੁਝ ਚਿਰ ਬਾਅਦ ਸਰਦਾਰ ਸਾਹਿਬ ਉਹਨਾਂ ਦੇ ਸਿਰਾਂ ਵਿੱਚ ਲਿੱਤਰ ਮਾਰਦੇ ਪਏ ਸਨ ਤੇ ਉਹ ਸਰਦਾਰ ਸਾਹਿਬ ਦਾ ਸਿਰ ਲਿੱਤਰਾਂ ਨਾਲ ਪੋਲਾ ਪੈ ਕਰਦੇ ਸਨ। ਸ਼ਰਾਬ ਪੀਣ ਤੇ ਜ਼ਿਆਦਾ ਹੀ ਦਿਲ ਕਰੇ ਤਾਂ ਅੰਦਰ ਵੜ ਕੇ ਸ਼ਰਾਬ ਪੀਓ ਤੇ ਅੰਦਰੋਂ ਕੁੰਡੀ ਮਾਰ ਕੇ ਪੀਓ। ਇਹ ਕੀ ਗੱਲ ਹੋਈ ਭਲਾ? ਜੇ ਸ਼ਰਾਬ ਪੀ ਕੇ ਰੱਤੀ ਪੂਰਾ ਧੂਮ ਧੜੱਕਾ ਹੀ ਨਾ ਕੀਤਾ ਤਾਂ ਸ਼ਰਾਬ ਪੀਣ ਦਾ ਫਾਇਦਾ? ਨਿੱਕਿਆਂ ਸਰਦਾਰਾਂ ਮਨ ਹੀ ਮਨ ਵਿੱਚ ਸੋਚਿਆ, ਪਰ ਉਹ ਇਹ ਗੱਲ ਆਖਣ ਦਾ ਹੌਸਲਾ ਨਾ ਕਰ ਸਕੇ। ਤੀਜੀ ਨਸੀਹਤ ਇਹ
कि चोरी नहीं करवानी, डाके नहीं मरवाने, रस्सागीर नहीं बनना। जे तुसी रस्सा लैन लग पए तां पुलिस दी नज़र विच तुहाडी हैसियत एक सरदार वाली नहीं, एक चोर वाली होवेगी। तुसी पुलिस दे काने हो जाओगे, फिर तुसी सरदार बन के थाने विच किस तरह वड़ोगे? नहीं वड़ सकोगे। जे कदे थाने वड़ोगे तां तुहाडा गलमा थानेदार दे ही हत्थ विच होवेगा। समझ गए जी? बिल्कुल समझ गए। चौथी नसीहत, कन्ना दियां खिड़कियां खोल के सुनो, जना नहीं करना। रैयत दियां औरतां नूं मां भैन ते धी समझना है, वो तुहाडी पनाह विच ने। जे वाड़ ही खेती नूं खाण लग पवेगी तां वो खेती तां फिर तबाह हो जावेगी। वाड़ दा काम हिफाजत करना है, तुसी उन्हां दी वाड़ हो। निक्कियां सरदारां अखां झुका लियां ते चोरी चोरी एक दूजे वाल वेख्या। एडी करड़ी नसीहत, ਇਹਦੇ ਉੱਤੇ ਅਮਲ ਕਰਨਾ ਤਾਂ ਉਹ ਸੋਚਦੇ ਪੈ ਸਨ। ਜੇ ਕਦੇ ਜ਼ਨਾ ਕਰਨ ਤੋਂ ਬਗੈਰ ਨਾ ਸਰਦਾ ਹੋਵੇ ਤਾਂ ਔਰਤ ਦੇ ਘਰ ਨਹੀਂ ਜਾਣਾ। ਪੁੱਛੋ ਇਹਦੇ ਵਿੱਚ ਕੀ ਹਕਮਤ ਹੈ ਭਲਾ? ਕਿਉਂਕਿ ਸਰਦਾਰ ਚੁੱਪ ਰਹੇ। ਗੈਰਤ ਅੰਨੀ ਹੁੰਦੀ ਹੈ, ਇਹ ਬੰਦੇ ਨੂੰ ਅੰਨਾ ਕਰ ਦਿੰਦੀ ਹੈ। ਬੇਗੈਰਤ ਤੋਂ ਬੇਗੈਰਤ ਬੰਦੇ ਵਿੱਚ ਵੀ ਕਦੇ ਕਦਾਰ ਗੈਰਤ ਜਾਗ ਪੈਂਦੀ ਹੈ। ਸਰਦਾਰ ਫਾਜ਼ਲ ਕਿਸੇ ਔਰਤ ਦੇ ਘਰ ਚਲਾ ਗਿਆ। ਉਸ ਦਿਨ ਉਸ ਔਰਤ ਦੇ ਖਾਮਦ ਨੂੰ ਪਿੰਡੋਂ ਵਾਹਵਾ ਦੂਰ ਖੇਤਾਂ ਵਿੱਚ ਪਾਣੀ ਲਾਇਆ। ਉਸ ਦਿਨ ਉਸ ਔਰਤ ਦੇ ਖਾਮਦ ਨੇ ਪਿੰਡੋਂ ਵਾਹਵਾ ਦੂਰ ਖੇਤਾਂ ਵਿੱਚ ਪਾਣੀ ਲਾਇਆ ਹੋਇਆ ਸੀ। ਸਵੇਰ ਤੋਂ ਪਹਿਲਾਂ ਉਹਨੇ ਕੋਈ ਨਹੀਂ ਸੀ ਆਉਣਾ, ਪਰ ਉਹ ਵਕਤੋਂ ਪਹਿਲੇ ਆ ਗਿਆ। ਅੱਗੇ ਆ ਕੇ ਵੇਖਿਆ ਤਾਂ ਸਰਦਾਰ ਸਾਹਿਬ ਉਹਦੀ ਬੀਵੀ ਕੋਲ ਸੁੱਤੇ ਹੋਏ ਸਨ। ਖਾਮਨ ਦੀ ਸੁੱਤੀ ਹੋਈ ਗੈਰਤ ਜਾਗ ਪਈ। ਉਹਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ। ਉਹਨੂੰ ਸਾਰਾ ਨਫਾ ਨੁਕਸਾਨ ਭੁੱਲ ਗਿਆ। ਉਹਨੇ ਕਈ ਮਾਰ ਕੇ ਸਰਦਾਰ ਦੀ ਧੌਣ ਵੜ ਦਿੱਤੀ। ਯਾਦ ਰੱਖੋ, ਸਰਦਾਰ ਉਦੋਂ ਤਾਈਂ ਸਰਦਾਰ ਹੈ ਜਦੋਂ ਤਾਈਂ ਉਹਦੇ ਮੋਢਿਆਂ ਉੱਤੇ ਉਹਦੀ ਧੌਣ ਸਹੀ ਸਲਾਮਤ ਹੈ। ਧੌਣ ਵੱਢੀ ਜਾਵੇ ਤਾਂ ਇੱਕ ਆਮ ਲੋਥ ਤੇ ਸਰਦਾਰ ਦੀ ਲੋਥ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਲਾਸ਼ ਤਾਂ ਬਸ ਲਾਸ਼ ਹੁੰਦੀ ਹੈ, ਭਾਵੇਂ ਸਰਦਾਰ ਦੀ ਹੋਵੇ ਤੇ ਭਾਵੇਂ ਕਿਸੇ ਕਮੀ ਕਮੀਨ ਦੀ। ਮੇਰੇ ਥੋੜੇ ਰਾਖੇ ਨੂੰ ਕਹਿਣਾ ਸਮਝਣਾ ਜੀ। ਠੀਕ ਹੈ ਅੱਬਾ ਜਾਨ। ਦੋਵਾਂ ਸਰਦਾਰਾਂ ਥੋੜਾ ਜਿਹਾ ਸਿਰ ਝੁਕਾ ਕੇ ਆਖਿਆ। ਵੱਡਾ ਸਰਦਾਰ ਕੁਝ ਚਿਰ ਉਹਨਾਂ ਨੂੰ ਫਖਰ ਨਾਲ ਵੇਖਦਾ ਰਿਹਾ। ਫਿਰ ਉਹ ਬੈੱਡ ਉੱਤੇ ਲੰਮਾ ਹੋ ਗਿਆ ਤੇ ਉਹਨੇ ਸਕੂਨ ਤੇ ਇਤਮਾਨਾਨ ਨਾਲ ਅੱਖਾਂ ਮਿਟ ਲਈਆਂ। ਇਹ ਨਿੱਕਿਆਂ ਸਰਦਾਰਾਂ ਲਈ ਚਲੇ ਜਾਣ ਦਾ ਇਸ਼ਾਰਾ ਸੀ। ਉਹ ਪੋਲੇ ਪੈਰੀਂ ਬਾਹਰ ਆ ਗਏ। ਇਹ ਅੱਬਾ ਜਾਨ ਕੀ ਪੈ ਆਖਦੇ ਸਨ? ਨਿੱਕੇ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ। ਉਹਨਾਂ ਆਪਣੀ ਸਾਰੀ ਜ਼ਿੰਦਗੀ ਇਹਨਾਂ ਗੱਲਾਂ ਵਿੱਚੋਂ ਕਿਸੇ ਇੱਕ ਉੱਤੇ ਵੀ ਚੁੱਪ ਕਰ। ਵੱਡਾ ਭਰਾ ਉਹਦੀ ਅਧੂਰੀ ਗੱਲ ਦਾ ਪੂਰਾ ਮਤਲਬ ਸਮਝ ਗਿਆ। ਮਰਨ ਵੇਲੇ ਸਾਰੇ ਸਰਦਾਰ ਇਹੋ ਜਿਹੀਆਂ ਨਸੀਹਤਾਂ ਹੀ ਆਪਣੀ ਔਲਾਦ ਨੂੰ ਕਰਦੇ ਨੇ। ਉਹਨਾਂ ਦਾ ਕੰਮ ਸੀ ਨਸੀਹਤਾਂ ਕਰਨਾ, ਆਪਣਾ ਕੰਮ ਸੀ ਸੁਣਨਾ। ਅੱਗੇ ਜੋ ਹੋਣਾ ਹੈ ਉਹਨਾਂ ਨੂੰ ਪਤਾ ਹੈ। ਅੱਛਾ ਇਹ ਗੱਲ ਹੈ? ਹਾਂ ਇਹੋ ਗੱਲ ਹੈ। ਆਪਾਂ ਵੀ ਜੇ ਮੌਕਾ ਮਿਲਿਆ ਤਾਂ ਮਰਨ ਵੇਲੇ ਆਪਣੇ ਪੁੱਤਰਾਂ ਨੂੰ ਇਹੋ ਕੁਝ ਦੱਸ ਕੇ ਜਾਵਾਂਗੇ। ਵਾਹ 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 ਜੀ, ਬਹੁਤ ਸ਼ੁਕਰੀਆ ਅਲੀ ਅਕਬਰ ਭਾਈ। ਤੁਸੀਂ ਮੁਆਸ਼ਰੇ 'ਚ ਜਿਹੜੀ ਮਾਸਕਟ ਔਰ ਦੋ ਚਿਹਰੇ ਵਾਲੀਆਂ ਜ਼ਿੰਦਗੀਆਂ ਨੇ, ਤੁਸੀਂ ਬਹੁਤ ਸੋਹਣਾ ਨਕਾਬ ਕਰਦਾ ਲਾਇਆ। ਔਰ ਇਹ ਤੁਹਾਡੀ ਕਹਾਣੀ ਸੁਣ ਕੇ ਸਾਨੂੰ ਹੋਰ ਵੀ ਮਾਣ ਹੋਇਆ ਰਾਮ ਸਰੂਪ ਅਣਖੀ ਹੋਰਾਂ ਤੇ, ਜਿਹਨੂੰ ਆਪਣੀ ਪੂਰੀ ਹਯਾਤੀ ਕਹਾਣੀ ਨੂੰ ਦੇ ਛੱਡੀ। ਤੇ ਅੱਜ ਸੁਣ ਕੇ ਸਮਝ ਆਇਆ ਕਿ ਉਹ ਕਿਉਂ ਕਹਾਣੀ ਨਾਲ ਜੁੜ ਰਿਹਾ। ਕਿਉਂਕਿ ਆਉਣ ਵਾਲੇ ਵੇਲਿਆਂ 'ਚ ਕਹਾਣੀ ਨਹੀਂ ਮੁਆਸ਼ਰੇ ਦੇ ਇਹ ਚਿਹਰੇ ਜਿਹੜੇ ਨੇ ਲੋਕਾਂ ਨੂੰ ਵਿਖਾਣੇ ਸਨ। ਤੇ ਤੁਹਾਡੇ ਅਸੀਂ ਧੰਨਵਾਦੀ ਹਾਂ ਕਿ ਤੁਸੀਂ ਉਹਨਾਂ ਦੇ ਸਫ਼ਰ 'ਚ ਸ਼ਾਮਲ ਹੋਏ। ਅੱਜ ਸਾਡਾ ਬੜਾ ਇਹ ਵੀ ਸੋਹਣਾ ਦਿਨ ਹੈ ਕਿ ਅਸੀਂ ਸਾਰਿਆਂ ਨੇ ਸੁਣਿਆ ਔਰ ਪੜ੍ਹਿਆ ਸ਼੍ਰੀ ਰਾਮ ਸਰੂਪ ਅਣਖੀ ਬਾਰੇ। ਲੇਕਿਨ ਇੱਕ ਸ਼ਖਸੀਅਤ ਸਾਡਾ ਐਸੀ ਵੀ ਅੱਜ ਡਾਕਟਰ ਕ੍ਰਾਂਤੀਪਾਲ ਜੀ ਦੇ, ਜਿਨ੍ਹਾਂ ਉਹਨਾਂ ਦੀ ਤਰਬੀਅਤ 'ਚ ਰਹੇ, ਉਹਨਾਂ ਨੇ ਵਕਤ ਗੁਜ਼ਾਰਿਆ। ਅਸੀਂ ਚਾਹਾਂਗੇ ਕਿ ਉਹਨਾਂ ਦੀ ਯਾਦਾਂ ਤੇ ਵੀ ਅੱਜ ਅਸੀਂ ਨਾਲ ਨਾਲ ਗੱਲਬਾਤ ਕਰਦੇ ਰਹੀਏ ਤਾਂ ਕਿ ਸੁਣਨ ਵਾਲੇ ਉਹਨਾਂ ਨੂੰ ਆਪਣੀ ਅੱਖਾਂ ਨਾਲ ਦੇਖ ਲੈਣ ਇਹਨਾਂ ਦੇ ਜ਼ਬਾਨੀ। ਤੇ ਡਾਕਟਰ ਕਾਮਲ ਸਾਹਿਬ ਦੀ ਗੁਫ਼ਤਗੂ ਤੋਂ ਕ੍ਰਾਂਤੀ ਸਾਹਿਬ ਪਹਿਲਾਂ ਮੈਂ ਜਗਦੀਪ ਸਿੱਧੂ ਨੂੰ ਚਾਹਾਂਗਾ ਕਿ ਉਹ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨ ਉਹਨਾਂ ਬਾਰੇ, ਉਹਨਾਂ ਦੀ ਸ਼ਖਸੀਅਤ ਬਾਰੇ, ਉਹਨਾਂ ਦੇ ਕੰਮ ਬਾਰੇ। ਤੇ ਫਿਰ ਅਸੀਂ ਮੈਂ ਇੱਕ ਦੋ ਗੱਲਾਂ ਕਰਾਂਗਾ ਜ਼ਰੂਰ ਜੀ ਉਹਨਾਂ ਬਾਰੇ। ਤੇ ਅਣਖੀ ਸਾਹਿਬ ਜਦੋਂ ਇਸ ਦੁਨੀਆ ਤੋਂ ਗਏ ਤਾਂ ਉਦੋਂ ਮੈਂ ਸਾਹਿਤ ਦੇ ਖੇਤਰ ਵਿੱਚ ਨਵਾਂ ਆਇਆ ਸੀਗਾ। ਬਟ ਮੇਰਾ ਪੜ੍ਹਨ ਦਾ ਰੁਝਾਨ ਸੀਗਾ ਤੇ ਉਦੋਂ ਉਹਨਾਂ ਨੂੰ ਅਸੀਂ ਪੜ੍ਹਦੇ ਵੀ ਰਹੇ, ਕਿਉਂਕਿ ਸਾਡੇ ਇਲਾਕੇ ਦੇ ਸੀਗੇ ਤੇ ਕ੍ਰਾਂਤੀਪਾਲ ਉਹਨਾਂ ਦੇ ਨਾਨਕੇ ਤੇ ਮੇਰੇ ਨਾਨਕੇ ਇੱਕੋ ਹੀ ਨੇ। ਤੇ ਅਸੀਂ ਤੇ ਉਹਨਾਂ ਨੂੰ ਬੜਾ ਯਾਨੀ ਕਿ ਇਸ ਤਰ੍ਹਾਂ ਪੜ੍ਹਿਆ। ਉਹਨਾਂ ਦੀ ਇੱਕ ਮੈਨੂੰ ਦੋ ਚਾਰ ਗੱਲਾਂ ਮੈਨੂੰ ਬੜੀਆਂ ਉਹਨਾਂ ਦੀਆਂ ਖੂਬਸੂਰਤ ਲੱਗਦੀਆਂ ਸੀ। ਉਹਨਾਂ 'ਚ ਸਾਫ਼ ਗੋਈ ਬੜੀ ਸੀ, ਹਨਾ। ਉਹ ਸਪਸ਼ਟ ਬਿਲਕੁਲ ਸਪਸ਼ਟ ਸੀਗੇ। ਮੈਂ ਹੁਣ ਥੋੜੇ ਦਿਨ ਪਹਿਲਾਂ ਇੱਕ ਇੰਟਰਵਿਊ ਪੜ੍ਹ ਰਿਹਾ ਸੀ ਕਿਸੇ ਪਰਚੇ ਵਿੱਚ, ਤੇ ਉਹਨਾਂ ਤੋਂ ਉਹਨਾਂ ਨੇ ਪੁੱਛਿਆ, ਇੰਟਰਵਿਊ ਜਿਹੜਾ ਮੁਲਾਕਾਤ ਕਰਨ ਵਾਲੇ ਸੀ, ਉਹਨੇ ਪੁੱਛਿਆ ਕਿ ਤੁਸੀਂ ਪਰਚੇ ਕੱਢਦੇ ਰਹੇ ਹੋ, ਹਨਾ। ਪਰਚੇ ਤੋਂ ਤੁਸੀਂ ਜਿਨ੍ਹਾਂ ਦਾ ਚੰਦਾ ਲੈਂਦੇ ਸੀ ਉਹਨਾਂ ਦੀਆਂ ਤੁਸੀਂ ਫੋਟੋਆਂ ਵਗੈਰਾ ਵੀ ਲਗਾਉਂਦੇ ਰਹੇ ਹੋ,
ਤੇ ਚੰਦੇ ਮੰਗ ਕੇ ਵੀ ਲੈਂਦੇ ਰਹੇ ਹੋ। ਕਹਿੰਦੇ ਹਾਂ ਯਾਰ ਕੌਣ ਪਹਿਲਾਂ ਕੌਣ ਨਹੀਂ ਕਰਦਾ, ਕਹਿੰਦੇ ਸਾਰੇ ਕਰਦੇ ਨੇ, ਪਰਚੇ ਇਸ ਤਰ੍ਹਾਂ ਹੀ ਚੱਲਦੇ ਆ, ਤੁਹਾਨੂੰ ਨਹੀਂ ਪਤਾ ਕਿ ਪਰਚੇ ਇਸ ਤਰ੍ਹਾਂ ਹੀ ਚੱਲਦੇ ਹੁੰਦੇ ਨੇ। ਤੇ ਇਹਨਾਂ ਦੀ ਬੜੀ ਇਸ ਤਰ੍ਹਾਂ ਦੀ ਬੜੀ ਸਾਫ਼ ਗੋਈ ਸੀਗੀ। ਤੇ ਜਦੋਂ ਉਹ ਇੱਕ ਹੋਰ ਵੀ ਉਹਨਾਂ ਨੇ ਪ੍ਰਸ਼ਨ ਕੀਤਾ ਕਿ ਉਹਨਾਂ ਨੂੰ ਕਿ ਤੁਸੀਂ ਬੜਾ ਯਾਨੀ ਕਿ ਪਹਿਲਾਂ ਕਿਤਾਬਾਂ ਤੁਸੀਂ ਖੁਦ ਯਾਨੀ ਕਿ ਛਪਵਾ ਕੇ ਪੈਸੇ ਇਕੱਠੇ ਕਰਕੇ ਤੁਸੀਂ ਵੇਚਦੇ ਰਹੇ ਹੋ। ਕਹਿੰਦੇ ਹਾਂ ਜਿੰਨਾ ਚਿਰ ਰਿਐਲਿਟੀ ਨਹੀਂ ਮਿਲੀ ਤੇ ਉਹਨਾਂ ਚਿਰ ਵੇਚਦੇ ਰਹੇ ਹਾਂ। ਇਹ 'ਚ ਕੀ ਉਹ ਹੈ, ਉਹ ਇਸ ਤਰ੍ਹਾਂ ਬੜੇ ਸਪਸ਼ਟ ਸੀ ਹਨਾ। ਮੈਂ ਉਹਨੂੰ ਦੇਖਿਆ ਉਹ ਗੱਲ ਲੁਕਾਉਂਦੇ ਨਹੀਂ ਸੀ ਕਦੀ ਵੀ ਹਨਾ। ਇਸ ਤਰ੍ਹਾਂ ਦੀ ਮੈਂ ਕਾਫੀ ਉਹਨਾਂ ਦੀਆਂ ਮੁਲਾਕਾਤਾਂ ਖੰਗਾਲੀਆਂ ਵੀ ਤੇ ਉਦੋਂ ਉਹਨਾਂ ਸੁਣਦੇ ਵੀ ਰਹਿੰਦੇ ਸੀ। ਸਿੱਧੀ ਸਪਸ਼ਟ ਗੱਲ, ਕੋਈ ਲੁਕੋ ਨਹੀਂ, ਕੋਈ ਉਹ ਨਹੀਂ ਹਨਾ। ਔਰ ਐਸੀ ਜਿਹੜੀ ਇਸ ਤਰ੍ਹਾਂ ਦੀ ਉਹਨਾਂ ਦਾ ਯਾਨੀ ਕਿ ਉਹਨਾਂ ਦੀ ਲਿਖਤਾਂ 'ਚ ਵੀ ਇਸ ਤਰ੍ਹਾਂ ਸੀਗਾ, ਯਾਨੀ ਕਿ ਇੱਕ ਮਲਵਈ ਸੱਭਿਆਚਾਰ ਦੇ ਯਥਾਰਥ ਨੂੰ ਜਿਸ ਤਰ੍ਹਾਂ ਬਾਰੀਕੀ ਨਾਲ ਉਹਨਾਂ ਨੇ ਪੇਸ਼ ਕੀਤਾ। ਮੈਂ ਮੰਨਦਾ ਹੁੰਦਾ ਕਿ ਗੁਰਦਿਆਲ ਸਿੰਘ ਔਰ ਰਾਮ ਸਰੂਪ ਅਣਖੀ ਯਾਨੀ ਕਿ ਉਸ ਆਪਣੇ ਇੱਕ ਸਮੇਂ ਦੇ ਦੋ ਯਾਨੀ ਕਿ ਇਸ ਤਰ੍ਹਾਂ ਨਾਵਲਕਾਰ ਹੋਏ ਨੇ, ਕਹਾਣੀਕਾਰ ਹੋਏ ਨੇ, ਜਿਨ੍ਹਾਂ ਨੇ ਮਲਵਈ ਸੱਭਿਆਚਾਰ ਨੂੰ ਬੜੀ ਬਰੀਕੀ ਨਾਲ ਪੇਸ਼ ਕੀਤਾ। ਤੇ ਔਰ ਮੈਨੂੰ ਰੀਅਲਿਸਟਿਕ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਰਾਮ ਸਰੂਪ ਅਣਖੀ ਦਾ ਜਿਹੜਾ ਯਾਨੀ ਕਿ ਪੇਸ਼ ਕਰਨ ਦਾ ਇੱਕ ਢੰਗ ਸੀਗਾ ਉਹ ਥੋੜਾ ਜਿਹਾ ਗੁਰਦਿਆਲ ਸਿੰਘ ਨਾਲੋਂ ਵਿਲੱਖਣ ਸੀਗਾ। ਉਹ ਆਪਾਂ ਕ੍ਰਾਂਤੀਪਾਲ ਸਾਹਿਬ ਨਾਲ ਵੀ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਉਹਨਾਂ ਦਾ ਯਥਾਰਥ ਹੈ ਜਿਹੜਾ ਉਹ ਕਿਸ ਤਰ੍ਹਾਂ ਵੱਖਰਾ ਸੀਗਾ ਹਨਾ। ਮਲਵਈ ਸੱਭਿਆਚਾਰ ਤੇ ਉਹ ਕਿਸ ਤਰ੍ਹਾਂ ਨੇੜੇ ਸੀਗੇ ਗੁਰਦਿਆਲ ਸਿੰਘ ਹੋਰੀ ਤੇ ਆਪਣਾ ਰਾਮ ਸਰੂਪ ਅਣਖੀ ਉਹਨੂੰ ਕਿਸ ਤਰ੍ਹਾਂ ਪੇਸ਼ ਕਰਦੇ ਨੇ। ਬਾਕੀ ਮੈਂ ਇਹ ਵੀ ਹੁਣ ਮੈਂ ਕਾਫੀ ਮੇਰਾ ਬਾਹਰਲੀਆਂ ਯਾਨੀ ਕਿ ਰਾਜਾਂ ਬਾਹਰਲੀਆਂ ਭਾਸ਼ਾਵਾਂ ਜਿਹੜੀਆਂ ਆਪਣੀਆਂ ਸਿੰਧੀ ਲਗਾ ਲਓ, ਗੁਜਰਾਤੀ ਲਗਾ ਲਓ, ਹੋਰ ਭਾਸ਼ਾਵਾਂ ਨਾਲ ਮੇਰਾ ਸੰਵਾਦ ਹਮੇਸ਼ਾ ਹੁੰਦਾ। ਤਾਂ ਮੈਂ ਕਾਫੀ ਪਰਚਿਆਂ 'ਚ ਉਹਨਾਂ ਦੀਆਂ ਯਾਨੀ ਕਿ ਕਹਾਣੀਆਂ ਮੈਂ ਪੜ੍ਹੀਆਂ। ਮੈਨੂੰ ਬੜੀ ਹੈਰਾਨੀ ਭਰੀ ਖੁਸ਼ੀ ਹੋਈ ਕਿ ਸਾਡੇ ਕਹਾਣੀਕਾਰਾਂ 'ਚ ਜਿਹੜੇ ਚੁਣਿੰਦਾ ਕਹਾਣੀਕਾਰਾਂ 'ਚ ਪੁਰਾਣੇ 'ਚ ਹਜੇ ਵੀ ਅਣਖੀ ਸਾਹਿਬ ਹੋਰਾਂ ਨੂੰ ਲੋਕ ਯਾਨੀ ਕਿ ਯਾਦ ਕਰਦੇ ਨੇ। ਮੈਂ ਕਾਫੀ ਸੰਗ੍ਰਹਿ ਦੇਖੇ, ਕਮਲੇਸ਼ਵਰ ਦਾ ਵੀ ਇੱਕ ਮੈਂ ਸੰਗ੍ਰਹਿ ਦੇਖਿਆ ਸੀ ਪਿੱਛੇ ਜਿਹੇ, ਤੇ ਉਹ 'ਚ ਵੀ ਉਹਨਾਂ ਦੀ ਕਹਾਣੀ ਸੀ ਤੇ ਕਹਾਣੀ ਕਲਾ ਬਾਰੇ ਵੀ ਕੁਛ ਸ਼ਬਦ ਤੇ ਲਿਖੇ ਹੋਏ ਸੀ ਹਨਾ। ਤੇ ਬਸ ਮੈਂ ਇੰਨਾ ਕਹਾਂਗਾ ਤੇ ਬਾਕੀ ਜੇ ਗੱਲਬਾਤ ਚੱਲੀ ਤਾਂ ਉਸ ਮੁਤਾਬਕ ਮੈਂ ਗੱਲਾਂ ਆਪਾਂ ਕਰਦੇ ਜਾਵਾਂਗੇ। ਤੇ ਮੈਂ ਕ੍ਰਾਂਤੀ ਹੋਰਾਂ ਨੂੰ ਮੈਂ ਇੱਕ ਦੋ ਗੱਲਾਂ ਵੀ ਜ਼ਰੂਰ ਪੁੱਛਣਾ ਚਾਹਾਂਗਾ। ਪਹਿਲਾਂ ਆਪਣੀ ਗੱਲ ਉਹਨਾਂ ਤੋਂ ਸੁਣਦੇ ਆ ਹਨਾ, ਬਾਅਦ 'ਚ ਉਸ ਮੁਤਾਬਕ ਮੈਂ ਡਿਟੇਲ 'ਚ ਇਹਨਾਂ ਨਾਲ ਡਾਕਟਰ ਕ੍ਰਾਂਤੀਪਾਲ ਉਹਨਾਂ ਦਾ ਜ਼ਿਕਰ ਕਰ ਰਹੇ ਸੀ। ਡਾਕਟਰ ਕਰਾਮਤ ਮੁਗਲ ਬੜੀ ਮੁਹੱਬਤ ਨਾਲ ਉਹਨਾਂ ਦੱਸਿਆ ਕਿ ਉਹਨਾਂ ਨੇ ਬਹੁਤ ਸ਼ੁਰੂ 'ਚ ਮੰਟੂ ਸਾਹਿਬ ਤੇ ਕੰਮ ਕੀਤਾ ਔਰ ਉਹਨਾਂ ਦੇ ਆਪਣੇ ਵੀ ਦੋ ਕਵਿਤਾ ਦੇ ਦੋ ਮਜਮੂਏ, ਦੋ ਕਿਤਾਬਾਂ ਆ ਚੁੱਕੀਆਂ ਨੇ। ਤੇ ਉਹ ਬਹੁਤ ਹੀ ਖੁਸ਼ੀ ਹੋਈ। ਤੇ ਉਹ ਐਸਾ ਲਾਉਣਾ ਚਾਹੁੰਦੇ ਸੀ ਕਿ ਉਹਨਾਂ ਦੇ ਕੋਈ ਤਾਲੀਮੀ ਬਾਰੇ ਪੰਜਾਬੀ ਪੜ੍ਹਾਉਂਦੇ ਨੇ, ਕੋਈ ਮੀਟਿੰਗ ਚੱਲ ਰਹੀ ਹੈ ਆਇੰਦਾ ਕਲਾਸਾਂ ਦੇ ਬਾਰੇ, ਤੇ ਮੈਂ ਵੀ ਚਾਹੁੰਦਾ ਕਿ ਜੋ ਵੀ ਸਾਰੇ ਹੋ ਕੇ ਤੁਹਾਨੂੰ ਜੁੜ ਜਾਣਗੇ। ਲੇਕਿਨ ਉਹ ਬਹੁਤ ਖੁਸ਼ ਹਨ ਤੁਹਾਡਾ ਸੁਣ ਕੇ ਤੁਸੀਂ ਜਾ ਰਹੇ ਹੋ। ਤੇ ਅਸੀਂ ਚਾਹਾਂਗੇ ਡਾਕਟਰ ਕ੍ਰਾਂਤੀਪਾਲ ਸਾਹਿਬ ਨਾਲ ਯਾਦਾਂ ਉਸ ਘਰ 'ਚ ਤੁਸੀਂ ਰਹੇ, ਇੱਕ ਤੁਹਾਨੂੰ ਫਖਰ ਹੁੰਦਾ ਹੈ ਇੰਨੇ ਵੱਡੇ ਤੁਸੀਂ ਪਿਓ ਦੇ ਪੁੱਤਰ ਹੋ। ਤੇ ਅਸੀਂ ਚਾਹੁੰਦੇ ਹਾਂ ਕਿ ਮਾਂ ਸਾਡੀ ਕੌਮ ਦਾ ਅੱਜ ਬਣਾਇਆ ਇਤਫਾਕ ਜੀ। ਮੈਂ ਸੁਬਾਹ ਨਾਲ ਇਹਦਾ ਲੋਗੋ ਬਣਾ ਰਿਹਾ ਸਾਂ ਸਰਕਾਰ ਦੇ ਨਾਂ ਤੇ ਰਾਮ ਸਰੂਪ ਅਣਖੀ ਸਾਂਝ ਸਭਾ ਦਾ, ਤੇ ਉਹ ਲੋਗੋ ਤਸਵੀਰਾਂ ਦੇ ਵਿੱਚ ਐਡਜਸਟ ਹੋ ਰਿਹਾ ਸੀ। ਤੇ ਜਦੋਂ ਅਸੀਂ ਚਾਰ ਕਰਕੇ ਵੇਖੀਆਂ ਤੇ ਲੋਗੋ ਨਾਲ ਦੀ ਪੱਗ ਤੇ ਆ ਗਿਆ। ਤੇ ਉਹ ਮੈਂ ਕਿਹਾ ਦੇਖੋ ਯਾਰ ਕੈਸਾ ਕਮਾਲ ਹੈ ਕਿ ਉਹ ਜਿੱਥੇ ਆਉਣਾ ਚਾਹੀਦਾ ਸੀ ਨਾ ਲੱਗ ਰਿਹਾ ਕਿ ਉੱਥੇ ਕੋਈ ਅਮਾਰ ਲੱਗਾ ਹੋਇਆ ਹੈ ਜੀ। ਇਹ ਬੈਚ ਲੱਗਿਆ ਹੋਇਆ ਜੀ, ਬੈਚ ਉਹਨਾਂ ਦੇ ਕੋਲ ਜਿੱਥੇ ਉਹਨਾਂ ਦਾ ਨਾਂ ਲਿਆ ਲੋਕਾਂ ਦੀ ਸੱਚਾਈ ਉਹਨਾਂ ਦੀ ਪੰਜਾਬੀ ਨਾਲ ਮੁਹੱਬਤ ਵਸਾਇਆ ਹੈ। ਤੇ ਅਸੀਂ ਜ਼ਰੂਰ ਚਾਹਾਂਗੇ ਕਿ ਉਹਨਾਂ ਦੀ ਕੋਈ ਯਾਦਾਂ ਸਾਂਝੀਆਂ ਕਰੋ ਡਾਕਟਰ ਸਾਹਿਬ। ਬਿਲਕੁਲ। ਆਵਾਜ਼ ਆ ਰਹੀ ਹੈ ਮੇਰੀ ਮਲਕ ਸਾਹਿਬ? ਹਾਂਜੀ ਬਹੁਤ ਵਧੀਆ ਆ ਰਹੀ ਹੈ। ਹਾਂਜੀ ਹਾਂ। ਸਭ ਤੋਂ ਪਹਿਲਾਂ ਤਾਂ ਤੁਹਾਡਾ ਮੈਂ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਸਾਨੂੰ ਇਸ ਮੰਚ ਤੇ ਅਣਖੀ ਸਾਹਿਬ ਹੋਰਾਂ ਨੂੰ ਤੁਸੀਂ ਯਾਦ ਕੀਤਾ। ਔਰ ਦੂਸਰਾ ਹੈ ਕਿ ਇਹਨਾਂ ਦਿਨਾਂ 'ਚ ਯਾਦ ਕੀਤਾ ਜਦੋਂ ਕਿ ਉਹਨਾਂ ਦਾ ਕੱਲ੍ਹ ਜਨਮ ਦਿਨ ਹੈ 28 ਤਰੀਕ ਨੂੰ। ਤੇ ਇੱਕ ਇਹ ਹੈ ਵੀ ਬੜੀ ਮੈਂ ਜਦੋਂ ਇਹ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਸੀ ਮੈਨੂੰ ਉਹਦੀ ਸੂਚਨਾ ਮਿਲਦੀ ਰਹਿੰਦੀ ਸੀਗੀ ਬੈਂਤ ਦੇ ਥਰੂ ਕਿ ਅਸੀਂ ਇੰਨਾ ਇਹ ਪ੍ਰੋਗਰਾਮ ਕਰ ਚੁੱਕੇ ਹਾਂ ਤੇ ਅੱਜ ਚੌਥਾ ਜਾਂ ਸ਼ਾਇਦ ਪੰਜਵਾਂ ਤੁਹਾਡਾ ਇਹ ਹੈਗਾ ਇਹ। ਉਹ ਮੈਂ ਸੋਚ ਰਿਹਾ ਸੀਗਾ ਇੱਥੇ, ਮੈਂ ਕਿਹਾ ਵੀ ਇਸ ਚੀਜ਼ ਦਾ ਜਿਹੜਾ ਹੈ ਵੀ ਉਹ ਦੋਨੇ ਮਤਲਬ ਕਿ ਜਿਹੜੀ ਮੁਹੱਬਤ ਹੈ ਕਿਸ ਤਰ੍ਹਾਂ ਦੀ ਬਣੀ ਹੋਈ। ਮੈਂ ਕਿਹਾ ਵੀ ਜੇ ਅਣਖੀ ਸਾਹਿਬ ਖੁਦ ਹੁੰਦੇ ਤਾਂ ਉਹਨੂੰ ਬੜਾ ਇਸ ਚੀਜ਼ ਦਾ ਉਹ ਮਹਿਸੂਸ ਕਰਦੇ ਵੀ ਦੇਖੋ ਮੇਰੀ ਵੀ ਕਿੱਥੇ ਤੱਕ ਮੇਰੀ ਗੱਲ ਹੋ ਰਹੀ ਹੈ। ਕਿਉਂਕਿ ਕਈ ਵਾਰ ਲੇਖਕ ਜਿਹੜਾ ਹੈ ਉਹ ਆਪਣਾ ਕੰਮ ਕਰਕੇ ਚਲਾ ਜਾਂਦਾ, ਉਹਦੀ ਅਗਲੀ ਨਸਲ ਜਿਹੜੀ ਹੈ ਉਹਨੂੰ ਯਾਦ ਕਰਦੀ ਹੈ।
ਔਰ ਬਿਲਕੁਲ। ਉਸਦਾ ਜਿਹੜਾ ਹੈ ਵੀ ਉਹ ਪਰ ਇੱਕ ਤਰ੍ਹਾਂ ਦਾ ਇਮੋਸ਼ਨਲ ਹੈ, ਜਿਹੜਾ ਕਿ ਮੈਂ ਉਹਦੇ ਬਾਰੇ ਸ਼ਬਦ ਮੇਰੇ ਕੋਲ ਬਹੁਤ ਘੱਟ ਨੇ, ਕਿਉਂਕਿ ਹੁਣ ਅਨਵਰ ਸਾਹਿਬ ਨੇ ਜਿਹੜੀ ਕਹਾਣੀ ਸੁਣਾਈ, ਬੜੀ ਪ੍ਰਤੀਕਾਤਮਕ ਕਹਾਣੀ ਸੁਣਾਈ, ਉਹ ਦੇਖੋ ਤੁਸੀਂ, ਉਹ ਪਤਾ ਨਹੀਂ ਉਹਨਾਂ ਨੇ ਪੜ੍ਹ ਕੇ ਸੁਣਾਈ ਹੈ ਜਾਂ ਜਿਵੇਂ ਸਟੋਰੀ ਟੈਲਿੰਗ ਉਹਨਾਂ ਨੇ ਇੱਕ ਆਮ ਕਹਾਣੀ ਸੁਣਾਈ ਹੈ, ਲੇਕਿਨ ਉਹ ਬੜੀ नहीं, मैं ਪ੍ਰਤੀਕਾਤਮਕ। किताब तो पढ़ के सुनाई, मैं आपकी किताब च पढ़ी है जी। ਚਲੋ ਜੀ। ਹਾਂ ਨਹੀਂ, ਲੇਕਿਨ ਤੁਸੀਂ ਪੜ੍ਹ ਕੇ, ਚਾਹੇ ਤੁਸੀਂ ਪੜ੍ਹ ਕੇ ਵੀ ਸੁਣਾਈ ਉਹ, ਪਰ ਉਹ ਐਂ ਲੱਗਦਾ ਸੀ ਤੁਸੀਂ ਸਾਡੇ ਨਾਲ ਗੱਲਾਂ ਕਰ ਰਹੇ ਹੋ, ਹੈ ਨਾ, ਵੀ ਇਹ ਬੜੀ ਮੁਕਾਲਮਾ ਲੱਗ ਰਿਹਾ। ਬਿਲਕੁਲ। ਹਾਂ, ਕਿਉਂਕਿ ਇਹ ਬੜੀ ਬਹੁਤ ਸਮੱਸਿਆ ਹੈ ਨਾ, ਕਿਉਂਕਿ ਜਿਹੜੀ ਹੈ ਨਾ ਕਹਾਣੀ ਪੜ੍ਹਨ ਨਾਲ ਸੰਬੰਧ ਰੱਖਦੀ ਹੈ, ਸੁਣਾਉਣ ਨਾਲ ਸੰਬੰਧ ਨਹੀਂ ਰੱਖਦੀ। ਪਰ ਜਦੋਂ ਤੁਸੀਂ ਉਹ ਮੈਨੂੰ ਸੁਣਾਈ ਕਹਾਣੀ, ਤਾਂ ਤੁਹਾਡੇ ਕਹਾਣੀ ਸੁਣਾਉਣ ਦਾ ਜਿਹੜਾ ਉਹਦਾ ਲਹਿਜਾ ਸੀ, ਜਾਂ ਜਿਹੜੀ ਤੁਸੀਂ ਸਿਮਰਤੀਆਂ ਨਾਲ ਸਾਨੂੰ ਜੋੜਤਾ, ਤਾਂ ਮੇਰੇ ਦਿਮਾਗ 'ਚ ਚੱਲ ਰਿਹਾ ਸੀ, ਮੈਨੂੰ ਮੈਂ ਭੁੱਲ ਹੀ ਗਿਆ ਵੀ ਤੁਸੀਂ ਕਹਾਣੀ ਸੁਣਾ ਰਹੇ ਸੀ। ਮੈਨੂੰ ਐਂ ਲੱਗ ਰਿਹਾ ਸੀ ਵੀ ਤੁਸੀਂ ਮੈਨੂੰ ਇੱਕ ਨਸੀਹਤ ਦੇ ਰਹੇ ਹੋ ਵੀ ਜੇ ਤੂੰ ਸਰਦਾਰ ਹੈ ਤਾਂ ਏਦਾਂ ਦਾ ਰੱਬ ਬਣ ਕੇ ਰਹਿ। ਮੈਨੂੰ ਏਦਾਂ ਲੱਗ ਸਰਦਾਰ ਦਾ ਮਤ ਤਾਂ ਤੁਹਾਨੂੰ ਪਤਾ ਹੀ ਹੈ, ਤੇ ਵੀ ਏਦਾਂ ਬਣ ਕੇ ਰਹਿ। ਹਾਂ, ਵੀ ਸਰਦਾਰੀ ਤਾਂ ਇਸੇ ਚੀਜ਼ 'ਚ ਹੀ ਹੁੰਦੀ ਹੈ। ਉਹ ਮੈਂ ਮਤਲਬ ਕਿ ਤੁਹਾਡੀ ਕਹਾਣੀ ਦੇ ਵਹਿਣ 'ਚ ਇੰਨਾ ਬਹਿ ਗਿਆ, ਮੈਨੂੰ ਐਂ ਲੱਗਣ ਲੱਗ ਗਿਆ ਵੀ ਜੇ ਵਾਕਈ ਅਸੀਂ ਸਰਦਾਰੀ ਰੱਖਣੀ ਹੈ ਤਾਂ ਆਹ ਚੀਜ਼ਾਂ ਦਾ ਤੁਹਾਨੂੰ ਘੱਟੋ ਘੱਟ ਧਿਆਨ ਰੱਖਣਾ ਪਏਗਾ। ਕਿਆ ਬਾਤ। ਮੈਂ ਇੱਕ ਗੱਲ ਕਰਨ ਦੀ ਇਜਾਜ਼ਤ ਚਾਹਾਂ ਕਿ ਮੇਰੀਆਂ 12 ਕਿਤਾਬਾਂ ਛਪੀਆਂ ਜਿਨ੍ਹਾਂ 'ਚ ਤਕਰੀਬਨ ਕੋਈ 200 ਤੋਂ ਉੱਤੇ ਕਹਾਣੀਆਂ ਨੇ। ਇਹ ਮੈਂ ਜਾਣ-ਬੁੱਝ ਕੇ ਕਹਾਣੀ ਇਸ ਮੰਚ ਵਾਸਤੇ ਚੂਜ਼ ਕੀਤੀ, ਆਪਦੇ ਤੁਹਾਡੇ ਦੋਸਤਾਂ ਨੂੰ ਸੁਣਾਉਣ ਵਾਸਤੇ। ਕਹਾਣੀਆਂ ਤਾਂ ਬਹੁਤ ਸਾਰੀਆਂ ਨੇ। ਨਹੀਂ, ਬਹੁਤ ਪਿਆਰੀ ਜੀ, ਹਾਂ ਸਾਰੀਆਂ, ਉਹ ਤਾਂ ਜੀ ਮਿਹਰਬਾਨੀ। ਮੈਂ ਤੁਹਾਡੇ ਇਹੀ ਸੀ ਗੱਲ ਨੂੰ ਅੱਗੇ ਲੈ ਕੇ ਜਾਂਦਾ। ਇਸ ਤਰ੍ਹਾਂ ਹੋਇਆ ਕਿ ਮੈਂ ਇੱਧਰ ਪੰਜਾਬ 'ਚ ਕੰਮ ਕਰਦੇ ਕਰਦੇ ਮੇਰੀ 22-23 ਸਾਲ ਪਹਿਲਾਂ ਸਿਲੈਕਸ਼ਨ ਹੋ ਗਈ ਸੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ, ਤੇ ਉੱਥੇ ਭਾਰਤ ਦੀਆਂ ਜਿਹੜੀਆਂ ਹੈਗੀਆਂ ਨੇਗੀਆਂ ਭਾਰਤ ਦੀਆਂ ਭਾਸ਼ਾਵਾਂ ਦਾ ਇੱਕ ਵਿਭਾਗ ਹੈ, ਲੇਕਿਨ ਉਹਦਾ ਬਦਕਿਸਮਤੀ ਨਾਲ ਉਹਦਾ ਜਿਹੜਾ ਨਾਮ ਹੈ ਉਹ ਮਾਡਰਨ ਇੰਡੀਅਨ ਲੈਂਗੁਏਜ ਹੈ। ਲੇਕਿਨ ਜਿਹੜੀਆਂ ਉਹ 'ਚ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਨੇ ਉਹ ਸਾਰੀਆਂ ਕਲਾਸਿਕ ਭਾਸ਼ਾਵਾਂ ਨੇ, ਜਿਵੇਂ ਤੇਲਗੂ ਹੈ, ਤਾਮਿਲ ਹੈ, ਮਰਾਠੀ ਹੈ, ਪੰਜਾਬੀ ਹੈ, ਕਸ਼ਮੀਰੀ ਹੈ, ਔਰ ਉਹਦੇ ਵਿੱਚ ਬੰਗਲਾ ਹੈ, ਮਲਿਆਲਮ ਹੈ। 7 ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਨੇ ਉਹਦੇ 'ਚ। ਤੇ ਇੱਕ ਵਾਰ ਇਸੇ ਤਰ੍ਹਾਂ ਹੀ ਉਹਨਾਂ ਨੇ ਅਣਕੀ ਸਾਹਿਬ ਨੂੰ ਬੁਲਾਇਆ, ਉੱਥੇ ਕੋਈ ਕਹਾਣੀ ਦਰਬਾਰ ਕਰਾਇਆ ਉਹਨਾਂ ਨੇ। ਅੱਛਾ। ਤੇ ਜਦੋਂ ਉਹਨਾਂ ਨੂੰ ਬੁਲਾਇਆ, ਉੱਥੇ ਕਹਾਣੀ ਦਰਬਾਰ ਕਰਾਇਆ, ਤਾਂ ਉਹ ਮੈਨੂੰ ਪੁੱਛਣ ਲੱਗ ਗਏ ਵੀ ਯਾਰ ਮੈਂ ਆਪਦੀ ਉੱਥੇ ਕਹਾਣੀ ਕਿਹੜੀ ਲੈ ਕੇ ਜਾਵਾਂ। ਅੱਛਾ ਜੀ। ਤੇ ਮੈਂ ਕਿਹਾ ਵੀ ਤੁਹਾਡੀਆਂ 150 ਤੋਂ ਉੱਪਰ ਮਤਲਬ ਕਿ ਉਦੋਂ, ਕਿਉਂਕਿ ਬਾਅਦ 'ਚ ਨਾਵਲ ਲਿਖਣ ਲੱਗ ਗਏ ਸੀ, ਉਹ ਅਫਸਾਨੇ ਲਿਖੇ। ਤੇ ਮੈਂ ਕਿਹਾ ਵੀ ਇਸ ਤਰ੍ਹਾਂ ਵੀ ਤੁਹਾਡੀਆਂ ਕਹਾਣੀਆਂ ਜਿਹੜੀਆਂ ਹੈਗੀਆਂ ਨੇ ਨਾ ਉਹ 150 ਤੋਂ ਉੱਪਰ ਨੇ, ਜਿਹੜੀ ਮਰਜ਼ੀ ਕਹਾਣੀ ਲੈ ਜਾਓ। ਉਹ ਕਹਿੰਦੇ ਵੀ ਮੈਂ ਉਹ ਗੱਲ ਕਰਕੇ ਭੁੱਲ ਗਿਆ। ਤੇ ਜਦੋਂ ਉਹ ਪਹੁੰਚੇ ਅਲੀਗੜ੍ਹ, ਤੇ ਉਹਨਾਂ ਨੇ ਆਪਣੇ ਬੈਗ ਦੇ ਵਿੱਚ ਇੱਕ ਕਹਾਣੀ ਪੜ੍ਹੀ। ਉਹ ਬੜੀ ਪੁਰਾਣੀ ਕਹਾਣੀ ਛਪੀ ਸੀ ਕਈ ਸਾਲ ਪਹਿਲਾਂ। ਉਹ ਬਲਕਿ ਜਿਹੜਾ ਸਾਰਾ ਬਟਵਾਰਾ ਹੈ, ਬਟਵਾਰੇ ਦੇ ਤੋਂ ਬਾਅਦ ਦੀ ਉਹ ਕਹਾਣੀ ਸੀ। ਉਹਦਾ ਕਹਾਣੀ ਦਾ ਨਾਂ ਸੀ ਤੂੰ ਵੀ ਮੋੜਾ ਸਦੀਕ। ਅੱਛਾ। ਤੇ ਉਹ ਕਹਾਣੀ ਉਹਨਾਂ ਨੇ ਬੈਗ 'ਚ ਪਾਈ ਹੋਈ ਸੀ, ਤੇ ਉੱਥੇ ਉਹਨਾਂ ਨੇ ਕਹਾਣੀ ਪੜ੍ਹਦੀ। ਕਹਾਣੀ ਦਾ ਥੋੜਾ ਜਿਹਾ ਬਰਤਾਂਤ ਇੰਨਾ ਵੀ ਸਾਡੇ ਪਰਿਵਾਰ ਦੇ ਵਿੱਚ ਉੱਥੇ ਧੌਲਾ ਜਿਹੜਾ ਸਾਡਾ ਪਿੰਡ ਹੈ, ਸਾਡੇ ਗੁਆਂਢ ਦੇ ਵਿੱਚ ਇੱਥੇ ਇੱਕ ਪਰਿਵਾਰ ਰਹਿੰਦਾ ਸੀਗਾ, ਜਿਹੜਾ 47 ਵੇਲੇ ਉੱਧਰ ਉਹ ਚਲਾ ਗਿਆ ਬਟਵਾਰੇ ਦੌਰਾਨ। ਤੇ ਉਹ ਉਹਨੂੰ ਕਹਿੰਦੇ ਨੇ ਵੀ ਜਦੋਂ ਉਹਨਾਂ ਨੂੰ ਐਂ ਲੱਗਣ ਲੱਗ ਗਿਆ ਵੀ ਅਖੀਰ ਦੇ ਵਿੱਚ ਥੋੜੇ ਜਿਹੇ ਹਾਲਾਤ ਠੀਕ ਹੋ ਗਏ, ਵੀ ਉੱਧਰਲੇ ਬੰਦੇ ਇੱਧਰ ਵਾਪਸ ਆ ਰਹੇ ਨੇ, ਉਹਨੂੰ ਕੋਈ ਦੱਸ ਦਿੰਦਾ ਹੈ। ਤੇ ਉਹ ਫਿਰ ਉਹਨੂੰ ਕਹਿੰਦਾ ਵੀ ਯਾਰ ਤੂੰ ਆ ਜਾ, ਵੀ ਕੋਈ ਗੱਲ ਨਹੀਂ ਹੈਗੀ, ਵੀ ਸਾਡੇ ਕੋਲ ਜ਼ਮੀਨ ਪਈ ਹੈ, ਵੀ ਤੇਰਾ ਘਰ ਆਪਾਂ ਐਂ ਕਰ ਦਾਂਗੇ, ਜ਼ਮੀਨ ਵੀ ਤੈਨੂੰ ਦਵਾ ਦਾਂਗੇ, ਵੀ ਤੂੰ ਬਸ ਮੋੜ ਆ ਕੇ ਮੈਨਾਂ ਕਰਕੇ, ਵੀ ਤੇਰੇ ਜਾਣ ਵਾਸਤੇ ਜਿਹੜਾ ਹੈਗਾ ਵੀ ਉਹ ਠਹਿਰ ਗਿਆ। ਤੇ ਮੈਂ ਉਹਨਾਂ ਨੂੰ ਜਦੋਂ ਕਹਾਣੀ ਉਹਨਾਂ ਨੇ ਪੜ੍ਹੀ, ਕਹਾਣੀ ਪੜ੍ਹਨ ਤੋਂ ਬਾਅਦ ਮੇਰੇ ਕੋਲ ਉਹ ਗੈਸਟ ਹਾਊਸ ਉਹਨਾਂ ਦਾ ਬੁੱਕ ਸੀ, ਤੇ ਮੇਰੇ ਕੋਲ ਆ ਕੇ ਉਹ ਰਹੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਕਹਾਣੀ ਬੜੀ ਇਹ ਚੁਣੀ, ਵੀ ਤੂੰ ਵੀ ਮੋੜਾ ਸਦੀਕ, ਇਹ ਕਹਾਣੀ ਲਿਆਏ ਇੱਥੇ। ਮੈਂ ਕਿਹਾ ਵੀ ਇਹ ਅਲੀਗੜ੍ਹ ਯੂਨੀਵਰਸਿਟੀ ਹੈਗੀ ਹੈ, ਵੀ ਤੁਸੀਂ ਮਤਲਬ ਵੀ ਤੁਹਾਡੇ ਮਨ 'ਚ ਕਿਵੇਂ ਆ ਗਿਆ ਵੀ ਮੈਂ ਇਹ ਕਹਾਣੀ ਤੋਂ ਵੀ ਹੋਰ ਬਹੁਤ ਜ਼ਿਆਦਾ ਅੱਛੀਆਂ ਕਹਾਣੀਆਂ ਨੇਗੀਆਂ, ਪਰ ਇਹ ਕਹਾਣੀ ਤੁਸੀਂ ਕਿਉਂ ਲੈ ਕੇ ਆਏ? ਇਹ ਉਹ ਮੈਨੂੰ ਉਹਨਾਂ ਨੇ ਇੱਕ ਹੋਰ ਕਹਾਣੀ ਇਹਦੇ ਵਿੱਚ ਬਣ ਗਈ ਜੀ। ਜਦੋਂ ਮੈਂ ਮੇਰੇ ਨਾਲ ਗੱਲ ਕੀਤੀ, ਮੈਨੂੰ ਕਹਿੰਦੇ ਹੁਣ ਸਦੀਕ ਤਾਂ ਇੱਥੇ ਆ ਨਹੀਂ ਸਕਦਾ ਵਾਪਸ, ਸਦੀਕ ਤਾਂ ਮੁੜ ਕੇ ਆ ਨਹੀਂ ਸਕਦਾ। ਕਹਿੰਦੇ ਵੀ ਮੈਂ ਉਹਦੇ ਵਿਹੜੇ 'ਚ ਇਹ ਕਹਾਣੀ ਤਾਂ ਪੜ੍ਹ ਕੇ ਸੁਣਾ ਸਕਦਾ।
ਬਹੁਤ ਜ਼ਬਰਦस्त ਬਿਲਕੁਲ ਆ ਗਏ ਬਹੁਤ ਵਧੀਆ। ਕਹਿੰਦੇ ਵੀ ਉਹ ਤਾਂ ਆ ਨਹੀਂ ਸਕਦਾ, ਕਮਾਲ। ਕਹਿੰਦੇ ਚਲ ਮੈਂ ਇੱਥੇ ਉਹ ਹੁਣ ਅੱਛਾ ਫੇਰ ਕੀ ਹੋਇਆ ਵੀ ਉਹ ਗੱਲ ਜਦੋਂ ਕਹਾਣੀ ਪੜ੍ਹੀ ਤਾਂ ਉੱਥੇ 3-4 ਲੈਫਟ ਦੇ ਬੰਦੇ ਸੀਗੇ ਜਿਹੜੇ ਉਹਨਾਂ ਨੇ ਕਹਾਣੀ ਬਾਰੇ ਕਿੰਤੂ ਪ੍ਰੰਤੂ ਸ਼ੁਰੂ ਕੀਤਾ, ਵੀ ਉਹ ਗੱਲਾਂ ਕਰਨ ਲੱਗੇ ਵੀ ਇਹ ਇਮੋਸ਼ਨਲ ਹੈ, ਆਦਰਸ਼ਵਾਦ ਹੈ, ਉਹ ਕਿਵੇਂ ਵਾਪਸ ਆ ਸਕਦਾ ਹੈ। ਤੇ ਮੈਂ ਉਹ ਹੈ ਮੇਰੇ ਮਿੱਤਰ ਸੀ ਉਹ, ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਇਹ ਜਿਹੜਾ ਸਦੀਕ ਆ ਉਹ ਵਾਪਸ ਤਾਂ ਆ ਸਕਦਾ, ਪਰ ਤੁਹਾਨੂੰ ਜਨਮ ਜਿਹੜਾ ਹੈਗਾ 1932 ਚ ਲੈਣਾ ਪਊਗਾ। ਹਾਂਜੀ ਜੇ ਤੁਸੀਂ 1932 ਹੈ ਨਾ ਸਮਝ, ਕਿਉਂਕਿ ਹੁਣ ਜਿਹੜੀ ਨਵੀਂ ਜਨਰੇਸ਼ਨ ਹੈ, ਕਿਉਂਕਿ ਜਿਹੜੇ ਜ਼ਖਮ ਨੇ ਉਹਨਾਂ ਦਾ ਇੱਕ ਅਹਿਸਾਸ ਹੈ ਤੇ ਉਹਨਾਂ ਦੇ ਅਹਿਸਾਸ ਹਾਂਜੀ। ਤੇ ਉਹ ਕਿਉਂਕਿ ਜਦੋਂ ਆਪਾਂ ਜਿਹੜੇ ਬੰਦੇ ਇੱਕ ਅੱਲਾਹ ਤਾਲਾ ਆਪਾਂ ਨੂੰ ਇੱਕ ਦਿੰਦਾ ਇਸ ਤਰ੍ਹਾਂ ਦਾ ਮੌਕਾ ਵੀ ਅਸੀਂ ਸਿਰਜਣ ਪ੍ਰਕਿਰਿਆ 'ਚ ਪੈ ਜਾਂਦੇ ਹਾਂ, ਅਸੀਂ ਕਹਾਣੀਆਂ ਲਿਖਣ ਲੱਗ ਜਾਂਦੇ ਹਾਂ, ਨਾਵਲ ਲਿਖਣ ਲੱਗ ਜਾਂਦੇ ਹਾਂ। ਤੇ ਇਹ ਰੂਹਾਂ ਦੇ ਜਿਹੜੇ ਹੈਗੇ ਨੇ ਉਹਨਾਂ ਦਾ ਕੋਈ ਨਹੀਂ ਹੈ ਇਸ ਤਰ੍ਹਾਂ ਦਾ ਵੀ ਅਸੀਂ ਉਹਨਾਂ ਨੂੰ, ਕਿਉਂਕਿ ਪਰਖ ਪਰਚੋਲ ਨਾਲ ਨਾ ਸਾਰੀ ਚੀਜ਼ ਖਤਮ ਹੋ ਜਾਂਦੀ ਹੈ। ਜਦੋਂ ਅਸੀਂ ਕਿਸੇ ਆਪਣੇ ਯਾਰ ਨੂੰ, ਦੋਸਤ ਨੂੰ ਵੀ ਪਰਖਣਾ ਸ਼ੁਰੂ ਕਰ ਦਈਏ ਤੇ ਉਹਦੇ ਵਿੱਚ ਕਮੀਆਂ ਸ਼ੁਰੂ ਹੋ ਜਾਂਦੀਆਂ ਨੇਗੀਆਂ। ਕਿਉਂਕਿ ਜਦੋਂ ਇਹ ਚੀਜ਼ਾਂ ਲਿਖੀਆਂ ਗਈਆਂ ਸੀਗੀਆਂ ਉਦੋਂ ਜਿਹੜਾ ਹੈਗਾ ਉਹ ਮੌਕਾ ਉਸ ਤਰ੍ਹਾਂ ਦਾ ਸੀਗਾ, ਜਿਵੇਂ ਉਹਨਾਂ ਨੇ ਮੈਂ ਦੇਖਿਆ ਉਹਨਾਂ ਦੇ ਨਾਵਲ ਤੇ ਕਹਾਣੀਆਂ ਵੀ ਜਿਹੜੇ ਮੈਂ ਕਦੇ ਦੇਖਦਾ ਹੁੰਦਾ ਵੀ ਇੱਕ ਜਿਹੜਾ ਕਲਚਰ ਹੈ ਨਾ, ਉਹ ਜ਼ਰੂਰੀ ਨਹੀਂ ਗਾ ਵੀ ਜਦੋਂ ਅਸੀਂ ਦੂਰ ਚਲੇ ਜਾਂਦੇ ਹਾਂ ਤਾਂ ਸਾਥੋਂ ਬਹੁਤ ਸਾਰੀਆਂ ਚੀਜ਼ਾਂ ਵੀ ਦੂਰ ਚਲੇ ਜਾਂਦੀਆਂ ਨੇਗੀਆਂ। ਅਸੀਂ ਜਿੰਨਾ ਦੂਰ ਚਲੇ ਜਾਂਦੇ ਹਾਂ, ਜਿਹੜੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਸਾਡੇ, ਉਹ ਉਨੀਆਂ ਵੱਧ ਸਾਨੂੰ ਤੰਗ ਕਰਦੀਆਂ, ਪਰੇਸ਼ਾਨ ਕਰਦੀਆਂ ਨੇ। ਜਿਵੇਂ ਹੁਣ ਅਣਖੀ ਸਾਹਿਬ ਦੇ ਜਿੰਨੇ ਵੀ ਨਾਵਲ ਨੇ, ਕਹਾਣੀਆਂ ਨੇ, ਉਹਨਾਂ ਦੇ ਵਿੱਚ ਇੱਕ ਖਾਸੀਅਤ ਜਿਹੜੀ ਹੈਗੀ ਆ, ਉਹ ਕਲੈਕਟਿਵ ਜਿਹੜਾ ਹੈ ਨਾ ਕਲਚਰ, ਸਾਂਝਾ ਜਿਵੇਂ ਅਸੀਂ ਸੱਭਿਆਚਾਰ, ਹਾਂ ਉਹਦੇ ਜ਼ਰੂਰ ਉਹ ਪ੍ਰਤੀਕ ਨੇ। ਮਤਲਬ ਕਿ ਇਸ ਤਰ੍ਹਾਂ ਦੀਆਂ ਕਈ ਮੈਂ ਕਦੇ ਕਦੇ ਸੋਚਦਾ ਹੁੰਦਾ ਗਾ ਵੀ ਸਾਡਾ ਨਾ ਜਿਹੜਾ ਪਰਿਵਾਰ ਸੀਗਾ ਇਹ ਪੰਡਤਾਂ ਦਾ ਪਰਿਵਾਰ ਹੈਗਾ। ਬ੍ਰਾਹਮਣ ਪਰਿਵਾਰ ਚ ਅਸੀਂ ਪੈਦਾ ਹੋਇਆ ਤੇ ਮਾਰਕੰਡਾ ਸਾਡਾ ਖਾਨਦਾਨ ਹੈ। ਤੇ ਮੇਰੇ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਗੋਸ਼ਤ ਬਹੁਤ ਪਸੰਦ ਸੀਗਾ। ਤੇ ਉਹ ਜਿਹੜਾ ਸਦੀਕ ਸੀਗਾ ਤੇ ਉਹ ਸਦੀਕ ਦੇ ਘਰੇ ਗੋਸ਼ਤ ਬਣਦਾ ਸੀਗਾ। ਇਹ ਫੇਰ ਉਹਦੇ ਘਰੇ ਵਗ ਜਾਂਦੇ ਇਹ ਖਾਣ। ਉਹਦੇ ਘਰੇ ਖਾ ਖੂ ਕੇ ਉਹਦੇ ਘਰੇ ਤੇ ਫਿਰ ਵਾਪਸ ਆ ਜਾਂਦੇ, ਜਾਂ ਕਿਤੇ ਈਦ ਹੁੰਦੀ ਜਾਂ ਹਨਾ ਰੋਜ਼ਿਆਂ ਦੇ ਦਿਨਾਂ ਵਿੱਚ ਕਿਤੇ ਚਲੇ ਜਾਂਦੇ, ਉੱਥੇ ਉਹਦੇ ਗੁਆਂਢ ਦੇ ਮਿੱਤਰ ਸੀ ਉੱਥੇ ਖਾ ਜਾਂਦੇ। ਮੈਂ ਮੇਰੇ ਬਜ਼ੁਰਗਾਂ ਨੂੰ ਕਿਹਾ, ਮੈਂ ਕਿਹਾ ਵੀ ਜਦੋਂ ਮੇਰੀ 98 ਦੇ ਵਿੱਚ ਸਿਲੈਕਸ਼ਨ ਹੋ ਗਈ ਅਲੀਗੜ੍ਹ ਯੂਨੀਵਰਸਿਟੀ 'ਚ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਗੋਸ਼ਤ ਦਾ ਸਦੀਕ ਦਾ ਤੁਸੀਂ ਖਾਧਾ ਤੇ ਕਰਜ਼ ਮੈਨੂੰ ਅਦਾ ਕਰਨਾ ਪੈ ਰਿਹਾ। ਮੁਸਲਿਮ ਯੂਨੀਵਰਸਿਟੀ ਪੜ੍ਹਾ ਰਹੇ ਜੀ ਮੈਂ ਉੱਥੇ ਤਾਲੀ। ਹਾਂਜੀ ਹਾਂ, ਮੈਨੂੰ ਹੋ ਗਏ 22-23 ਸਾਲ ਹੋ ਗਏ ਅੱਜ ਉਹ ਕਰਦਾ। ਔਰ ਤੁਹਾਡੇ ਦੋਸਤਾਂ ਦੀ ਗੱਲਬਾਤ ਸੀ, ਆਪਸ ਵਿੱਚ ਦੋਸਤਾਂ ਕੋਲ ਗੱਲ ਕਰਦੀ ਸੀ। ਹੈਲੋ, ਤੁਹਾਡੀ ਮੈਂ ਕਿਹਾ ਦੋਸਤਾਂ ਨਾਲ ਕੋਈ ਗੱਲਬਾਤ ਸੀ ਅਣਖੀ ਨਾਲ? ਉਹ ਕਹਿੰਦੇ ਤੁਹਾਡੀ ਦੋਸਤਾਨਾ ਸੰਬੰਧ ਸੀਗੇ ਅਣਖੀ ਸਾਹਿਬ ਨਾਲ? ਹਾਂ ਉਹ ਅਸਲ ਚ ਆਇਆ ਨਾ, ਜੇ ਦੋਸਤਾਨਾ ਸੰਬੰਧ ਸੀਗਾ ਮੇਰਾ ਫੇਰ ਹੀ ਸਫ਼ਰ ਤੈਅ ਹੋ ਚੁੱਕਿਆ। ਕਿਉਂਕਿ ਇੱਕ ਤਾਂ ਫਾਦਰ ਮੇਰੇ ਜਿਹੜੇ ਪਿਤਾ ਸ਼੍ਰੀ ਸੀ, ਉਹ ਦੋਸਤਾਨਾ ਦੇ ਨਾਲ ਇੱਕ ਮੈਂ ਦੂਰੀ ਤੇ ਸੀ ਨਾ, ਉਹੀ ਤੁਹਾਨੂੰ ਦੱਸੀ ਜਾਂਦਾ ਵੀ ਜੇ ਤਾਂ ਮੈਂ ਹਰ ਰੋਜ਼ ਹੀ ਉਹਨਾਂ ਦੇ ਸਾਹਮਣੇ ਨਾ ਹੋ ਸਕਦਾ, ਇੰਨਾ ਪਿਆਰ ਨਾ ਪੈਂਦਾ ਦੂਰ ਸੀਗਾ। ਤੇ ਦੂਸਰਾ ਅੱਛਾ ਉਹ ਇਸ ਤਰ੍ਹਾਂ ਦਾ ਸੀਗਾ ਵੀ ਉਹ ਇੱਕ ਰਚਨਾਕਾਰ ਸੀਗੇ ਤੇ ਮੈਂ ਆਦਮੀ ਨੂੰ ਪਿਆਰ ਕਰਨ ਵਾਲਾ ਬੰਦਾ ਸੀ। ਉਹਨਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਥੋੜਾ ਜਿਹਾ ਠੀਕ ਹੈ, ਮੇਰੀ ਗੱਲ ਸਮਝ ਸਕਦਾ, ਜਾਂ ਮੇਰੇ ਨਾਲ ਗੱਲ ਕਰ ਸਕਦਾ ਗਾ। ਬਿਲਕੁਲ ਸਾਡੇ ਪੰਗਾ ਇਹ ਹੈ ਨਾ ਵੀ ਸਾਡੇ ਸਾਰਾ ਪਰਿਵਾਰ ਆਦਮੀ ਨਹੀਂ ਨਾ ਹੁੰਦਾ ਹੈਗਾ, ਪਰਿਵਾਰ ਦਾ ਚੀਜ਼ਾਂ ਨੇ ਗਿਆ। ਹਾਂ, ਫਿਰ ਉਹ ਮੈਂ ਤੁਹਾਨੂੰ ਹੀ ਦੱਸ ਰਿਹਾ ਸੀ ਗੱਲ ਵੀ ਜਿਹੜੀ ਇੱਕ ਹੈ ਨਾ ਵੀ ਕਲਚਰਲ ਦੀ ਜਿਹੜੀ ਸਾਂਝ ਹੈ, ਜਿਹੜੀ ਮਨੁੱਖਤਾ ਦੀ ਸਾਂਝ ਹੈਗੀ ਉਹ ਬਹੁਤ ਵੱਡੀ ਸਾਂਝ ਆ ਉਹ। ਉਸਦੇ ਵਿੱਚ ਕੀ ਹੋਇਆ ਵੀ ਜਦੋਂ ਅਸੀਂ ਜਿਹੜਾ ਸਾਨੂੰ ਸਿਸਟਮ ਹੈ ਉਹ ਬਹੁਤ ਇਸ ਤਰ੍ਹਾਂ ਦੀਆਂ ਮਤਲਬ ਕਿ ਜਿਹੜੀਆਂ ਹੈਗੀਆਂ ਉਹ ਖੇਡਾਂ ਖੇਡਦਾ ਵੀ ਉਸ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਲੈ ਕੇ ਜਾਣਾ ਚਾਹੁੰਦਾ ਹੈਗਾ, ਪਰ ਸਾਡੀ ਆਪ ਦੀ ਸ਼ਕਤੀ ਹੈ ਜਾਂ ਸਾਨੂੰ ਕੋਈ ਹੈ ਵੀ ਜਿਹੜੇ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਨਹੀਂ ਜਾ ਸਕਦੇ। ਇਸੇ ਤਰ੍ਹਾਂ ਹੀ ਹੁਣ ਮੈਂ
ਜਿਹੜਾ ਉਹਨਾਂ ਦਾ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਇਹ ਇੱਥੇ ਤੱਕ ਪਹੁੰਚ ਕੇ ਵੀ ਅਣਖੀ ਸਾਹਿਬ ਨੇ ਜਿਹੜੇ 15-16 ਨਾਵਲ ਲਿਖੇ, 200 ਦੇ ਕਰੀਬ ਕਹਾਣੀਆਂ ਲਿਖੀਆਂ, ਤੇ ਬਾਅਦ ਚ ਪੱਤਰਿਕਾ ਉਹਨਾਂ ਨੇ ਕਹਾਣੀ ਪੰਜਾਬ ਸ਼ੁਰੂ ਕੀਤੀ। ਉਹ ਮੈਨੂੰ ਲੱਗਦਾ ਵੀ ਜਿਹੜਾ ਇਸ ਧਰਤੀ ਤੇ ਉਹ ਇਹ ਇੱਕ ਕੰਮ ਜਿਹੜਾ ਹੈ ਉਹ ਕਰਨਾ ਹੈ ਸੀ, ਉਹਨਾਂ ਨੂੰ ਤੋਂ ਹੀ ਕੋਈ ਬਖਸ਼ਿਸ਼ ਸੀ ਇਸ ਚੀਜ਼ ਦੀ ਵੀ ਉਹਨਾਂ ਨੇ ਇੱਕ ਪਿੰਡ ਚੋਂ ਉੱਠ ਕੇ ਹਨਾ ਵੀ ਉਹਨਾਂ ਨੇ ਉੱਥੇ ਕਹਾਣੀਆਂ ਜੋੜਨੀਆਂ ਸ਼ੁਰੂ ਕੀਤੀਆਂ। ਫਿਰ ਉਹਨਾਂ ਨੇ ਨਾਵਲ ਲਿਖੇ, 500 ਪੇਜ ਦੇ ਨਾਵਲ ਲਿਖੇ ਉਹਨਾਂ ਨੇ, ਔਰ ਪੰਜਾਬੀ ਦਾ ਬਹੁਤ ਵੱਡਾ ਪਾਠਕ ਵਰਗ ਉਹਨਾਂ ਨੇ ਪੈਦਾ ਕੀਤਾ। ਹਾਂ, ਲੇਕਿਨ ਉਹ ਅਖੀਰ ਦੇ ਵਿੱਚ ਜਿਹੜੀ ਉਹਨਾਂ ਦੀ ਬਲਕਿ ਜਿਹੜੀ ਲਾਸਟ ਜਿਹੜੀ ਉਹਨਾਂ ਦੀ ਕਲਮ ਸੀ ਜਿਹੜੀ ਉਹ ਜਿਹਦੇ ਨਾਲ ਉਹ ਇੱਕ ਆਮ ਸਧਾਰਨ ਜਿਹੜਾ ਮਨੁੱਖ ਹੈ ਉਹਦੇ ਨਾਲ ਉਹ ਹਮਦਰਦੀ ਉਹਦੇ ਨਾਲ ਜੁੜੀ ਹੋਈ ਸੀ ਉਹ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਉਹ ਇਸੇ ਕਰਕੇ ਉਹਨਾਂ ਦਾ ਸੁਭਾਅ ਵੀ ਇਸ ਤਰ੍ਹਾਂ ਦਾ ਸੀਗਾ। ਕਈ ਵਾਰ ਇਹ ਲੱਗਦਾ ਸੀਗਾ ਵੀ ਆਪਾਂ ਇਸ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਹਾਂ, ਆਪਾਂ ਨੂੰ ਲੱਗਦਾ ਵੀ ਇਹ 'ਚ ਕੱਢਣ ਪਾਉਣ ਨੂੰ ਕੀ ਹੈ, ਪਰ ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀਗਾ ਵੀ ਇਹ ਇੱਕ ਮਨੁੱਖ ਹੈ, ਇਹਦੇ 'ਚ ਕੱਢਣ ਪਾਉਣ ਨੂੰ ਬਹੁਤ ਕੁਛ ਹੈ। ਕਿਉਂਕਿ ਅਸੀਂ ਪਹਿਲੇ ਹੀ ਆਪਣੇ ਆਪ ਨੂੰ ਸੋਚ ਲੈਂਦੇ ਹਾਂ ਵੀ ਅਸੀਂ ਬਹੁਤ ਵੀ ਅਸੀਂ ਤਾਂ ਵੱਖਰੀ ਕਿਸਮ ਦੀ ਨਸਲ ਹਾਂ, ਤੇ ਲੇਕਿਨ ਅਸੀਂ ਉਹਨਾਂ ਨੂੰ ਮਿਲਦੇ ਹਾਂ ਤਾਂ ਫਿਰ ਉਹ ਉਹਨਾਂ ਦਾ ਮਤਲਬ ਕਿਸ ਤਰ੍ਹਾਂ ਦਾ ਪਤਾ ਲੱਗਦਾ ਹੈਗਾ। ਫਿਰ ਇਹ ਹੈ ਵੀ ਮੈਨੂੰ ਇੱਕ ਹੋਰ ਵੀ ਹੈ ਕਿ ਉਹਨਾਂ ਦੀ ਨਾ ਇੱਛਾ ਬਹੁਤ ਸੀ ਪਾਕਿਸਤਾਨ ਆਉਣ ਦੀ। ਮੈਨੂੰ ਦੱਸਦੇ ਹੁੰਦੇ, ਕਹਿੰਦੇ ਮੇਰੀ ਬੜੀ ਇੱਛਾ ਹੈ, ਕਿਉਂਕਿ ਉਹ ਕਾਰਨ ਕੀ ਸੀ, ਉਹਨਾਂ ਦੀ ਤਾਲੀਮ ਸੀ ਜਿਹੜੀ ਉਰਦੂ ਭਾਸ਼ਾ 'ਚ ਸੀਗੀ ਉਹ, ਤੇ ਉਹਨਾਂ ਨੇ ਸ਼ੁਰੂ ਦੇ ਵਿੱਚ ਜਿੰਨਾ ਵੀ ਮਤਲਬ ਕਿ ਉਹਨਾਂ ਨੇ ਕਹਾਣੀਆਂ ਵਗੈਰਾ ਪੜ੍ਹੀਆਂ ਤਾਂ ਉਹ ਮੇਰੇ ਕੋਲ ਹੁਣ ਵੀ ਉਹਨਾਂ ਦਾ ਖਜ਼ਾਨਾ ਪਿਆ ਹੈਗਾ। ਉਹ ਸਾਰੀਆਂ ਪੱਤਰਕਾਵਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਇਹਦੇ 'ਚ ਇੱਧਰੋਂ ਛਪ ਕੇ ਆਉਂਦੀਆਂ ਹੁੰਦੀਆਂ ਬਹੁਤ ਸਾਰੀ ਦੇਰ ਤੱਕ। ਤਾਂ ਇਲਿਆਸ ਘੁੰਮਣ ਸਾਹਿਬ ਨੇ ਉਹ ਭੇਜਦੇ ਰਹੇ ਉਹਨਾਂ ਨੂੰ, ਫਿਰ ਉਹ ਚੁਗਤਾਈ ਸਾਹਿਬ ਨੂੰ ਉਹ ਭੇਜਦੇ ਰਹੇ, ਇੱਕ ਪ੍ਰੋਫੈਸਰ ਆਸ਼ਕ ਰਹੀਲ ਸਾਹਿਬ ਨੇ ਉਹ ਭੇਜਦੇ ਰਹੇ। ਹਾਂ, ਇੱਕ ਉਹ ਪੰਖੀਰੂ ਪੱਤਰਿਕਾ ਕੱਢਦੇ ਹੁਸੈਨ ਸਾਹਿਬ ਸ਼ਾਇਦ, ਜਿਹਨੇ ਪੂਰੇ ਹੋ ਗਏ ਹੁਣ ਉਹ, ਇੱਕ ਉਹਨਾਂ ਨੇ ਕਾਫੀ ਹੁਸੈਨ ਅਲੀ ਸਾਹਿਬ ਕਹਿ ਰਹੇ ਸੀ ਕੁਝ ਆਵਾਜ਼ ਬੰਦ ਸੀ ਤੁਹਾਡੀ ਜੀ। ਅਲੀ ਕੀ ਕਹਿ ਰਹੇ ਸੀ? ਅੱਛਾ ਆਵਾਜ਼ ਇੱਕ ਪਖੇਰੂ ਪਰਚਾ ਹੈ, ਬੱਚਿਆਂ ਦਾ ਬਾਲ ਪਰਚਾ ਹੈ, ਉਹ ਅਸ਼ਰਫ ਸਹੇਲ ਸਾਹਿਬ ਛਾਪਦੇ ਨੇ, ਤੇ ਕੋਈ ਵੱਡਿਆਂ ਵਾਸਤੇ ਅਗਰ ਪਖੇਰੂ ਹੈ ਤੇ ਉਹ ਫਿਰ ਹੁਸੈਨ ਸ਼ਾਦ ਜਾਂ ਹੁਸੈਨ ਸ਼ਾਹਿਦ ਹੋਣਗੇ। ਹਾਂ ਉਹ ਸੀ। ਜੀ ਉਹਨਾਂ ਨੇ ਕਾਫੀ ਭੇਜਿਆ। ਇੱਕ ਪ੍ਰੋਫੈਸਰ ਆਸ਼ਕ ਰਹੀਲ ਸਾਹਿਬ ਬਾਹਰ ਰਹਿੰਦੇ ਨੇ ਜੀ, ਆਸ਼ਿਕ ਸਾਹਿਬ ਦਾ ਬੜਾ ਕੰਮ ਹੈ ਜੀ, ਆਸ਼ਿਕ ਰਹੀਲ ਸਾਹਿਬ ਦਾ ਵੀ। ਹਾਂ ਫਿਰ ਉਹ ਇਲਿਆਸ ਘੁੰਮਣ ਸਾਹਿਬ ਇੱਕ ਉਹ ਤੁਹਾਡਾ ਬੜਾ ਮੋਟਾ ਅੰਕਨ ਕੱਢਦੇ ਸੀ, ਉਹ 2 ਇੰਚ ਛਾਪਦਾ ਸੀ, ਉਹਦਾ ਨਾਮ ਸਾਹਤ ਸੀ। ਸਾਹਤ ਹਾਂ ਉਹ ਭੇਜਿਆ ਉਹਨਾਂ ਨੇ ਕਾਫੀ ਉਹ ਸਾਹਤ ਜੀ ਬੜਾ ਵੱਡਾ ਸੀ, ਬਹੁਤ 1000 ਸਫੇ ਦਾ ਸੀ। ਹਾਂ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਉਸ ਸਮੇਂ ਉਹਨਾਂ ਨੇ ਨਾ, ਕਿਉਂਕਿ ਕੁਲਵਕਤੀ ਲੇਖ ਹੋ ਗਏ ਸੀ ਇੱਕ ਤਰ੍ਹਾਂ ਨਾਲ, ਉਹਨਾਂ ਨੇ ਕਾਫੀ ਅਨੁਵਾਦ ਕੀਤੀਆਂ। ਜਗਬਾਣੀ ਇੱਧਰ ਪੱਤਰਕ ਜਿਹੜਾ ਅਖਬਾਰ ਛਪਦਾ ਉਹਦੇ ਵਿੱਚ, ਤੇ ਨਾਵਲ ਜਮੀਲਾ ਹਾਸ਼ਮੋ ਸ਼ਾਇਦ ਕੀ ਉਹਨਾਂ ਦਾ ਨਾਮ ਹੈ, ਜਮੀਲਾ ਹਾਸ਼ਮੀ ਦਾ ਨਾਮ ਕੀ ਉਹਨਾਂ ਦਾ ਆਂਗਨ ਕੋਈ ਏਦਾਂ ਦਾ ਉਰਦੂ ਰਾਈਟਰ ਉਹ ਜੀ ਹਾਂ, ਉਹਦਾ ਪੰਜਾਬੀ ਵਿੱਚ ਤਰਜਮਾ ਕੀਤਾ। ਹਾਂ ਪੰਜਾਬੀ 'ਚ ਤਰਜਮਾ ਕੀਤਾ, ਉਹ ਲਗਾਤਾਰ ਇੱਥੇ ਛਪਦਾ ਰਿਹਾ ਇੱਧਰ ਪੰਜਾਬ ਦੇ ਵਿੱਚ। ਅੱਛਾ, ਪੰਜਾਬੀ ਤਰਜਮਾ ਹੋਇਆ ਨਾ ਜੀ। ਹਾਂ ਤੇ ਉਹ ਇਸ ਤਰ੍ਹਾਂ ਦਾ। ਹਾਂ ਤੇ ਉਹ ਨਾ ਉਹ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਕਈ ਵਾਰ ਇਹ ਹੈ ਤਾਂ ਮੇਰੀ ਆਪਣੀ ਪਰਸਨਲ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਸਾਡਾ ਕੋਈ ਰਿਸ਼ਤਾ ਹੈ, ਬਲਕਿ ਇਹਦਾ ਭਾਵ ਕੋਈ ਇਸ ਤਰ੍ਹਾਂ ਦਾ ਇਸ ਤੁਸੀਂ ਧਰਮ ਨਾਲ ਲਾਲੋ, ਇਸ ਕਾਇਨਾਤ ਨਾਲ ਲਾਲੋ, ਸਾਡਾ ਕੋਈ ਰਿਸ਼ਤਾ ਜ਼ਰੂਰ ਹੈ, ਜਿਸ ਕਰਕੇ ਜੋਤ ਜਿਹੜੀ ਹੈਗੀ ਹੈ ਮਤਲਬ ਕਿ ਚੱਲ ਰਹੀ ਹੈ, ਪ੍ਰਗਟ ਹੋ ਰਹੀ ਹੈ। ਤੇ ਉਹ ਜਦੋਂ ਗਏ ਤਾਂ ਫਿਰ ਉਹ ਸਾਡੇ ਘਰ ਦੇ ਵਿੱਚ ਨਾ ਇਸਲਾਮ ਦਾ ਕਾਫੀ ਪ੍ਰਭਾਵ ਸੀਗਾ, ਕਿਉਂਕਿ ਉਹ ਪੀਰਾਂ ਫਕੀਰਾਂ ਦਾ ਕਾਰਨ ਕਰਕੇ ਫਿਰ ਚਿਰਾਗ ਸਾਡੇ ਘਰ ਪਤਾ ਚੱਲਿਆ ਵੀ ਜਲਦੇ ਰਹੇ ਨੇਗੇ। ਤੇ ਮੇਰੀ ਗ੍ਰੈਂਡ ਮਦਰ ਮੇਰੀ ਦਾਦੀ ਕਾਫੀ ਮੰਨਦੀ ਰਹੀ ਹੈ। ਫਿਰ ਤੁਸੀਂ ਸੋਚੋਗੇ ਕਿ ਮੇਰਾ ਵਿਆਹ ਹੈ ਉਹ 93 ਦੇ ਵਿੱਚ ਹੋਇਆ, 1993 ਤੇ ਮੈਨੂੰ ਨੌਕਰੀ ਮਿਲੀ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ 98 ਦੇ ਵਿੱਚ, ਤੇ ਮੇਰਾ ਨਾ ਫਰਜ਼ੰਦਾ ਉਹ 94 ਚ ਹੋਇਆ, ਤੇ ਉਹਨਾਂ ਨੇ ਇਹਦਾ ਨਾਮ ਮੁਬਾਰਕ ਰੱਖਤਾ। ਮੁਸਲਮਾਨਾਂ ਵਾਲਾ ਨਾਮ। ਤੇ ਉਹ ਜਦੋਂ ਮੁਬਾਰਕ ਉਹਨੇ ਰੱਖਤਾ ਤੇ ਉਹ
ਕਹਿੰਦੇ ਵੀ ਮੈਂ ਜਦੋਂ ਅਲੀਗੜ੍ਹ ਗਿਆ ਤਾਂ ਮੇਰੇ ਸਿਰ ਤੇ ਹੁਣ ਕਿਹੜਾ ਪੱਗ ਸੀ ਉਹਨਾਂ ਨੂੰ, ਤੇ ਉਹ ਜਦੋਂ ਮੈਂ ਉਹਨੂੰ ਦੱਸਦਾ ਮੇਰੇ ਨਾਲ, ਮੈਨੂੰ ਸਾਰੇ ਦੁਆ ਸਲਾਮ ਕਰਦੇ ਬੰਦੇ ਉਹ, ਤੇ ਦੁਆ ਸਲਾਮ ਕਰਨ ਤੋਂ ਬਾਅਦ ਤੇ ਕਈ ਵਾਰ ਇਦਾਂ ਦਾ ਵੀ ਹੁੰਦਾ ਵੀ ਮੈਂ ਬਾਜ਼ਾਰ 'ਚ ਜਾਂਦਾ ਕਿਸੇ ਮਾਰਕੀਟ ਦੇ ਵਿੱਚ, ਮੈਨੂੰ ਕੋਈ ਕੰਮ ਹੁੰਦਾ ਜਾਂ ਫਰਜ਼ ਕਰੋ ਕਿ ਮੈਂ ਆਪਦੀ ਕੋਈ ਚੀਜ਼ ਘੜੀ ਵਗੈਰਾ ਸਵਾਰ ਲਈ ਦਿੰਦਾ, ਤਾਂ ਉਹ ਬੰਦਾ ਮੈਨੂੰ ਕਹਿ ਦਿੰਦਾ, ਜੇ ਫਰਜ਼ ਮੈਂ ਸਵੇਰੇ ਜਾਂਦਾ 10 ਕੁ ਵਜੇ, ਉਹ ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਨਮਾਜ਼ ਤੋਂ ਬਾਅਦ ਆ ਜਾਣਾ ਤੇ ਲੈ ਜਾਣਾ। ਤੇ ਉਹ ਐ ਹੋਣਾ ਵੀ ਹਾਂ ਤੇ ਉਹਨੂੰ ਐ ਹੋਣਾ ਵੀ ਇਹ ਬੰਦਾ ਵੀ ਬੰਦਾ ਜਾਊਗਾ ਨਮਾਜ਼ ਪੜ੍ਹ ਕੇ ਫਿਰ ਅੱਗੇ ਚੀਜ਼ਾਂ ਲੈ ਜਾਊਗਾ। ਤੇ ਆਈ ਮੇਰਾ ਯੂਨੀਵਰਸਿਟੀ ਦੇ ਵਿੱਚ ਚੱਲਿਆ ਸ਼ੁਰੂ 'ਚ। ਤੇ ਉਹ ਜਦੋਂ ਮੈਨੂੰ ਉਹ ਬੰਦੇ ਪੁੱਛਦੇ ਕਿ ਤੁਹਾਡਾ ਨਾਂ ਕੀ ਹੈ, ਤਾਂ ਨਾਂ ਤੋਂ ਬੰਦੇ ਦਾ ਫਿਰ ਥੋੜਾ ਜਿਹਾ ਚਿਹਰਾ ਰੰਗ ਉਹਦਾ ਫਿੱਕਾ ਜਿਹਾ ਪੈ ਜਾਂਦਾ, ਪਰ ਉਹ ਇੱਕ ਵਾਰ ਜ਼ਰੂਰ ਉਹ ਕਈ ਵਾਰ ਏਦਾਂ ਵੀ ਹੁੰਦਾ ਵੀ ਮੈਂ ਯੂਨੀਵਰਸਿਟੀ ਵਿੱਚ ਤੁਰਿਆ ਜਾਂਦਾ ਹੁੰਦਾ ਤੇ ਮੈਨੂੰ ਨਾ ਸਾਰੇ ਬੰਦੇ ਦੁਆ ਸਲਾਮ ਕਰਦੇ ਆ, ਤੇ ਵਿੱਚ ਦੇ ਕੋਈ ਬੰਦਾ ਆ ਕੇ ਮੈਨੂੰ ਬੋਲਦਾ ਨਮਸਕਾਰ, ਉਹ ਮੈਨੂੰ ਨਾ ਐਂ ਲੱਗਦਾ ਜਿਵੇਂ ਮੇਰੇ ਕਿਸੇ ਨੇ ਤੀਰ ਮਾਰਿਆ ਹੋਵੇ। ਤੇ ਮੈਂ ਫਿਰ ਉਹ ਸੋਚਦਾ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ, ਇਹ ਕਿਵੇਂ ਨਮਸਕਾਰ ਮੈਨੂੰ ਬੁਲਾਈ ਜਾਂਦਾ। ਸਾਡਾ ਕਲਚਰ ਤਾਂ ਇੱਥੇ ਸਲਾਮ ਦਾ ਹੈ, ਇਹ ਮੈਨੂੰ ਜਿਹੜਾ ਨਮਸਕਾਰ ਬੁਲਾ ਰਿਹਾ ਹੈ ਤੇ ਇਹ ਮੈਨੂੰ ਮਤਲਬ ਕਿ ਤੰਗ ਕਰ ਰਿਹਾ ਜਾਂ ਛੇੜ ਰਿਹਾ ਹੈ ਮੈਨੂੰ, ਕੀ ਕਰ ਰਿਹਾ ਹੈ, ਕਿਸ ਤਰ੍ਹਾਂ ਪਹਿਚਾਨ ਲਿਆ। ਹਾਂ ਨਹੀਂ ਉਹ ਮਤਲਬ ਕਿ ਉਹ ਤਾਂ ਮੈਂ ਤੁਹਾਨੂੰ ਹੀ ਦੱਸ ਰਿਹਾ ਸੀ ਵੀ ਜਦੋਂ ਮੈਂ ਉੱਥੇ ਗਿਆ ਤਾਂ ਮੈਨੂੰ ਇੱਕੋ ਮੇਰਾ ਫਰਜ਼ੰਦਾ ਬੇਟਾ ਉਹ, ਤੇ ਮੈਨੂੰ ਉਹ ਪੁੱਛਣ ਵੀ ਕੀ ਨਾਂ ਕੀ ਹੈ ਵੀ ਇਹਦਾ, ਤੇ ਮੈਂ ਕਿਹਾ ਵੀ ਇਹਦਾ ਨਾਂ ਮੁਬਾਰਕ ਹੈ। ਤੇ ਉਹ ਫਿਰ ਇਹੀ ਸਵਾਲ ਕਰਨ ਵੀ ਲੈ ਤੁਸੀਂ ਇਹਦਾ ਨਾਮ ਮੁਬਾਰਕ ਕਿਵੇਂ ਰੱਖਿਆ ਗਿਆ, ਤੁਸੀਂ ਤਾਂ ਸ਼ਰਮੇ ਪੰਡਤ ਹੁੰਦੇ ਹੋ। ਵੀ ਅਣਖੀ ਸਾਹਿਬ ਦਾ ਨਾਂ, ਜਿਵੇਂ ਹੁਣ ਵੀ ਅਣਖੀ ਸਾਹਿਬ ਦਾ ਨਾਮ ਰਾਮ ਸਰੂਪ ਅਣਖੀ, ਤੇ ਉਹ ਦਾੜੀ ਰੱਖਦੇ ਨੇ ਤੇ ਪੱਗ ਬੰਨ੍ਹਦੇ ਨੇ। ਤੇ ਮੈਨੂੰ ਕਹਿੰਦਾ ਵੀ ਤੂੰ ਜਿਹੜਾ ਹੈਗਾ ਵੀ ਤੂੰ ਠੀਕ ਹੈ ਵੀ ਬ੍ਰਾਹਮਣ ਹੈਗਾ, ਪਰ ਕਰਮ ਤੂੰ ਤਾਂ ਬ੍ਰਾਹਮਣ ਲੱਗਦਾ ਨੀ ਗਾ। ਤੇ ਫਿਰ ਕਹਿੰਦਾ ਵੀ ਬੱਚੇ ਦਾ ਨਾਂ ਜਿਹੜਾ ਹੈ ਤੁਸੀਂ ਮੁਬਾਰਕ ਰੱਖਿਆ। ਉਹ ਫਿਰ ਬੰਦੇ ਨੂੰ ਐਂ ਲੱਗਦਾ ਵੀ ਯਾਰ ਇਹ ਬੰਦੇ ਡੁਪਲੀਕੇਟ ਨੇ ਬੰਦੇ ਹਾਂ। ਤੇ ਉਹ ਫਿਰ ਬੰਦਾ ਮੈਨੂੰ ਕਹਿੰਦਾ ਵੀ ਤੁਸੀਂ ਇਹਦਾ, ਮੈਂ ਫਿਰ ਉਹਨੂੰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਨਹੀਂ, ਉਹ ਅਸਲ 'ਚ ਕਾਰਨ ਕੀ ਹੋਇਆ ਨਾ, ਇਹ ਜੀਵਨ 2-3-25 ਸਾਲ ਦੀ ਇੱਕ ਥੋੜੀ ਜਿਹੀ ਕਹਿੰਦੇ ਹੁੰਦੇ ਨੇ ਵੀ ਇੱਕ ਸਦੀ ਦੀ ਉਮਰ 25 ਸਾਲ, ਇੱਕ ਜਨਰੇਸ਼ਨ 25 ਸਾਲ ਉਮਰ ਇੱਕ ਜਨਰੇਸ਼ਨ ਦੀ। ਤੇ ਮੇਰੀ ਹੁਣ ਉਮਰ ਜਿਹੜੀ ਹੈਗੀ ਆ ਉਹ 53 ਦੀ ਹੈ। ਤੇ ਮੈਂ ਤੇ ਮੈਂ ਸੋਚਦਾ ਹੁੰਦਾ, ਮੈਂ ਕਿਹਾ ਵੀ 53 ਤੱਕ ਆ ਕੇ 3 ਗਲਤੀਆਂ ਤਾਂ ਬਹੁਤ ਵੱਡੀਆਂ ਮੈਂ ਕਰ ਲਈਆਂ, ਤੇ ਇਸ ਤੋਂ ਬਾਅਦ ਨਾ ਕੋਈ ਗਲਤੀ ਹੋਵੇ। ਉਹ ਗਲਤੀ ਇਹ ਹੋ ਗਈ ਵੀ ਜਦੋਂ ਮੇਰਾ ਵਿਆਹ ਹੋਇਆ 93 'ਚ, ਉਦੋਂ ਪੰਜਾਬ ਦੇ ਵਿੱਚ ਇੱਕ ਮਤਲਬ ਕਿ ਸੰਕਟ ਦੀ ਲਹਿਰ ਚੱਲ ਰਹੀ ਸੀਗੀ। ਤੇ ਜਦੋਂ ਮੈਂ ਅਲੀਗੜ੍ਹ ਯੂਨੀਵਰਸਿਟੀ ਗਿਆ ਤਾਂ ਭਾਰਤ ਵਿੱਚ ਇੱਕ ਸੰਕਟ ਦੀ ਲਹਿਰ ਚੱਲ ਰਹੀ ਸੀ। ਤੇ ਉਹ ਹੋਇਆ ਕੀ ਵੀ 93 ਵਿੱਚ ਤਾਂ ਮੈਂ ਬ੍ਰਾਹਮਣ ਹੋ ਕੇ ਸਿੱਖਾਂ ਦੀ ਕੁੜੀ ਨਾਲ ਵਿਆਹ ਕਰਾ ਲਿਆ। ਅੱਛਾ। 93 ਚ ਬ੍ਰਾਹਮਣ ਹੋ ਕੇ ਸਿੱਖਾਂ ਦੀ ਕੁੜੀ ਨਾਲ ਵਿਆਹ ਕਰਾ ਲਿਆ, ਤੇ 98 ਦੇ ਵਿੱਚ ਮੁਸਲਿਮ ਕਲਚਰ ਦੇ ਵਿੱਚ ਜਾ ਕੇ ਮੈਂ ਨੌਕਰੀ ਕਰਨ ਲੱਗ ਗਿਆ। ਮੜ ਕੇ ਵੀ 3 ਧਰਮ ਮੇਰੇ ਇੱਥੇ ਮੋਢਿਆਂ ਤੇ, ਹਿੰਦੂ, ਮੁਸਲਮਾਨ ਤੇ ਸਿੱਖ, ਉਹ ਬੈਠੇ ਰਹਿੰਦੇ ਨੇਗੇ। ਮੈਂ ਉਹਨੂੰ ਫਿਰ ਬੰਦੇ ਨੂੰ ਕਿਹਾ ਜਿਹੜਾ ਪੁੱਛਦਾ ਸੀਗਾ ਵੀ ਤੁਸੀਂ ਡੁਪਲੀਕੇਟ ਹੋ, ਮੈਂ ਕਿਹਾ ਵੀ ਡੁਪਲੀਕੇਟ ਬੰਦੇ ਇਹੋ ਜਿਹੇ ਹੈਗੇ, ਤੇ ਕਿਉਂਕਿ ਜੇ ਤਾਂ ਤੂੰ ਇਹ ਹੁਣ 3 ਧਰਮਾਂ ਦੀ ਮੁਹੱਬਤ ਆ, ਤੈਨੂੰ ਥੋੜੀ ਬਹੁਤ ਮੁਹੱਬਤ ਮਿਲੀ ਹੋਵੇ, ਫਿਰ ਤਾਂ ਇਹਨਾਂ ਦਾ ਜਿਹੜਾ ਹੈ ਨਾ ਤੁਸੀਂ ਇਹਦੀ ਖੁਮਾਰੀ ਚੜ੍ਹ ਸਕਦੀ ਹੈ, ਨਹੀਂ ਤਾਂ ਫਿਰ ਉਹ ਹੈ ਇਸ ਤਰ੍ਹਾਂ ਰੱਖਾ। ਤੇ ਮੈਂ ਇਹ ਸਾਰੇ ਪਿੱਛੇ ਦਾ ਜਿਹੜਾ ਮੇਰਾ ਪੂਰਾ ਜਿਹਨੂੰ ਕਹਿੰਦੇ ਨੇ ਵਿਅਕਤਿਤਵ ਹੈ, ਇਹਦੇ ਪਿੱਛੇ ਸਭ ਤੋਂ ਵੱਡੀ ਦੇਣ ਉਸ ਸਧਾਰਨ ਮਨੁੱਖ ਦੀ ਹੈ, ਰਾਮ ਸਰੂਪ ਅਣਖੀ ਦੀ, ਜਿਨ੍ਹਾਂ ਦੀਆਂ ਖੂਨ ਸਾਡੀਆਂ ਨਾਲੀਆਂ 'ਚ ਦੌੜ ਰਿਹਾ ਹੈਗਾ। ਤੇ ਮੈਂ ਸੋਚਦਾ ਹਾਂ ਕਦੇ ਕਦੇ ਵੀ ਜੇ ਇੱਕੋ ਰਚਨਾਕਾਰ, ਇੱਕ ਸਿਰਜਣਕਾਰ ਨਾ ਹੁੰਦੇ ਤਾਂ ਹੋ ਸਕਦਾ ਵੀ ਅਸੀਂ ਹੋਰ ਤਰ੍ਹਾਂ ਦੇ ਹੁੰਦੇ। ਤੇ ਇਹ ਹੈ ਬਸ। ਉਹ ਇੱਕ ਗੱਲ ਜ਼ਰੂਰ ਹੈ, ਫਿਰ ਉਹ ਮੈਨੂੰ ਨਾ ਉਹ ਬਹੁਤ ਖੁਸ਼ ਹੁੰਦੇ, ਮੈਨੂੰ ਕਹਿੰਦੇ ਯਾਰ ਮੈਂ ਤੇਰੀ ਯੂਨੀਵਰਸਿਟੀ ਜ਼ਰੂਰ ਜਾਣਾ। ਫਿਰ ਉਹ ਜਦੋਂ ਉਹਨਾਂ ਦਾ ਮੂਡ ਬਣਦਾ ਯੂਨੀਵਰਸਿਟੀ ਆ ਜਾਂਦੇ ਮੇਰੇ ਕੋਲ, ਉਹ ਤੇ ਉੱਥੇ ਦੀਆਂ ਕਿਤਾਬਾਂ ਲਾਇਬ੍ਰੇਰੀਆਂ ਦੇਖ ਕੇ, ਉੱਥੋਂ ਦੀ ਫਿਜ਼ਾ ਸਾਰਾ ਕੁਛ, ਉਹ ਮੈਨੂੰ ਹੁਣ ਜਦੋਂ ਤੁਹਾਡੇ ਨਾਲ ਗੱਲ ਹੋਈ ਤਾਂ ਮੈਂ
ਤੁਸੀਂ ਹੈਰਾਨ ਮੰਨੋਗੇ ਵੀ ਮੈਂ ਕਿਸੇ ਤੋਂ ਡਰਦਾ ਨਹੀਂ ਕਦੇ ਵੀ, ਪਰ ਮੈਨੂੰ ਮਿਲ ਜੇ ਕੋਈ ਇਸ ਤਰ੍ਹਾਂ ਦੀ ਵੱਡੇ ਬਲਕਿ ਜਿਹਦੀ ਮੈਂ ਕਦਰ ਕਰਦਾ, ਉਸ ਸ਼ਖਸੀਅਤ ਦੀ ਬੰਦੇ ਮੈਨੂੰ ਮਿਲ ਜਾਣ ਤਾਂ ਮੈਨੂੰ ਡਰ ਲੱਗਣ ਲੱਗ ਜਾਂਦਾ, ਤੇ ਮੈਨੂੰ ਐ ਲੱਗ ਜਾਂਦਾ ਮੈਂ ਕਿਤੇ ਬੇਤਹਿਜੀਬਾ ਨਾ ਹੋ ਜਾਵਾਂ। ਜਿਹੜਾ ਇੱਕ ਰਿਸ਼ਤਾ ਹੈ ਜਿਹਨੂੰ ਅਸੀਂ ਇੱਥੇ ਬੈਠੇ ਵੀ ਜਿੱਥੇ ਕਿਤੇ ਵੀ ਹੋਵਾਂਗੇ ਅਸੀਂ ਇੱਕ ਮਹਿਸੂਸ ਕਰ ਰਹੇ ਹਾਂ, ਤੇ ਇਹ ਹੈ। ਤੇ ਮੈਂ ਨਾ ਜਦੋਂ ਮੈਂ ਗਿਆ ਤਾਂ ਉਦੋਂ ਮੈਂ ਇੱਕ ਕਵਿਤਾ ਲਿਖੀ ਸੀ, ਮੈਂ ਤੁਹਾਨੂੰ ਕਵਿਤਾ ਜ਼ਰੂਰ ਸੁਣਾਉਂਗਾ। ਉਹ ਮੈਂ ਯਾਦ ਹੋਵੇ ਤਾਂ ਮੈਂ ਤੁਹਾਨੂੰ ਹੁਣੀ ਸੁਣਾ ਦੇਣਾ, ਮੈਂ ਤੁਹਾਨੂੰ ਪੜ੍ਹ ਕੇ ਮਾੜੀ ਜੀ ਤੁਹਾਡੇ ਲਈ ਮੈਂ ਮੈਂ ਸੁਣਾ ਰਿਹਾ ਤੁਹਾਨੂੰ। ਹਾਂਜੀ, ਆਵਾਜ਼ ਆ ਰਹੀ ਨਾ ਤੁਹਾਨੂੰ? ਜੀ ਆ ਰਹੀ ਹਾਂ। ਕਵਿਤਾ ਦਾ ਮੇਰੀ ਦਾ ਸਿਰਲੇਖ ਹੈ ਕਿ ਮੈਂ ਹਿੰਦੂ ਹਾਂ। ਮੈਂ ਹਿੰਦੂ ਹਾਂ, ਮੈਂ ਹਿੰਦੂ ਹਾਂ, ਹਿੰਦੂਵਾਦੀ ਨਹੀਂ। ਅੱਛਾ, ਵਾਹ। ਮੈਂ ਹਿੰਦੂ ਹਾਂ, ਹਿੰਦੂਵਾਦੀ ਨਹੀਂ। ਕਿਉਂ ਮੈਨੂੰ ਗਾਲਾਂ ਕੱਢਦੇ ਹੋ? ਮੈਂ ਹਿੰਦੂ ਹਾਂ, ਹਿੰਦੂਵਾਦੀ ਨਹੀਂ। ਕਿਉਂ ਮੈਨੂੰ ਗਾਲਾਂ ਕੱਢਦੇ ਹੋ? ਵਾਹ ਵਾਹ ਵਾਹ। ਮੈਂ ਹਿੰਦੂ ਹਾਂ, ਹਿੰਦੂਵਾਦੀ ਨਹੀਂ। ਕਿਉਂ ਮੈਨੂੰ ਗਾਲਾਂ ਕੱਢਦੇ ਰਹਿੰਦੇ ਹੋ? ਮੈਂ ਤੇ ਇੱਕ ਫੈਕਟਰੀ ਦਾ ਕੰਮ ਆ। ਅੱਛਾ, ਵਾਹ ਵਾਹ। ਮੈਂ ਤਾਂ ਇੱਕ ਫੈਕਟਰੀ ਦਾ ਕੰਮ ਆ। ਮੁਹੰਮਦ, ਸ਼ਹਾਦਤ ਤੇ ਰਹੀਮ ਮੇਰੇ ਪੱਕੇ ਯਾਰ ਨੇ। ਵਾਹ ਵਾਹ। ਬ੍ਰੇਕ ਵੇਲੇ ਉਹਨਾਂ ਸੰਗ ਰੋਟੀ ਖਾਂਦਾ ਹਾਂ। ਕਿਆ ਕਹਿਣੇ। ਬ੍ਰੇਕ ਵੇਲੇ ਉਹਨਾਂ ਸੰਗ ਰੋਟੀ ਖਾਂਦਾ ਹਾਂ। ਅਜੇ ਕੱਲ ਦੀ ਗੱਲ ਹੈ ਜਦੋਂ ਘਰ ਵਾਲੀ ਨੇ ਰੋਟੀ 'ਚ ਅਚਾਰ ਰੱਖਣਾ ਭੁੱਲ ਗਈ। ਕੱਲ ਦੀ ਗੱਲ ਹੈ ਜਦੋਂ ਘਰ ਵਾਲੀ ਰੋਟੀ 'ਚ ਅਚਾਰ ਰੱਖਣਾ ਭੁੱਲ ਗਈ ਤਾਂ ਮੁਹੰਮਦ ਦੀ ਦਾਲ 'ਚ ਬੁਰਕੀਆਂ ਡਬੋ ਕੇ ਖਾਧੀ ਸੀ। ਰਹੀਮ ਬਿਨਾਂ ਕਹੇ ਰੋਟੀ। ਅਜੇ ਕੱਲ ਦੀ ਗੱਲ ਹੈ ਜਦੋਂ ਘਰ ਵਾਲੀ ਰੋਟੀ 'ਚ ਅਚਾਰ ਰੱਖਣਾ ਭੁੱਲ ਗਈ ਤਾਂ ਮੁਹੰਮਦ ਦੀ ਦਾਲ 'ਚ ਬੁਰਕੀਆਂ ਡਬੋ ਖਾਧੀ ਸੀ। ਰਹੀਮ ਬਿਨਾਂ ਕਹੇ 2 ਬੀੜੀਆਂ ਜਲਾ ਲੈਂਦਾ ਹੈ। ਅੱਛਾ। ਇਹ ਨਹੀਂ ਕਿ ਮੇਰੇ ਕੋਲ ਆਪਣਾ ਬੰਡਲ ਨਹੀਂ। ਇਹ ਨਹੀਂ ਕਿ ਮੇਰੇ ਕੋਲ ਆਪਣਾ ਬੰਡਲ ਨਹੀਂ, ਪਰ ਇਹ ਉਸਦੀ ਮੁਹੱਬਤ ਹੈ। ਸ਼ਹਾਦਤ ਤਾਂ ਮੇਰਾ ਗੁਆਂਢ 'ਚ ਰਹਿੰਦਾ ਹੈ। ਉਸਦੇ ਬਾਪ ਦੀ ਮੇਰੇ ਬਾਪ ਨਾਲ ਗੱਲ ਹੈ। ਉਹ ਇਕੱਠੇ ਈਦ ਮਨਾਉਂਦੇ ਹਨ। ਉਹ ਇਕੱਠੇ ਈਦ ਮਨਾਉਂਦੇ ਸਨ। ਉਸੇ ਤਰ੍ਹਾਂ ਜਿਵੇਂ ਮੈਂ ਤੇ ਮੇਰਾ ਯਾਰ ਸ਼ਹਾਦਤ। ਮੈਂ ਹਿੰਦੂ ਹਾਂ, ਹਿੰਦੂਵਾਦੀ ਨੇ। ਇਹ ਛੋਟੇ ਜਿਹੇ ਅਹਿਸਾਸ ਸੀਗਾ ਇੱਕ ਕਿ ਜਦੋਂ ਇਨਸਾਨ ਦੀ ਗੱਲ ਉਹਦੇ ਚ ਖੁਸ਼ਬੂ ਆਈ ਹੈ ਅਨਖੀ ਸਾਹਿਬ ਦੀ। पॉजिटिव थिंकिंग जी जी कि बड़ी पॉजिटिव थिंकिंग है, बड़ी मस्बत सोच है। हाँ जी हाँ जी। इस नज़म को बहुत मस्बत सोच। अच्छा लोगों मेरे बुजुर्ग से इच्छे तो कोई अच्छा बंदा मिले ना कोई सूझिया तो पीछे चाकू मारा कोई तो मां प्यो वाले किस यूनिवर्सिटी का पढ़े है। हाँ जी, एमपी साहब का साहब है वो डॉक्टर क्रांति की शख्सियत नजर आ रहे हैं, इन्होंने समाज नजर आ रहे हैं। इधरों से दूसरे मैं बेनत बाजा साहब दरखास्त करांगा कि जो गुरमुखी कमेंट ने वो पढ़नगे तो जो दूजे मैं पढ़ देना। सुरिंदरप्रीत कथा साहब कह रहे हैं कि एमपी साहब साहब का दरबार सन तो डॉक्टर साहब धन्यवाद कर रहे हैं। और साडे दोस्त ने भुपिंदर सिंह बैदी होरी वो भी अज के प्रोग्राम बड़ा पसंद कर। मुस्तफा अनवर लैंदे पंजाब चों बड़ा वड्डा शायर सानू परिवार दीप दविंदर सानू आर मान साहब और जसविंदर मान सुखदेव जोगा
ਔਰ ਮਲਕ ਲਿਆਕਤ ਅਲੀ ਕਮਲ ਨੂਰ ਸੈਨ ਸਾਹਿਬ ਪੰਜਾਬੀ ਦੇ ਲਾਹੌਰ ਬੈਠੇ ਨੇ, ਬੜੇ ਸੀਧੇ ਦਿਖਾਰੀ ਨੇ। ਤੇ ਸਾਰੇ ਅੱਗੇ ਪ੍ਰੋਗਰਾਮ ਬੜਾ ਸਵਾਦ ਲੈ ਰਹੇ ਨੇ। ਔਰ ਡਾਕਟਰ ਕ੍ਰਾਂਤੀ ਦੀ ਗੱਲਾਂ ਇੰਨੀਆਂ ਪਿਆਰੀਆਂ ਨੇ ਕਿ ਦਿਲ ਨਹੀਂ ਸੀ ਕਰ ਰਿਹਾ ਕਿ ਵਿੱਚ ਇਹਦੇ ਤੇ ਗੱਲ ਕਰੀਏ। ਤੇ ਅਸੀਂ ਇੱਕ ਟਾਈਮ ਵੀ ਕਹਿਣ ਵਾਲੀ ਕਿ ਇਹ ਜਿੰਨੀ ਮਰਜ਼ੀ ਗੱਲ ਕਰਨ ਸਾਨੂੰ ਚੰਗਾ ਲੱਗੇਗਾ। ਤੇ ਬੇਅੰਤ ਬਾਲਾ ਸਾਹਿਬ ਜਿਹੜੇ ਗੁਰਮੁਖੀ ਚ ਕਮੈਂਟ ਨੇ ਉਹ ਵੀ ਜਿਹੜੇ ਪੜ੍ਹਦੇ ਸਵਾਲ ਦੋਸਤਾਂ ਦੇ ਕੋਈ ਰਹਿ ਨਾ ਜਾਵੇ। ਸਭ ਤੋਂ ਪਹਿਲਾਂ ਤਾਂ ਸਾਰੇ ਅੱਜ ਦੇ ਮਹਿਮਾਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿੰਨੇ ਵੀ ਦੋਸਤ ਜੁੜੇ ਨੇ ਅੱਜ ਸਾਡੇ ਨਿੱਕੇ ਸੱਦੇ ਤੇ, ਰਾਮ ਸਰੂਪ ਕੀ ਸਹਿਤ ਸਭਾ ਧੌਲਾ ਦਾ ਪ੍ਰਧਾਨ ਹੋਣ ਦੇ ਨਾਂ ਤੇ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਜੀ। ਤੇ ਸਹਿਯੋਗੀ ਦੇ ਤੌਰ ਤੇ ਮੈਂ ਕੁਝ ਨਾਮ ਸਾਡੇ ਦੋਸਤ ਤੇ ਮਲਕ ਸਾਹਿਬ ਨੂੰ ਬੇਨਤੀ ਕਰੂ ਵੀ ਅੱਗੇ ਤੋਂ ਆਪਾਂ ਇੱਕ ਫੋਨ ਨੰਬਰ ਵੀ ਦੇ ਦਿਆ ਕਰੀਏ, ਜਿਨ੍ਹਾਂ ਨੇ ਕਾਲ ਕਰਨੀ ਆ ਉਹ ਜੁੜ ਸਕਦੇ ਆ। ਇੱਧਰੋਂ ਕਾਲ ਅਟੈਂਡ ਕਰਿਆ ਕਰਾਂਗੇ। ਜੀ ਸਾਡੇ ਨਾਲ ਦੀਪ ਅਮਨ ਧੌਲਾ ਜੀ ਜੁੜੇ ਨੇ, ਉਹ ਐਪਰੀਸ਼ੀਏਟ ਕਰ ਰਹੇ ਨੇ। ਪ੍ਰੋਫੈਸਰ ਜਸਵਿੰਦਰ ਕੌਰ ਬੀਨੂ ਜੀ ਜੋ ਕਹਾਣੀ ਪੰਜਾਬ ਦੇ ਸਬ ਐਡੀਟਰ ਨੇ, ਤੇ ਉਹ ਸਾਡੇ ਨਾਲ ਜੁੜੇ ਨੇ। ਸੁਰਿੰਦਰਪ੍ਰੀਤ ਘਣੀਆ ਜੀ, ਗੁਰਵਿੰਦਰ ਸਿੰਘ ਜੀ ਜੁੜੇ ਨੇ ਸਾਡੇ ਨਾਲ। ਸੁਖਵੀਰ ਜੁਗਾ ਜੀ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਮੈਂ ਟਰਾਂਸਪੋ ਦੇ ਮੁੱਖ ਸੰਪਾਦਕ ਨੇ ਤੇ ਅਣਖੀ ਸਾਹਿਬ ਦੇ ਪਿੰਡ ਤੇ ਬਿਲੋਂਗ ਕਰਦੇ ਨੇ ਗੁਰਸੇਵਕ ਸਿੰਘ ਧੌਲਾ ਜੀ। ਉਹਨਾਂ ਨੇ ਕਾਫੀ ਕਲਾਕਾਰੀ ਵਾਲੇ ਜਿਹੜੇ ਸਾਨੂੰ ਜਿਹੜੇ ਸੁਝਾਅ ਭੇਜੇ ਨੇ ਤੇ ਸਾਰਿਆਂ ਨੂੰ ਕੀ ਹੈ ਜੀ। ਤੇ ਅਨਵਰ ਸਾਹਿਬ ਨੂੰ ਕਹੀ ਆ, ਦੀਪ ਜੀ ਨੂੰ ਕਹੀ ਆ, ਤੇ ਕ੍ਰਾਂਤੀਪਾਲ ਸਾਹਿਬ ਜੀ ਨੂੰ, ਤੇ ਅਨਿਮਲ ਜੁੜੇ ਨੇ ਕਹਾਣੀਕਾਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਜੀਤ ਜੁੜੇ ਨੇ ਤੇ ਆਪਣੇ ਨਾਲ ਅੱਗੇ ਜੁੜੇ ਨੇ ਜੀ ਕੁਲਦੀਪ ਜੀ ਜੁੜੇ ਨੇ ਤੇ ਭਿੰਦਰ ਸਿੰਘ ਬੇਦੀ ਬਰਨਾਲਾ ਤੋਂ ਜਿਹੜੇ ਆਪਣੇ ਇੱਕ ਮਹਿਮਾਨ ਸੀ। ਅਜੀਤ ਅਖਬਾਰ ਤੋਂ ਜੁੜੇ ਨੇ, ਰਾਜ ਜੁੜੇ ਨੇ, ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ, ਮੀਡੀਆ ਦਾ ਜੋ ਕਰ ਰਹੇ ਨੇ। ਮੋਹਨ ਸਿੰਘ ਜੀ ਤੇ ਹੋਰ ਜੁੜੇ ਨੇ। ਬਾਕੀ ਆਪਾਂ ਅਗਲੇ ਸੈਗਮੈਂਟ ਦੇ ਨਾਮ ਪੜਾਂਗੇ ਜੀ। ਮੈਂ ਮਲਕ ਸਾਹਿਬ ਨੂੰ ਬੇਨਤੀ ਕਰਦਾ ਉਹ ਅਗਲਾ ਪ੍ਰੋਗਰਾਮ ਜਿਹੜਾ ਜੀ। ਸ਼ੁਕਰੀਆ ਜੀ ਬੇਅੰਤ ਬਾਬਾ, ਬੜਾ ਧੰਨਵਾਦ ਜੀ। ਮੈਂ ਕੱਲ ਕਹਿ ਰਿਹਾ ਸੀ ਕਿ ਇਹਨਾਂ ਕੋਲੋਂ ਬੜਾ ਸਿੱਖਿਆ ਸੀ ਇਸ ਸਭਾ ਕੋਲੋਂ। ਇਹਨਾਂ ਨੂੰ ਵੇਖ ਕੇ ਦਿਲ ਚ ਖਿਆਲ ਆਇਆ ਕਿ ਅਸੀਂ ਵੀ ਅਫਸਰ ਲੈਸਨ ਦਾਵਾ ਜਿਹੜੇ ਪੰਜਾਬੀ ਦਾ ਬੜਾ ਵੱਡਾ ਨਾਮ ਹੈ ਨਾਵਲ ਕਹਾਣੀ ਸ਼ਾਇਰੀ ਚ, ਅਸੀਂ ਵੀ ਉਹਨਾਂ ਦਾ ਇਸੇ ਤਰ੍ਹਾਂ ਮਨਾਵਾਂਗੇ ਕਿਉਂਕਿ ਉਹਨਾਂ ਦੇ ਜਾਣ ਮਗਰੋਂ ਵੀ ਇੱਧਰ ਇਸ ਤਰ੍ਹਾਂ ਦਾ ਉਹ ਤਕਰੀਬਾਤ ਨਹੀਂ ਹੋਈਆਂ ਫਿਲਮ ਦੀਆਂ। ਤੇ ਅਸੀਂ ਵੀ ਇਹਨਾਂ ਤੋਂ ਸਿੱਖਿਆ ਬੇਅੰਤ ਬਾਬਾ ਤੋਂ, ਕਿਉਂਕਿ ਆਪਣੀ ਨਵੀਂ ਪੀੜ੍ਹੀ ਤੋਂ ਸਿੱਖਣਾ ਹੈ। ਤੇ ਅਸੀਂ ਉਹ ਗੱਲ ਜਾ ਰਹੇ ਹਾਂ ਅਗਲੇ ਮਹੀਨੇ ਮਰਨ ਤੋਂ ਬਾਅਦ। ਇਹ ਅਸੀਂ ਰਾਮ ਸਰੂਪ ਅਣਖੀ ਸਭਾ ਔਰ ਪੰਜਾਬੀ ਦਾ ਮਿਲ ਕੇ ਇਸ ਪੰਜਾਬ 'ਚ ਵੀ ਉਹ ਪ੍ਰੋਗਰਾਮ ਕਰਾਂਗੇ ਤੇ ਤਾਂ ਕਿ ਜਿਹੜਾ ਸੁਨੇਹਾ ਅੱਗੇ ਪਹੁੰਚੇ। ਔਰ ਮੈਂ ਬਲਕਿ ਡਾਕਟਰ ਕ੍ਰਾਂਤੀ ਉਹਨੇ ਵੀ ਬੇਨਤੀ ਕਰਾਂਗੇ ਫਿਰ ਹੋ ਸਕੇ ਤੇ ਜਿਹੜੇ ਇਸ਼ੂ ਨੇ ਦੇ ਪੰਜਾਬ ਕਹਾਣੀ ਦੇ ਅਸੀਂ ਸ਼ਾਹਮੁਖੀ 'ਚ ਕਰਾਈਏ ਕੁਝ ਅੱਗੇ ਫੈਲਾਓ ਤੇ ਅੱਗੋਂ ਸੋਚੀਏ ਕਿ ਸ਼ਾਇਦ ਇਹ ਦੋ ਪਾਸੇ ਨੂੰ ਛੱਡੇ ਤਾਂ ਕਿ ਇਹ ਜਿਹੜੇ ਇੱਧਰ ਕਹਾਣੀ ਲਿਖ ਰਹੇ ਨੇ ਆਵਾਜ਼ਾਂ ਜਿਹੜੀਆਂ ਨੇ ਇਹ ਦੋ ਪਾਸੇ ਕਿਤੇ ਤੱਕ ਪਹੁੰਚ ਸਕਣ। ਤੇ ਇੱਕ ਡਾਕਟਰ ਕਰਾਮਤ ਮੁਗਲ ਸਾਨੂੰ ਜੁੜੇ ਸਨ ਥੋੜੀ ਦੇਰ, ਲੇਕਿਨ ਉਹਨਾਂ ਨੂੰ ਉਹ ਨੈਟਵਰਕ ਨੂੰ ਸਪੋਰਟ ਕੀਤਾ ਉਹਨੇ, ਉਹ ਫਿਰ ਆ ਕੇ ਤੇ ਹਾਰਦੀ ਰਵਾ ਕੇ ਪਿਛਾ ਹੋ ਗਏ। ਲੇਕਿਨ ਉਹਨਾਂ ਦਾ ਆਉਣਾ ਜਿਹੜਾ ਜੀ ਉਹ ਸਾਡੇ ਲਈ ਅਸੀਂ ਧੰਨਵਾਦੀ ਹਾਂ ਕਿ ਉਹ ਮੀਟਿੰਗ ਛੱਡ ਕੇ ਆਏ, ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਜੁੜਨ ਦੀ। ਤੇ ਮੈਂ ਇੱਕ ਕਵਿਤਾ ਕੁਝ ਨਾ ਜੀ ਸਾਂਝੇ ਕਰਨਾ ਚਾਹੁੰਦਾ, ਕੁਝ ਗਾਣਾ ਸ਼੍ਰੀ ਰਾਮ ਸਰੂਪ ਅਣਖੀ ਹੋਰਾਂ ਦੀ ਕਿ ਮੈਨੂੰ ਅੱਜ ਮੈਂ ਇਹ ਡਿਜ਼ਾਈਨ ਬਣਾ ਰਿਹਾ ਸੀ ਪੀਲੇ ਰੰਗ ਦਾ, ਤੇ ਮੇਰੇ ਸਾਥੀ ਨੇ ਕਿਹਾ ਤੂੰ ਰੋਜ਼ ਰੰਗ ਬਦਲਦੇ ਜੋ ਪਿੱਛੋਂ ਬੈਨਰ ਦਾ। ਮੈਂ ਕਿਹਾ ਯਾਰ ਜਿਹੜੀ ਹਸਤੀ ਦੀ ਗੱਲ ਹੋ ਰਹੀ ਨਾ ਉਹਦੀ ਲਿਖਤਾਂ 'ਚ ਰੰਗ ਬੜੇ ਨੇ ਤੇ ਉਹ ਕਹਾਣੀ ਦਾ ਵੀ ਰੰਗ ਉਹਨਾਂ 'ਚ, ਸ਼ਾਇਰੀ ਦਾ ਵੀ ਹੈ, ਨਾਵਲ ਦਾ ਵੀ ਹੈ। ਤੇ ਮੇਰਾ ਦਿਲ ਕਰਦਾ ਕਿ ਰੋਜ਼ ਕੋਈ ਨਵਾਂ ਰੰਗ ਲਾਵਾਂ ਨਾ। ਤੇ ਉਹਨਾਂ ਦੀ ਕੋਈ ਕਵਿਤਾ 'ਚੋਂ ਮੈਂ ਚੀਜ਼ਾਂ ਬੇਅੰਤ ਬਾਬਾ ਤੋਂ ਲਈ ਕਿ ਚਾਨਣ ਚਿੱਟੇ ਰਾਹ ਚਾਨਣਾ ਅੰਬਰ ਤੇਰਾ ਨੀਲਾ ਚਿੱਟਾ, ਤੂੰ ਲਾ ਕੇ ਵੇਖ ਉਡਾਰੀ ਧਰਤੀ ਦੇ ਪਿੰਡੇ ਤੇ ਹੋਣੀ ਨਵੀਂ ਵੇਤੋ ਸਾਰੀ। ਤੂੰ ਲਾ ਕੇ ਵੇਖ ਉਡਾਰੀ ਧਰਤੀ ਦੇ ਪਿੰਡੇ ਤੇ ਹੋਣੀ ਨਵੀਂ ਵੇਤੋ ਸਾਰੀ। ਤੇ ਨਵੀਂ ਸਾਰੀ ਦਾ ਸੁਨੇਹਾ ਜਿਹੜਾ ਹੈ ਉਹ ਹਮੇਸ਼ਾ ਰਹੇਗਾ ਅਣਖੀ ਸਾਹਿਬ ਦਾ, ਔਰ ਅੱਜ ਵੀ ਚੱਲ ਰਿਹਾ ਹੈ। ਆਉਣ ਵਾਲੇ ਸਮਿਆਂ 'ਚ ਇਸ ਤੋਂ ਵੱਡੇ ਪ੍ਰੋਗਰਾਮ ਹੋਣਗੇ, ਅਸੀਂ ਇਹ ਮਾਣ ਰੱਖਣੇ ਆ। ਅੱਜ ਅਸੀਂ ਜਿਹੜਾ ਜੁੜੇ ਹੋਏ ਹਾਂ ਦੋਵਾਂ ਪੰਜਾਬਾਂ 'ਚੋਂ ਵੀ ਉਹਨਾਂ ਦੇ ਨਾਂ ਤੇ ਜੁੜੇ ਹਾਂ ਤੇ ਇਹ ਵੀ ਪਤਾ ਲੱਗਾ ਕਿ ਜਿਹੜੇ ਵੱਡੇ ਬੰਦੇ ਨੂੰ ਜਾਣ ਤੋਂ ਮਗਰੋਂ ਵੀ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਨੇ ਬੰਦਿਆਂ ਨੂੰ ਜੋੜਨ ਦਾ, ਉਹਨਾਂ ਤੋਂ ਲਿਖਤਾਂ ਜੋੜਦੀਆਂ ਰਹਿੰਦੀਆਂ। ਤੇ
ਸ਼ਬਦ ਕਦੇ ਨਹੀਂ ਮਰਦੇ, ਉਹ ਆਪਣਾ ਅਸਰ ਛੱਡਦੇ ਨੇ। ਪਰ ਅੱਜ ਜਿਹੜੀ ਨੂੰ ਇੱਥੇ ਹੋਣਾ ਜਗਦੀਪ ਸਿੱਧੂ ਦਾ ਹੋਣਾ ਔਰ ਡਾਕਟਰ ਕ੍ਰਾਂਤੀ ਹੋਣਾ ਦਾ, ਇਹ ਸਾਨੂੰ ਦੱਸਦਾ ਹੈ ਕਿ ਉਹਨਾਂ ਦੇ ਜਿਹੜੇ ਅੱਖਰ ਨੇ ਉਹਨਾਂ ਦੀ ਤਸਵੀਰ ਅੱਜ ਵੀ ਜਿਉਂਦੀ ਹੈ। ਵਾਰਿਸ ਸ਼ਾਹ ਸਦਾ ਹੀ ਜਿਉਂਦੇ ਨੇ ਜਿਹਨਾਂ ਕੀਤੀਆਂ ਨੇਕ ਕਰਨੀਆਂ। ਵਾਹ ਅਸੀਂ ਕਹਾਂਗੇ ਕਿ ਜਗਦੀਪ ਜੀ ਵੀ ਕੋਈ ਗੱਲ ਕਰਨ। ਕ੍ਰਾਂਤੀ ਭਾਜੀ, ਮੈਂ ਉਹਨਾਂ ਦੀਆਂ 3 ਕਾਵਿ ਸੰਗ੍ਰਹਿ ਵੀ ਆਏ, ਦੋ ਤਾਂ ਯਾਨੀ ਕਿ ਮੌਲਿਕ ਕਾਵਿ ਸੰਗ੍ਰਹਿ ਸੀ, ਬਾਕੀ ਤੀਸਰੇ ਕਾਵਿ ਸੰਗ੍ਰਹਿ ਚ ਉਹਨਾਂ ਦੀਆਂ ਚੋਣਵੀਆਂ ਕਵਿਤਾਵਾਂ ਵੀ ਆਈਆਂ ਨੇ, ਹਨਾ? ਕੋਈ ਹੈ ਕਵਿਤਾ ਨੇੜੇ ਤੇੜੇ ਕੋਈ ਉਹਨਾਂ ਦੀ ਸੁਣਾਉਣ ਵਾਲੀ? ਨਹੀਂ, ਇਸ ਵੇਲੇ ਤਾਂ ਨਹੀਂ ਹੈ ਕੋਈ। ਅੱਛਾ, ਮੈਂ ਤੁਹਾਨੂੰ ਦੱਸ ਦੇਣਾ ਦੋਸਤਾਂ ਨੂੰ, ਉਹਨਾਂ ਦੇ ਕਵੀ ਵੀ ਸੀ, ਅਣਖੀ ਸਾਹਿਬ ਕਵੀ ਵੀ ਸੀ, ਤੇ ਉਹਨਾਂ ਦੀ ਪਹਿਲੀ ਕਿਤਾਬ ਮਟਕ ਚਾਨਣ ਆਈ ਸੀਗੀ ਜੀ 1957 ਚ, ਤੇ ਮੇਰੇ ਕਮਰੇ ਦਾ ਸੂਰਜ ਆਈ ਸੀਗੀ ਦੂਸਰੀ ਕਿਤਾਬ ਉਹਨਾਂ ਦੀ, ਤੇ ਤੀਸਰੀ 94 ਕਵਿਤਾਵਾਂ ਦਾ ਸੰਗ੍ਰਹਿ ਆਇਆ ਸੀ ਬਲ ਦੇ ਅੱਖਰਾਂ ਦਾ ਸੁਨੇਹਾ। ਤੇ ਉਹ ਬਹੁਤ ਯਾਨੀ ਕਿ ਉਹਨਾਂ ਨੇ ਸਟੇਜੀ ਕਵਿਤਾ ਵੀ ਕਾਫੀ ਉਸ ਟਾਈਮ ਇਹਨਾਂ ਦੇ ਯਾਨੀ ਕਿ ਆਜ਼ਾਦੀ ਤੋਂ ਬਾਅਦ ਕਾਫੀ ਟਾਈਮ ਇਸ ਤਰ੍ਹਾਂ ਦੇ ਸੰਘਰਸ਼ ਚੱਲਦੇ ਰਹੇ ਆ, ਜੋ ਰਜਵਾੜਾ ਸ਼ਾਹੀ ਵਗੈਰਾ ਦੇ ਉਸ ਤਰ੍ਹਾਂ ਦੇ ਸੰਘਰਸ਼ ਚੱਲਦੇ ਸੀ, ਜਦੋਂ ਪੈਪਸੂ ਬਣਿਆ ਸੀਗਾ ਉਦੋਂ ਵੀ ਇਹ ਸਟੇਜ ਤੇ ਕਵਿਤਾਵਾਂ ਪੜ੍ਹਦੇ ਰਹੇ ਨੇ। ਸੋ ਤਾਂ ਹੀ ਇਹਨਾਂ ਨੂੰ ਮੈਂ ਕ੍ਰਾਂਤੀ ਪਰਵਨ ਬਾਈ ਨੂੰ ਬੇਨਤੀ ਕੀਤੀ ਸੀ, ਜੇ ਕਵਿਤਾ ਉਹਨਾਂ ਦੀ ਕੋਈ ਨਜ਼ਦੀਕ ਹੈਗੀ ਹੈ ਤਾਂ ਚਲੋ ਫੇਰ ਕਿਤੇ ਜਾਂ ਕੱਲ ਜਦੋਂ ਵੀ ਇਸ ਤਰ੍ਹਾਂ ਦਾ ਮੌਕਾ ਮਿਲਦਾ ਤਾਂ ਉਹਨਾਂ ਦੀ ਕਵਿਤਾ ਮੈਂ ਸੁਣਦਾ, ਇੱਕ ਅੱਧੀ ਕਵਿਤਾ ਵੀ ਉਹਨਾਂ ਦੀ ਜ਼ਰੂਰ ਇਸ ਮੰਚ ਤੋਂ ਪੜ੍ਹੀ ਜਾਵੇ, ਤਾਂ ਕਿ ਉਹਨਾਂ ਦਾ ਕਵੀ ਵਜੋਂ ਵੀ ਇੱਕ ਹਾਜ਼ਰੀ ਲੱਗ ਸਕੇ। ਜੀ ਸਿੱਧੂ ਸਾਹਿਬ, ਮੈਂ ਬੇਨਤੀ ਕਰਦਾ ਮਲਕ ਸਾਹਿਬ ਜੀ ਸਰ, ਮੇਰੇ ਕੋਲ ਬਜ਼ੁਰਗਾਂ ਦਾ ਜਿਹੜਾ ਕਾਵਿ ਸੰਗ੍ਰਹਿ ਹੈ, ਮੈਂ ਇਹਦੇ ਵਿੱਚੋਂ ਇੱਕ ਕਵਿਤਾ ਜ਼ਰੂਰ ਬਹੁਤ ਵਧੀਆ ਹੋਵੇਗਾ ਜੀ, ਬਿਲਕੁਲ ਤੁਸੀਂ ਹਾਂਜੀ ਇਰਸ਼ਾਦ ਜੀ ਸ਼ੁਕਰੀਆ। ਇੱਕ ਛੋਟੀ ਜਿਹੀ ਕਵਿਤਾ ਅਣਖੀ ਸਾਹਿਬ ਦੀ ਲੋਕ ਕਾਵਿ ਸੰਗ੍ਰਹਿ ਜਿਹੜਾ ਉਹਦੇ ਵਿੱਚ ਸਾਵਣ ਵਿੱਚ ਕੁੜੀਆਂ, ਕਵਿਤਾ ਨਾਂ ਸਾਵਣ ਵਿੱਚ ਕੁੜੀਆਂ। ਭਾਦੋਂ ਵਿੱਚ ਸਨ ਨਿਕੜੀਆਂ ਜੋ ਦੀਆਂ ਕੁੜੀਆਂ, ਭਾਦੋਂ ਵਿੱਚ ਸਨ ਨਿਕੜੀਆਂ ਜੋ ਸਭ ਤ੍ਰਿੰਜਣ ਦੀਆਂ ਕੁੜੀਆਂ। ਐਸਾ ਭਾਇਆ ਕੰਤ ਪਿਆਰੇ ਨੇ, ਵੀ ਐਸਾ ਸੰਗ ਦਿੱਤਾ ਉਹਨਾਂ ਨੂੰ ਕਿ ਫਿਰ ਪੇਕੇ ਨਾ ਮੁੜੀਆਂ। ਬਹੁਤ ਅੱਛੇ। ਭਾਇਆ ਕੰਤ ਪਿਆਰੇ ਨੇ ਫਿਰ ਪੇਕੇ ਨਾ ਮੁੜੀਆਂ। ਐਸਾ ਲੋਰ ਫਿਜ਼ਾ ਨੂੰ ਆਇਆ, ਐਸਾ ਲੋਰ ਫਿਜ਼ਾ ਨੂੰ ਆਇਆ, ਮੁੜ ਕੇ ਰੁੱਤ ਵਿੱਚ ਆਈ। ਛੱਡਿਆਂ ਨੂੰ ਕੁਝ ਸਮੇਂ ਲਈ ਸਾਵਣ ਵਿੱਚ ਆ ਚੁੱਕੀਆਂ। ਛੋਟੀ ਕਵਿਤਾ ਸੀ, ਆਪਾਂ ਹਰ ਰੋਜ਼ ਸਾਂਝੀਆਂ ਕਰਦੇ ਰਹਾਂਗੇ ਜੀ, ਛੋਟੀਆਂ ਕਲਮਾਂ ਉਹਨਾਂ ਨੂੰ ਯਾਦ ਕਰਦੇ ਇਹ ਜ਼ਰੂਰ ਜਦ ਤੱਕ ਇਹ ਨਾ ਆਪਣਾ ਕੱਲ ਵੀ ਹੋਏਗਾ ਤਾਂ ਇਹ ਕਵਿਤਾ ਜ਼ਰੂਰ ਸਾਂਝੀ ਕਰਨਾ ਨਾਲ ਹੀ, ਹਨਾ? ਤੇ ਚਲੋ ਜਿਹੜੀ ਕਿਤਾਬ ਦੀ ਤੁਸੀਂ ਗੱਲ ਕਰ ਰਹੇ ਸੀ ਨਾ, ਹਾਂਜੀ ਉਹਨਾਂ ਦੀ ਅਲਮਾਰੀ ਚ ਇੱਕ ਕਿਤਾਬ ਕੱਢ ਲਿਆ ਮੈਂ, ਉਹਦੇ ਚ ਤੁਹਾਨੂੰ ਇੱਕ ਕਵਿਤਾ ਉਹਨਾਂ ਦੀ ਸੁਣਾਉਂਗਾ ਜਿਹੜੀ ਉਹ ਆਪ ਵੈਰੀ ਗੁੱਡ ਸੋਹਣੇ ਤੇ ਸੁਹਾਗਾ ਹੋ ਗਿਆ। ਇੱਕ ਦੋ ਤਿੰਨ ਹੋਰ ਵੀ ਸ਼ੁਕਰਾਨਾ ਮੈਂ ਕਰਨਾ ਚਾਹੁੰਦਾ ਕਿ ਜਿਹੜੇ ਅਲੀ ਨੂਰ ਸਾਹਿਬ ਨੇ ਇਹ ਬੈਠੇ ਨੇ, ਸਾਡੇ ਇਰਸ਼ਾਦ ਸਿੱਧੂ ਸਾਹਿਬ ਲੱਦੇ ਪੰਜਾਬ ਦੇ ਬਹੁਤ ਵੱਡੇ ਸ਼ਾਇਰ ਨੇ, ਉਹਨਾਂ ਦੇ ਕੋਲ ਉਹਨਾਂ ਨੇ ਪ੍ਰੈਕਟੀਕਲ ਸਪੋਰਟ ਸਾਰੀ, ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਏਡਾ ਵੱਡਾ ਕਾਰੋਬਾਰ ਸਾਡੇ ਨਾਲ ਜੋੜਿਆ। ਉਹਨਾਂ ਨੂੰ ਅਸੀਂ ਲੈ ਕੇ ਆਉਣਾ ਕੁਝ ਦਿਨਾਂ ਤੱਕ, ਅਸੀਂ ਚੜ੍ਹਦੇ ਲੈਂਦੇ ਪੰਜਾਬ ਦੋਵਾਂ ਚੋਂ ਇਰਸ਼ਾਦ ਸਿੱਧੂ ਹੋਰਾਂ ਦਾ ਅਸੀਂ ਧੰਨਵਾਦੀ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਜੀ, ਤੁਹਾਡਾ ਸ਼ੁਕਰੀਆ ਅਦਾ ਕਰ ਰਹੇ ਹਾਂ ਜੀ, ਉਹ ਵੀ ਸ਼ੁਕਰੀਆ ਅਦਾ ਕਰ ਰਹੇ ਨੇ ਜੀ, ਤੁਹਾਡਾ ਉਰਾ ਹੱਥ ਕਰ ਲਓ, ਇੱਥੇ ਆ ਰਹੇ ਨੇ ਜੀ, ਇੱਕ ਮਿੰਟ ਐਸੇ ਕੈਮਰੇ ਤੇ ਫੇਸ ਸ਼ੋ ਕਰ ਦੇਣ, ਕੋਈ ਗੱਲ ਨਹੀਂ। ਹਾਂਜੀ ਜੀ ਜੀ अस्सलाम वालेकुम जनाब, बहुत शुक्रिया। ਇਹ ਪੰਜਾਬੀ ਦੀ ਸੇਵਾ, ਅਸੀਂ ਤੇ ਸੇਵਾ ਹੀ ਕਰਦੇ ਫਿਰਦੇ ਆ ਜਨਾਬ। ਕੀ ਬਾਤ ਹੈ, ਜੀਂਦੇ ਰਹੋ, ਬੱਲੇ ਬੱਲੇ ਬੱਲੇ, ਸਹੀ ਹੈ ਜੀ, ਜੀਂਦੇ ਰਹੋ, ਜੀਂਦੇ ਰਹੋ। ਤੁਹਾਡੀ ਤੋਂ ਬਾਅਦ ਸਿੱਧੂ ਸਾਹਿਬ ਨੇ ਫਿਰ ਹੋਇਆ ਜੀ, ਵਾਹ ਵਾਹ ਜੀ ਸਰ ਜੀ। ਕ੍ਰਾਂਤੀ ਭਾਈ, ਮੈਂ ਉਹ ਤੁਹਾਨੂੰ ਦੱਸ ਰਿਹਾ ਸੀ ਵੀ ਜਦੋਂ ਸ਼ੁਰੂ ਚ ਕਵਿਤਾਵਾਂ ਉਹਨਾਂ ਨੇ ਲਿਖਣੀਆਂ ਸ਼ੁਰੂ ਕੀਤੀਆਂ ਨਾ, ਉਹ ਅਸਲ ਦੇ ਵਿੱਚ ਨਾ ਅਣਖੀ ਸਾਹਿਬ ਬਾਰੇ ਮੈਂ ਇੱਕ ਗੱਲ ਸ਼ੁਰੂ ਲਿਖਣ ਤੋਂ ਲੈ ਕੇ ਵੀ, ਚਲੋ ਸਾਡੇ ਜਿਹੜੇ ਹੈਗੇ ਨੇਗੇ ਉਹ ਪਿਤਾ ਸ਼੍ਰੀ ਰਹੇ, ਤੇ ਉਹ ਪਰ ਉਹਨਾਂ 'ਚ ਇੱਕ ਗੱਲ ਬੜੀ ਇਹ ਸੀਗੀ ਵੀ ਉਹ ਬੇਸਿਕਲੀ
ਜਿਹੜਾ ਹੈ ਨਾ ਵੀ ਇੱਕ ਇਨਸਾਨੀਅਤ ਦੀ ਜਿਹੜੀ ਮੁਹੱਬਤ ਹੈ, ਰੋਮਾਂਸ ਜਿਹਨੂੰ ਬੋਲਦੇ ਨੇਗੇ, ਤੇ ਬਿਲਕੁਲ। ਉਹਨਾਂ ਨੇ ਸਾਰੀ ਉਮਰ ਖਹਿੜਾ ਨਹੀਂ ਛੱਡਿਆ। ਅੱਛਾ ਹਾਂ ਰੋਮਾਂਸ ਦਾ, ਕਿਉਂਕਿ ਜਿਹੜੇ ਹੈ ਨਾ, ਮੈਂ ਕਦੇ ਕਦੇ ਉਹ ਸਾਡੇ ਜਿਹੜੇ ਕਾਮਰੇਡ ਨੇ ਨਾ, ਉਹ ਕੱਢਣ ਦੀ ਕੋਸ਼ਿਸ਼ ਕਰਦੇ ਨੇ ਵੀ ਇਨਕਲਾਬ। ਮੈਂ ਕਿਹਾ ਵੀ ਉਹਨਾਂ ਦੇ ਰਿਸ਼ਤਿਆਂ ਚੋਂ ਤਾਂ ਇਨਕਲਾਬ ਮਿਲ ਸਕਦਾ ਹੈ, ਉਹ ਇਨਕਲਾਬ ਨਹੀਂ ਮਿਲ ਸਕਦਾ ਜਿਹੜਾ ਤੁਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹੋ। ਕਿਉਂਕਿ ਉਹ ਬਹੁਤ ਜਿਹੜੀ ਹੈ ਨਾ ਕਿ ਇੱਕ ਅਹਿਸਾਸ ਜਿਹੜਾ ਹੈ ਨਾ, ਉਹ ਜੇ ਤੁਹਾਡੀ ਜਿਵੇਂ ਹੁਣ ਤੁਸੀਂ ਕਵਿਤਾ ਲਿਖੀ, ਜੇ ਕਵਿਤਾ ਦੇ ਵਿੱਚ ਹੀ ਤੁਹਾਡਾ ਉਹ ਇੱਕ ਮੁਹੱਬਤ, ਪਿਆਰ ਜਿਹੜਾ ਹੈ ਜਾਂ ਇੱਕ ਜਜ਼ਬਾ ਹੈ, ਉਹ ਸਾਹਮਣੇ ਨਹੀਂ ਆ ਰਿਹਾ, ਤਾਂ ਮੈਨੂੰ ਲੱਗਦਾ ਫਿਰ ਉਹ ਬੰਦਾ ਕਵਿਤਾ ਤੱਕ ਹੀ ਰੁਕ ਜਾਂਦਾ। ਫਿਰ ਉਹਨੇ ਦੇਖਿਆ ਚਲੋ ਮੈਂ ਹੁਣ ਕਹਾਣੀ ਲਿਖਦਾ, ਕਹਾਣੀ ਨੇ ਵੀ ਉਹਨਾਂ ਦਾ ਘਰ ਪੂਰਾ ਨਹੀਂ ਕੀਤਾ, ਫਿਰ ਉਹਨੇ ਕਿਹਾ ਹੁਣ ਚਲੋ ਮੈਂ ਨਾਵਲ ਲਿਖਦਾ। ਤੇ ਜੇ ਉਹ ਨਾਵਲ ਜੇ ਤਾਂ ਇਹ ਇੱਕ ਸਫ਼ਰ ਹੈ ਲੰਬਾ ਉਹਨਾਂ ਦਾ। ਤੇ ਉਹਨਾਂ ਦੇ ਨਾ ਵੀ ਇਹ ਇੱਕ ਕਵਿਤਾ ਹੈ, ਉਹ ਕਦੇ ਕਦੇ ਨਾ ਵੀ ਬਹੁਤ ਰੋਮਾਂਟਿਕ ਹੁੰਦੇ, ਤਾਂ ਘਰ 'ਚ ਇਹ ਇੱਕ ਬੋਲ ਉਹਦੇ ਮਤਲਬ ਕਿ ਜ਼ਰੂਰ ਬੋਲਦੇ, ਤੇ ਮੈਂ ਉਹ ਤੁਹਾਡੇ ਨਾਲ ਸਾਂਝੇ ਕਰ ਰਿਹਾ ਹੈਗਾ। ਉਹ ਕਹਿੰਦੇ, ਲੋਕਾਂ ਵੇ ਇੱਕ ਵਾਰੀ ਅੱਖ ਮੀਚ ਲੈ। ਲੋਕਾਂ ਨੇ, ਲੋਕ ਸ਼ਬਦ ਤੋਂ ਬਣਾਇਆ ਉਹਨਾਂ ਨੇ ਲੋਕਾਂ। ਜੀ ਜੀ ਲੋਕਾਈ, ਉਹ ਬਹੁਤ ਬਚਨ ਲੋਕ ਦਾ, ਲੋਕਾਂ ਵੀ ਲੋਕ, ਹਾਂ ਵੀ ਲੋਕਾਂ ਵੇ ਇੱਕ ਵਾਰੀ ਅੱਖ ਮੀਚ ਲੈ। ਲੋਕਾਂ ਵੀ ਇੱਕ ਵਾਰੀ ਅੱਖ ਮੀਚ ਲੈ, ਮੈਨੂੰ ਯਾਰ ਦੇ ਚਵਾਰੇ ਚੜ ਲੈਣ ਦੇ। ਵਾਹ। ਲੋਕਾਂ ਵੀ ਇੱਕ ਵਾਰੀ ਅੱਖ ਮੀਚ ਲੈ, ਮੈਨੂੰ ਯਾਰ ਦੇ ਚਵਾਰੇ ਚੜ ਲੈਣ ਦੇ। ਫੁੱਲ ਮੇਰੇ ਕੋਲ ਖੇਡਦੇ, ਫੁੱਲ ਮੇਰੇ ਕੋਲ ਖੇਡਦੇ, ਮੈਂ ਤਾਂ ਅੱਗ ਵਾਲੀ ਜਿੰਦ ਵੇ ਹੰਢਾਵਾਂ। ਫੁੱਲ ਮੇਰੇ ਕੋਲ ਖੇਡਦੇ ਵੀ ਮੈਂ ਅੱਗ ਵਾਲੀ ਜਿੰਦ ਹੰਢਾਵਾਂ, ਸਾਗਰਾਂ ਦਾ ਕੰਢਾ ਕੋਲ ਵੇ, ਸਾਗਰਾਂ ਦਾ ਕੰਢਾ ਕੋਲ ਵੇ, ਕਿਵੇਂ ਇੱਕ ਚੂਲੀ ਮੁੱਖ ਨੂੰ ਮੈਂ ਲਾਵਾਂ। ਲੋਕਾਂ ਵੀ ਇੱਕ ਵਾਰੀ ਅੱਖ ਮੀਚ ਲੈ, ਮੈਨੂੰ ਯਾਰ ਦੇ ਚਵਾਰੇ ਚੜ ਲੈਣ ਦੇ। ਫੁੱਲ ਮੇਰੇ ਕੋਲ ਖੇਡਦੇ, ਮੈਂ ਤਾਂ ਅੱਗ ਵਾਲੀ ਜਿੰਦ ਵੇ ਹੰਢਾਵਾਂ, ਸਾਗਰਾਂ ਦਾ ਕੰਢਾ ਕੋਲ ਵੇ, ਕਿਵੇਂ ਇੱਕ ਚੂਲੀ ਮੁੱਖ ਨੂੰ ਮੈਂ ਲਾਵਾਂ। ਲੋਕਾਂ ਵੀ ਤੇਰੇ ਕੋਲੋਂ ਡਰ ਲੱਗਦਾ, ਲੋਕਾਂ ਵੀ ਤੇਰੇ ਕੋਲੋਂ ਡਰ ਲੱਗਦਾ, ਮੈਨੂੰ ਸੋਹਣਿਆਂ ਦੇ ਮੇਲੇ ਵਿੱਚ ਵੜ ਲੈਣ ਦੇ। ਲੋਕਾਂ ਵੀ ਮੈਨੂੰ ਤੇਰੇ ਕੋਲੋਂ ਡਰ ਲੱਗਦਾ, ਮੈਨੂੰ ਸੋਹਣਿਆਂ ਦੇ ਵਿਹੜੇ ਵਿੱਚ ਵੜ ਲੈਣ ਦੇ। ਦਿਲ ਦੇ ਪਹਾੜੇ ਵਿੱਚ ਵੇ, ਦਿਲ ਦੇ ਪਹਾੜੇ ਵਿੱਚ ਵੇ, ਹਾਂ ਇੱਕ ਅੱਗ ਵੇ ਭੜਕਦੀ ਜਾਵੇ। ਦਿਲ ਦੇ ਪਹਾੜੇ ਵਿੱਚ ਵੇ, ਇੱਕ ਅੱਗ ਵੇ ਭੜਕਦੀ ਜਾਵੇ, ਹੌਂਕਾ ਹੌਂਕਾ ਜਿੰਦ ਹੋ ਗਈ। ਹੌਂਕਾ ਹੌਂਕਾ ਜਿੰਦ ਹੋ ਗਈ, ਇਹਨੂੰ ਬੁੱਕਲ ਚ ਕਿਹੜਾ ਵੇ ਬਹਾਵੇ, ਇਹਨੂੰ ਬੁੱਕਲ ਚ ਕਿਹੜਾ ਵੇ ਬਹਾਵੇ। ਲੋਕਾਂ ਵੇ ਇੱਕ ਭੁੱਖ ਰੂਪ ਦੀ ਲੱਗੀ, ਮੈਨੂੰ ਹੁਸਨਾਂ ਦੇ ਕੰਢੇ ਉੱਤੇ ਖੜ ਲੈਣ ਦੇ। ਲੋਕਾਂ ਵੀ ਇੱਕ ਵਾਰੀ ਅੱਖ ਮੀਚ ਲੈ, ਮੈਨੂੰ ਯਾਰ ਦੇ ਚਵਾਰੇ ਵਿੱਚ ਚੜ ਲੈਣ ਦੇ। ਕੌੜਾ ਕੌੜਾ ਕਾਹਨੂੰ ਵੇਖਦਾ, ਕੌੜਾ ਕੌੜਾ ਜਿਵੇਂ ਆਪਾਂ ਸ਼ਬਦ ਕਹਿਣਾ ਵੇਖਣ ਨੂੰ ਝਾਕਣਾ, ਵੀ ਕੌੜਾ ਕੌੜਾ ਕਿਉਂ ਝਾਕਦਾ। ਲੋਕ ਜਿਹੜੀ ਟੋਟੈਲਿਟੀ ਹੈ, ਲੁਕਾਈ ਹੈ, ਲੁਕਾਈ ਤੋਂ ਲੋਕਾ ਸ਼ਬਦ ਬਣਿਆ। ਹਾਂ ਵੀ ਕੌੜਾ ਕੌੜਾ ਕਾਹਨੂੰ ਵੇਖਦਾ, ਮੇਰੇ ਨੈਣਾ ਵਿੱਚ ਤੱਕ ਕੇ ਸ਼ਰਾਰਤਾਂ। ਕੌੜਾ ਕੌੜਾ ਕਾਹਨੂੰ ਵੇਖਦਾ, ਮੇਰੇ ਨੈਣਾ ਵਿੱਚ ਤੱਕ ਕੇ ਸ਼ਰਾਰਤਾਂ। ਜੋਬਨ ਚ ਬੋਲ ਕੰਬਦਾ, ਇਸ ਕਲਮ ਦੀਆਂ ਹੋਰ ਨੇ ਇਬਾਰਤਾਂ। ਲੋਕਾਂ ਵਿੱਚ ਜੁੱਸੇ ਵਿੱਚ ਅੱਗ ਮੱਗਦੀ, ਇਸ ਅੱਗ ਨੂੰ ਤੂੰ ਪਾਰੇ ਵਾਂਗੂ ਹੜ ਲੈਣ ਦੇ। ਲੋਕਾਂ ਨੇ ਇੱਕ ਵਾਰੀ ਅੱਖ ਮੀਚ ਲੈ, ਮੈਨੂੰ ਯਾਰ ਦੇ ਚਵਾਰੇ ਵਿੱਚ। ਅੰਕੀ ਸਾਹਿਬ ਦਾ ਕਾਵ ਰੰਗ ਵੀ ਦੇਖ ਲਿਆ ਆਪਾਂ। ਹਾਂ ਤੇ ਉਹ ਬੜਾ ਨਾ, ਉਹ ਇੱਕ ਉਹਨਾਂ ਨੇ ਲਿਖਿਆ ਵੀ ਉਹ ਇਸੇ ਤਰ੍ਹਾਂ ਹੀ ਨਾ, ਇਹ ਜਿਹੜੇ ਅਸਲ ਚ ਜਿਹੜੀ ਕਿੱਸਾ ਕੋਈ ਹੈ ਨਾ, ਜਿਹੜੀ ਅਣਖੀ ਸਾਹਿਬ ਨੇ ਅਸਲ ਵਿੱਚ ਜਦੋਂ ਲਿਖਣਾ ਸ਼ੁਰੂ ਕੀਤਾ, ਤਾਂ ਜਿਹੜੀ ਉਹਨਾਂ ਦੀ ਪਹਿਲੀ ਟੈਕਸਟ ਹੈ, ਜਿੱਥੋਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ
ਉਹਨੂੰ ਲੱਗਿਆ ਵੀ ਮੈਂ ਕੁਝ ਦੋ ਸ਼ਬਦ ਅੱਖਰ ਜੋੜ ਸਕਦਾ, ਉਹ ਵਾਰਿਸ ਸ਼ਾਹ ਦੀ ਹੀਰ ਹੈ, ਕਿਉਂਕਿ ਹੀਰ ਪੜ੍ਹਨ ਤੋਂ ਬਾਅਦ ਹੀ ਉਹ ਸਾਰੀ ਕਿੱਸਾ ਕੋਈ ਉੱਥੇ ਖੜੀ ਹੈ ਉਹਨਾਂ ਦੇ ਜਿੰਨੇ ਵੀ ਨਾਵਲ ਨੇ, ਕਹਾਣੀਆਂ ਨੇ, ਉਹ ਸਾਰਾ ਵੀ ਬਿਰਤਾਂਤ, ਨਰੇਟਿਵ ਬਿਰਤਾਂਤ ਕਿਵੇਂ ਸਿਰਜਣਾ ਹੈ, ਉਹ 'ਚ ਸਬਜੈਕਟ ਕਿਵੇਂ ਲੈਣਾ ਹੈ, ਉਹ ਕਹਾਣੀ ਨੂੰ ਕਿਵੇਂ ਪੇਸ਼ ਕਰਨਾ ਹੈ, ਉਹ ਅਖੀਰ ਤੇ ਤੱਕ। ਇਸੇ ਕਰਕੇ ਉਹਨਾਂ ਨੇ ਐਡੇ ਐਡੇ ਜਿਹੜੇ ਨਾਵਲ ਲਿਖੇ ਨੇ, ਉਹਨਾਂ ਦੇ ਵਿੱਚ ਉਹ ਇੱਕ ਸੀਗਾ ਵੀ ਜਿਵੇਂ ਉਹਨਾਂ ਨੇ, ਕਿਉਂਕਿ ਸ਼ੁਰੂ 'ਚ ਉਹਨਾਂ ਨੇ ਬੈਂਤ ਛੰਦ ਦੇ ਵਿੱਚ ਬਹੁਤ ਸਾਰੀਆਂ ਲਿਖੀਆਂ, ਤੇ ਫਿਰ ਉਹਨਾਂ ਨੇ ਜਦੋਂ ਸਕੂਲ ਟਾਈਮ ਦੇ ਵਿੱਚ ਮਹਾਰਾਜਾ ਸਟੇਟ ਸੀਗੀ ਪਟਿਆਲੇ, ਉਹ ਪੜ੍ਹਦੇ ਸੀ ਮਹਿੰਦਰਾ ਕਾਲਜ, ਤੇ 1954 ਦੇ ਵਿੱਚ, ਤੇ ਉਸ ਟਾਈਮ ਉਹਨਾਂ ਨੇ ਇਹ ਕਵਿਤਾਵਾਂ ਸਾਰੀਆਂ ਲਿਖੀਆਂ ਸੀਗੀਆਂ। ਤੇ ਉਸ ਸਮੇਂ ਕਵਿਤਾਵਾਂ ਦੇ ਉੱਤੇ ਇੱਕ ਪੋਜ਼ਿਟਿਵ ਗੱਲ ਇਹ ਹੈ ਵੀ ਜਿਹੜੇ ਪੁਰਾਣੇ ਲੋਕ ਨੇ ਨਾ, ਉਹਨਾਂ ਤੇ ਫਾਰਸੀ ਦਾ ਬਹੁਤ ਜ਼ਿਆਦਾ ਅਸਰ ਹੈ। ਬਿਲਕੁਲ ਜੀ ਹਾਂ, ਇਸ ਕਰਕੇ ਉਹਨਾਂ ਨੇ ਉਸ ਮਾਹੌਲ ਨੂੰ, ਉਸ ਕਲਚਰ ਨੂੰ ਉਹਨਾਂ ਨੇ ਸਮਝਿਆ, ਉਸ ਦੀਆਂ ਕਹਾਣੀਆਂ, ਕਿੱਸੇ ਪੜ੍ਹੇ, ਤੇ ਉਹਨਾਂ ਨੂੰ ਇਹ ਇੱਕ ਗੱਲ ਉਹਨਾਂ ਦੇ ਵਿੱਚ ਕਰ ਲਈ ਸੀ ਵੀ ਜੇ ਤੁਹਾਡੀ ਕੋਈ ਗੱਲ ਸੁਣ ਨਹੀਂ ਨਾ ਸਕਦਾ ਤਾਂ, ਤੇ ਸੁਣ ਕੇ ਉਹਨੂੰ ਸਵਾਦ ਨਹੀਂ ਆਉਂਦਾ, ਫਿਰ ਲਿਖਣ ਦਾ ਵੀ ਕੋਈ ਫਾਇਦਾ ਨਹੀਂਗਾ। ਇਹ ਬਾਅਦ ਦੀਆਂ ਗੱਲਾਂ ਨੇ ਵੀ ਇਹਦੇ 'ਚ ਇਨਕਲਾਬ ਨਿਕਲਦਾ ਜਾਂ ਨਹੀਂ ਨਿਕਲਦਾ। ਇਨਕਲਾਬ ਨੂੰ ਤਾਂ ਨਿਕਲ ਜਾਂਦਾ ਹੁਣ ਨੂੰ, ਪਰ ਇਹ 'ਚ ਮੇਨ ਗੱਲ ਇਹ ਆ ਵੀ ਜਿਹੜਾ ਬੰਦਾ ਆਪਣੀ ਗੱਲ ਕਹਿ ਰਿਹਾ, ਉਹ ਗੱਲ ਸਾਨੂੰ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ। ਜੀ ਇਸੇ ਕਰਕੇ ਜਿਹੜੇ ਤੁਸੀਂ ਹੈਰਾਨ ਹੋਵੋਗੇ ਵੀ ਜਿੰਨਾ ਬੰਦਾ ਜ਼ਿਆਦਾ ਪੜ੍ਹੇਗਾ, ਓਨਾ ਹੀ ਬੰਦਾ ਅਣਖੀ ਸਾਹਿਬ ਦੀਆਂ ਲਿਖਤਾਂ ਤੋਂ ਦੂਰ ਜਾਏਗਾ। ਅੱਛਾ ਜੀ। ਜਿੰਨਾ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਹੋਏਗਾ, ਉਹਨਾਂ ਦੀ ਲਿਖਤਾਂ ਤੋਂ ਦੂਰ ਜਾਏਗਾ। ਜਿੰਨਾ ਸਿੰਪਲ ਆਦਮੀ ਹੋਏਗਾ, ਸਧਾਰਨ ਆਦਮੀ ਹੋਏਗਾ, ਓਨਾ ਹੀ ਉਹਨਾਂ ਦੀ ਰਚਨਾਵਾਂ ਨੂੰ ਜ਼ਿਆਦਾ ਸਮਝੇਗਾ। ਬਿਲਕੁਲ ਜਿਹੜੀ ਲਫਸਾਲੀ ਹੈ ਜਾਂ ਜਿਹੜੇ ਕਹਾਣੀਕਾਰ ਨੇ, ਜਿਹੜੀ ਸਾਡਾ ਉਹ ਲੋਕਾਂ ਜ਼ਿਆਦਾ ਮਕਬੂਲ ਨੇ, ਕਿਉਂਕਿ ਬਹੁਤਿਆਂ ਦੀ ਗੱਲ, ਚੋਖਿਆਂ ਦੀ ਗੱਲ ਸਾਡਾ ਹੀ ਹੁੰਦੀ। ਜੀ ਹਾਂ। ਅੱਛਾ, ਇਹਦਾ ਇੱਕ ਬੜੀ ਕਮਾਲ ਦੀ ਗੱਲ ਹੈ ਜਿਹੜੀ ਤੁਹਾਨੂੰ, ਤੁਸੀਂ ਸਾਡੇ ਪਿਆਰੇ ਬੰਦੇ ਹੋ, ਤੁਹਾਨੂੰ ਮੈਂ ਦੱਸ ਰਿਹਾ ਵੀ ਇਸੇ ਕਰਕੇ ਪੰਜਾਬੀ ਦਾ ਕੋਈ ਲੋਚਕ ਜਿਹੜਾ ਹੈ, ਵਿਦਵਾਨ ਜਿਹੜਾ ਹੈਗਾ, ਉਹ ਅਣਖੀ ਸਾਹਿਬ ਨੂੰ ਸਮਝ ਨਹੀਂ ਸਕਦਾ। ਉਹਦੇ ਪਾਠਕ ਸਮਝ ਸਕਦੇ ਆ, ਪਾਠਕ ਸਮਝ ਸਕਦੇ ਆ। ਜਿਹੜੇ ਪਾਠਕ ਨੇ ਉਹਨਾਂ ਨੂੰ ਜਦੋਂ 14 ਫਰਵਰੀ ਵੈਲੈਂਟਾਈਨ ਡੇ ਸੀ, ਉਸ ਦਿਨ ਸਾਨੂੰ ਉਹਨਾਂ ਨੇ ਦੁਆ ਕੀਤੀ। ਉਹ ਉਹਨਾਂ ਨੂੰ ਪਤਾ ਨਵੀਂ ਜਨਰੇਸ਼ਨ ਦੇ ਬੰਦੇ ਨੇ, ਹੈਪੀ ਵੈਲੈਂਟਾਈਨ ਡੇ ਸਾਨੂੰ ਉਹਨਾਂ ਨੇ ਕਿਹਾ। 14 ਫਰਵਰੀ ਨੂੰ 15 ਫਰਵਰੀ ਨੂੰ ਮੇਰਾ ਜਨਮ ਦਿਨ ਹੁੰਦਾ ਹੈ, ਤੇ 14 ਫਰਵਰੀ ਨੂੰ ਉਹ ਅਲਵਿਦਾ ਸਾਨੂੰ ਕਹਿ ਕੇ ਚਲੇ ਗਏ, ਤੇ ਰਾਤ ਦਾ ਟਾਈਮ ਸੀ। ਤੇ ਉਸ ਦਿਨ ਉਹ ਨਵਾਂ ਨਾਵਲ ਲਿਖ ਰਹੇ ਸੀਗੇ। ਉਹਦਾ ਨਾਮ ਸੀਗਾ, ਉਸ ਨਾਵਲ ਦੇ ਕਿਸੇ ਕੋਨੇ 'ਚ ਲਿਖਿਆ ਹੋਇਆ ਸੀ ਬਹੁਤ ਛੋਟੇ ਅੱਖਰਾਂ 'ਚ, ਪਿੰਡ ਦੀ ਕਹਾਣੀ। ਤੇ ਉਹਨੇ 14 ਫਰਵਰੀ ਨੂੰ ਉਹਨਾਂ ਨੇ ਉਹਦੇ 24 ਕਾਂਡ ਜਿਹੜੇ ਨੇਗੇ ਉਹ ਲਿਖ ਚੁੱਕੇ ਸੀ। ਉਹ 25ਵਾਂ ਕਾਂਡ ਸੁਬਾਹ ਉੱਠ ਕੇ ਉਹਨਾਂ ਨੇ ਲਿਖਣਾ ਸੀ, ਸਵੇਰੇ ਸੁਬਾਹ ਜਿਹੜੀ ਹੈ ਨਾ ਸ਼ਹਿਰੀ, ਉਸ ਟਾਈਮ ਦੇ ਵਿੱਚ ਉਹਨਾਂ ਨੂੰ ਉਹ ਲਿਖਣ ਦਾ ਸ਼ੌਂਕ ਸੀਗਾ। ਤੇ ਉਹ ਜਦੋਂ ਨਾਵਲ, ਉਹਨਾਂ ਦਾ ਪਬਲਿਸ਼ਰ ਜਿਹੜਾ ਸੀ, ਉਹਨਾਂ ਦਾ ਪੱਕਾ ਪਬਲਿਸ਼ਰ ਇੱਕ ਯੂਨੀਸਟਾਰ ਪਬਲੀਕੇਸ਼ਨ ਚੰਡੀਗੜ੍ਹ, ਉਹਨਾਂ ਨੇ ਉਹ ਨਾਵਲ ਜੋ ਛਾਪਿਆ, ਤਾਂ ਮੈਨੂੰ ਬਹੁਤ ਸਾਰੇ ਬੰਦੇ ਨੇ ਕਿਹਾ, ਉਹ ਜਿਵੇਂ ਭੁਲੇਖਾ ਹੁੰਦਾ ਬੰਦੇ ਨੂੰ ਕਿ ਲਓ ਤੁਸੀਂ ਉਹਨਾਂ ਦੇ ਪੁੱਤਰ ਹੋ ਤੇ ਤੁਸੀਂ ਉਹ ਨਾਵਲ ਪੂਰਾ ਕਰੋ। ਮੈਂ ਕਿਹਾ ਮੈਂ ਉਹਨਾਂ ਦਾ ਪੁੱਤਰ ਹੋਣ ਦਾ ਹੱਕ ਜ਼ਰੂਰ ਰੱਖਦਾ, ਪਰ ਮੈਂ ਉਹਨਾਂ ਦੀ ਕਲਮ ਦਾ ਵਾਰਸ ਨਹੀਂ ਹੈਗਾ, ਮੈਂ ਉਹਨਾਂ ਦੀ ਰਚਨਾਵਾਂ ਦਾ ਵਾਰਸ ਹਾਂ, ਕਲਮ ਦਾ ਵਾਰਸ ਨਹੀਂ ਹਾਂ। ਮੈਂ ਉਹਦੀ ਜਿਹੜੀ ਭੂਮਿਕਾ ਲਿਖੀ, ਮੈਂ ਇਹ ਲਿਖੀ ਵੀ ਰਾਮ ਸਰੂਪ ਅਣਖੀ ਤੁਹਾਡਾ ਇੱਕ ਮਹਿਬੂਬ ਲੇਖ ਸੀਗਾ। ਉਹਨੇ ਇਹ ਨਾਵਲ ਲਿਖਣਾ ਸ਼ੁਰੂ ਕੀਤਾ ਸੀ, ਉਹਦੇ 24 ਕਾਂਡ ਉਹਨਾਂ ਨੇ ਲਿਖ ਚੁੱਕੇ ਨੇ ਉਹ, ਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਉਹਨਾਂ ਨੇ ਕਹਾਣੀ ਕਿੱਥੋਂ ਸ਼ੁਰੂ ਕਰਕੇ ਕਿੱਥੇ ਲੈ ਕੇ ਜਾਣੀ ਸੀ। ਇਸ ਕਰਕੇ ਇਹ ਤੁਹਾਡੇ ਲਈ ਕੰਪਲੀਟ ਹੈ ਇਹ, ਕਿਉਂਕਿ ਜਿਹੜੀਆਂ ਜੁਗਤਾਂ ਸੀਗੀਆਂ, ਉਹ ਜੁਗਤਾਂ ਉਹਨਾਂ ਦਾ ਪਾਠਕ ਵਰਗ ਜਾਣਦਾ ਹੈ, ਆਲੋਚਕ ਨਹੀਂ ਜਾਣਦਾ, ਵਿਦਵਾਨ ਨਹੀਂ ਜਾਣਦਾ। ਕਿਉਂਕਿ ਵਿਦਵਾਨ ਜਿਹੜਾ ਵਿਦਵਾਨ ਹੈ ਨਾ, ਉਹ ਤਾਂ ਰੋਜੀ ਰੋਟੀ ਲਈ ਚੁਸਤ ਹੋ ਗਿਆ, ਤੇ ਚੁਸਤ ਆਦਮੀ ਰਚਨਾ ਦੀ ਸਮਝ ਤੋਂ ਬਾਹਰ ਹੁੰਦਾ ਹੈ, ਉਹਨੂੰ ਸਮਝ ਨਹੀਂ ਹੁੰਦੀ। ਤੇ ਮੈਂ ਫਿਰ ਮੈਨੂੰ ਬਹੁਤ ਸਾਰੇ ਬੰਦਿਆਂ ਨੇ ਕਿਹਾ, ਫਿਰ ਜਿਵੇਂ ਉਸੇ ਤਰ੍ਹਾਂ ਹੀ ਹੈ, ਕੋਈ ਬੰਦਾ ਕਹੇ ਵੀ ਤੁਸੀਂ ਅਣਖੀ ਸਾਹਿਬ ਦਾ ਕੱਲ ਨੂੰ ਜਨਮ ਦਿਨ ਨਹੀਂ ਮਨਾ ਰਹੇ, ਮੈਂ ਕਹਿਣਾ ਵੀ ਸਾਡਾ ਤਾਂ ਬਾਪ ਸੀ, ਉਹ ਪਿਓ ਸੀ, ਅਸੀਂ ਆਪੇ ਉਹਦੀ, ਸਾਡਾ ਤਾਂ ਇਹ ਬਹੁਤ ਬੜਾ ਇਹ ਦੁਖਾਂਤ ਹੈ ਵੀ ਮੈਂ
ਬਹੁਤ ਕਦਰ ਕਰਦਾ ਇਸ ਗੱਲ ਦੀ। ਮੈਂ ਸੋਚਦਾ ਸੀਗਾ ਵੀ ਜੇ ਮੇਰੇ ਹੁੱਸੇ ਹੁੰਦਾ ਇਹ ਸਾਰਾ ਧਰਮ ਤਾਂ ਮੈਂ ਅਣਖੀ ਸਾਹਿਬ ਨੂੰ ਦਫਨਾਉਂਦਾ, ਤਾਂ ਕਿ ਮੈਂ ਉਹਨਾਂ ਦੀ ਮਜ਼ਾਰ ਤੇ ਜਾ ਕੇ ਰੋ ਤਾਂ ਸਕਦਾ ਸੀ, ਉਹਨਾਂ ਨੂੰ ਜੱਫੀ ਪਾ ਸਕਦਾ ਸੀ, ਉਹਦੇ ਨਾਲ ਗੱਲਾਂ ਕਰ ਸਕਦਾ ਸੀ। ਪਰ ਮੈਂ ਕਿਸ ਤਰ੍ਹਾਂ ਦੇ ਕਲਚਰ ਪੈਦਾ ਹੋਇਆ ਵੀ ਉਹਨਾਂ ਨੂੰ ਜਲ ਪ੍ਰਵਾਹ ਕਰਤਾ, ਤੇ ਜਲ ਪ੍ਰਵਾਹ ਉਹ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਉਹ 24 ਕਾਂਡ ਜਿਹੜੇ ਉਹਨਾਂ ਨੇ ਲਿਖੇ ਤਾਂ ਉਹ ਜੁਗਤਾਂ ਉਹ ਜਿਵੇਂ ਹੈ ਨਾ ਵੀ ਜਿਵੇਂ ਇਹ ਕਹਿੰਦੇ ਨੇ ਵੀ ਅੱਖ ਦੀ ਰਮਜ ਨਾ ਜਾਣੇ ਗੋਲੀ ਮਾਰ ਆਸ਼ਕ ਦੀ, ਜਿਹੜਾ ਅੱਖ ਦੀ ਰਮਜ ਨਾ ਜਾਣੇ ਗੋਲੀ ਮਾਰ ਆਸ਼ਕ ਦੀ, ਉਹ ਜਿਹੜੇ ਪਾਠਕ ਨੇ ਉਹ ਉਹਨਾਂ ਨਾਲ ਜੁੜੇ ਹੋਏ ਸੀ, ਉਹਨਾਂ ਦੇ ਸਮਝਦੇ ਸੀ ਉਹਨਾਂ ਦੇ ਜੁਗਤਾਂ ਨੂੰ ਵੀ ਇਹ ਕਹਾਣੀ ਕਿੱਥੋਂ ਸ਼ੁਰੂ ਕਰਕੇ 3 ਜਨਰੇਸ਼ਨ ਦੀ ਕਹਾਣੀ ਸੀ ਉਹਨਾਂ ਨੇ। ਤੇ ਉਹ ਹੁਣ 24 ਕਾਂਡ ਦੇ ਵਿੱਚ ਹੀ ਮੈਂ ਉਹ ਅਨਕੰਪਲੀਟ ਹੈ, ਲੇਕਿਨ ਉਸ ਅਨਕੰਪਲੀਟ ਰਚਨਾ ਨੂੰ ਸਾਰਾ ਅਣਖੀ ਸਾਹਿਬ ਜੇ ਪੜ੍ਹੋਗੇ ਤੁਹਾਨੂੰ ਫਿਰ ਉਹ ਅਨਕੰਪਲੀਟ ਰਚਨਾ ਸਮਝੇ। ਜੀ ਜੀ ਪਹਿਲੇ ਨਾਵਲ ਤੋਂ ਲੈ ਕੇ ਸਾਰੇ ਨਾਵਲ ਪੜ੍ਹ ਲਓਗੇ ਨਾ, ਪੜ੍ਹਨ ਤੋਂ ਬਾਅਦ ਫਿਰ ਉਹ ਜਿਹੜੇ ਅਧੂਰਾ ਨਾਵਲ ਪੜ੍ਹੋਗੇ ਫਿਰ ਤੁਹਾਨੂੰ ਲੱਗੂਗਾ ਵੀ ਅਧੂਰਾ ਨਹੀਂ, ਇਹ ਪੂਰਾ ਨਾਵਲ ਹੈ। ਵਾਹ ਵਾਹ, ਬੜੀ ਸੋਹਣੀ ਜੀ ਗੱਲ ਕੀਤੀ ਜੀ। ਬਲਕਿ ਕਈ ਡਾਕਟਰ ਕੈਂਸਰ ਕਿ ਕਈ ਜਿਹੜਾ ਲਿਖਾਰੀ ਜਾਣ ਕੇ ਐਂਡ ਤੇ ਨਾਮ ਕਿਉਂ ਛੱਡ ਜਾਂਦਾ ਹੈ ਕਿ ਲੋਕਾਈ ਲਈ ਕੁਝ ਸੁਣਿਆ ਹੁੰਦਾ। ਜੀ ਜੀ ਜੀ, ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਨਾ ਵੀ ਉਹਨਾਂ ਦਾ ਤਾਂ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ, ਕਹਿੰਦੇ ਮੈਂ ਲਿਖਦਾ ਲਿਖਦਾ ਸੰਸਾਰ ਛੱਡਿਆ, ਤੇ ਉਹ ਲਿਖਦੇ ਲਿਖਦੇ ਉਹਨਾਂ ਨੇ ਸੰਸਾਰ ਛੱਡਿਆ। ਤੇ ਉਹ ਐ ਵੀ ਜੇ ਇਹ ਨਾ ਸਾਰੀ ਜਿਹੜੀ ਗੱਲ ਹੈ ਉਹ ਜੁੜੀ ਹੋਈ ਹੈਗੀ ਬਰਕਤ ਤੇ, ਸਮਝ ਗਏ ਨਾ। ਬਰਕਤ ਤੁਹਾਨੂੰ ਕਦੋਂ ਤੁਹਾਨੂੰ ਬਰਕਤ ਕਿਸ ਚੀਜ਼ ਦੀ ਮਿਲਦੀ ਹੈ, ਕਦੋਂ ਪੋਜ਼ਿਟਿਵ ਐਨਰਜੀ ਤੁਹਾਨੂੰ ਮਿਲ ਕੇ ਜਿਹੜੇ ਹੈਗੀ ਤੁਹਾਡੇ ਤੇ ਉਹ ਚਿਰਾਗ ਜਲਾਉਂਦੀ ਹੈ, ਕਦੋਂ ਤੁਹਾਡੇ ਘਰ 'ਚ ਚਾਨਣ ਹੁੰਦਾ ਹੈਗਾ, ਹੈ ਨਾ। ਇਹ ਬਹੁਤ ਚੀਜ਼ਾਂ ਸੂਫੀ ਉਹਦੇ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਕਰਕੇ ਉਹਨਾਂ ਦਾ ਮੈਂ ਇਹ ਜਿਹੜੀ ਤੁਹਾਡੇ ਪਿੱਛੇ ਫੋਟੋ ਲੱਗੀ ਹੈ ਮੇਰੇ ਦੋਸਤ ਨੇਗੇ ਡਾਕਟਰ ਅਮਰਦੀਪ, ਡਾਕਟਰ ਤਾਂ ਨਹੀਂ ਹੈਗੇ ਵੀ ਅਮਰਦੀਪ ਤੁਹਾਡੇ, ਮੈਂ ਤੁਹਾਨੂੰ ਇੱਕ ਵੈਸੇ ਮੈਨੂੰ ਦੱਸਣਾ ਚਾਹੁੰਦਾ ਪਰ ਉਹਨਾਂ ਦੀ ਪਹਿਚਾਣ ਇੱਕੋ ਹੀ ਹੈ ਵੀ ਉਹਨਾਂ ਦਾ ਗਾਣਾ ਬੜਾ ਤੁਹਾਡੇ ਪਾਪੂਲਰ ਹੋਇਆ ਜਦੋਂ ਸਿੱਲੀ ਸਿੱਲੀ ਆਉਂਦੀ ਹੈ ਹਵਾ, ਜਦੋਂ ਕੋਈ ਰੋਂਦਾ ਹੋਵੇਗਾ। ਹਾਂ ਅੱਛਾ, ਕੀ ਨਾਮ ਹੈ ਜੀ? ਹਾਂ ਅਮਰਦੀਪ ਗਿੱਲ। ਹਾਂ ਇਹ ਜਿਹੜੀ ਤੁਹਾਡੀ ਫੋਟੋ ਖਿੱਚੀ ਹੋਈ ਹੈ ਉਹ 14 ਫਰਵਰੀ ਨੂੰ ਪੂਰੇ ਹੋਏ ਨੇ, ਤੇ 14 ਜਨਵਰੀ ਦੀ ਫੋਟੋ ਹੈ ਜਿਹੜੀ ਤੁਹਾਡੇ ਪਿੱਛੇ ਖਿੱਚੀ ਹੋਈ ਹੈ ਉਹਨਾਂ ਨੇ। 14 ਜਨਵਰੀ 2010 ਦੀ ਫੋਟੋ ਹੈ ਤੇ 14 ਫਰਵਰੀ ਨੂੰ ਸਾਥੋਂ ਰੁਖਸਤ ਚਲੇ ਗਏ ਹੋਗੀ। ਬਲਕਿ ਜਿਹੜੀ ਹੈ ਇਹ ਤੁਹਾਡੀ ਫੋਟੋ ਹੈ, ਸਾਨੂੰ ਹੱਸਦੀ ਫੋਟੋ ਦੇ ਕੇ ਮਲਿਕ ਸਾਹਿਬ ਇਹਨਾਂ ਦੇ ਯਾਨੀ ਕਿ ਨਾ ਜੀ ਸਰ ਕੋਠੇ ਖੜਕ ਸਿੰਘ ਨੂੰ ਯਾਨੀ ਕਿ ਇਹਨਾਂ ਨੂੰ ਭਾਰਤ ਸਾਹਿਤ ਅਵਾਰਡ ਮਿਲਿਆ ਸੀ ਨਾ, ਤੇ 10 ਭਾਸ਼ਾਵਾਂ 'ਚ ਇਹ ਅਨੁਵਾਦ ਹੋਇਆ ਤੇ ਇੰਗਲਿਸ਼ ਵੀ ਹੋਇਆ ਇਹ। ਅੱਛਾ ਹਾਂਜੀ ਇੰਗਲਿਸ਼ ਵੀ ਇਹਦਾ ਯਾਨੀ ਕਿ ਕਾਫੀ ਇੰਗਲਿਸ਼ ਵੀ ਹੋ ਚੁੱਕਾ, ਇੰਗਲਿਸ਼ 'ਚ ਕਰ ਲਓ ਤੁਸੀਂ ਵੀ ਹੋਇਆ ਤੇ ਇਹ ਤੁਹਾਡਾ ਉਰਦੂ 'ਚ ਵੀ ਹੈ। ਹਾਂ ਉਰਦੂ 'ਚ ਹੈ, 10 ਭਾਸ਼ਾਵਾਂ 'ਚ ਹੋਇਆ। ਔਰ ਕਈ ਕੀ ਜਿਹਨਾਂ ਨੇ ਅਨੁਵਾਦ ਕੀਤਾ ਹੈ, ਕਈ ਕੀ ਐਡੀਸ਼ਨ ਇਹਨਾਂ ਦੇ ਹਰ ਇੱਕ ਭਾਸ਼ਾ ਦੇ ਯਾਨੀ ਕਿ ਨਿਕਲੇ ਹਨਾ। ਕੋਠੇ ਸੜ ਯਾਨੀ ਕਿ ਭਾਰਤ ਚਲੋ ਤੁਸੀਂ ਬਹੁਤ ਅੱਜ ਸਾਰਾ ਤੁਹਾਡਾ ਟਾਈਮ ਵੀ ਅਸੀਂ ਲਿਆ। ਬੜਾ ਅੱਛਾ ਲੱਗ ਰਿਹਾ ਤੁਹਾਡੀ ਗੱਲ ਸੁਣ ਕੇ। ਤੁਸੀਂ ਡਾਕਟਰ ਦਾ ਕਾਨਫਰੰਸ ਤੇ ਜਿਹੜੀ ਤਰ੍ਹਾਂ ਤੁਹਾਡੀ ਜਿਹੜੀ ਗੁਫ਼ਤਗੂ ਇਹਨਾਂ ਤਸਲਸਲ ਸੀ ਕੱਟੀ ਹੈ ਨਾ, ਲੇਕਿਨ ਵਕਤ ਦਾ ਨੈਟਵਰਕ ਅਭੀ ਸਾਹਿਬ ਦਾ ਵੀ ਸ਼ਾਇਦ ਖਤਮ ਹੋ ਗਿਆ ਮੋਬਾਈਲ ਦੀ ਬੈਟਰੀ, ਤੇ ਮੈਂ ਉਹਨਾਂ ਦਾ ਆਪਣੇ ਸਾਰੇ ਦੋਸਤਾਂ ਦਾ ਧੰਨਵਾਦੀ ਹਾਂ ਕਿ ਤੁਸੀਂ ਟਾਈਮ ਦਿੱਤਾ, ਔਰ ਖਾਸ ਤੌਰ ਤੇ ਜਗਦੀਪ ਜੀ ਦਾ, ਕਿਉਂਕਿ ਅਸੀਂ ਦੋਵੇਂ ਚਾਹੁੰਦੇ ਸਾਂ ਕਿ ਤੁਹਾਨੂੰ ਮਿਲੀਏ ਡਾਕਟਰ ਕ੍ਰਾਂਤੀਪਾਲ ਹੋਰਾਂ ਨੂੰ। ਕ੍ਰਾਂਤੀ ਸਾਹਿਬ ਦੀ ਬੜੀ ਫਾਇਦਾ ਸੀ ਤੇ ਤੁਹਾਡੇ ਨਾਲ ਜੀ ਇੱਕ ਸਾਂਝ ਜੁੜੀ ਅਣਖੀ ਸਾਹਿਬ ਦੇ ਹਵਾਲੇ ਨਾਲ ਜੀ ਆਏਗੀ, ਔਰ ਬੇਅੰਤ ਬਾਜਵਾ ਜਿਹੜੇ ਕੰਮ ਕਰ ਰਹੇ ਨੇ ਇਹ ਕਰਦੇ ਰਹੇ ਨੇ, ਸਭ ਬੜੀਆਂ ਦੁਆਵਾਂ ਇਹਨਾਂ ਲਈ। ਤੇ ਕੱਲ ਤੱਕ ਦੇ ਪ੍ਰੋਗਰਾਮ ਦੀ ਇਜਾਜ਼ਤ ਚਾਹਾਂਗੇ ਤੁਹਾਡੇ ਕੋਲੋਂ। ਭਾਈ ਜੀ ਕੋਈ ਕਮੈਂਟ ਕੇ ਇਜਾਜ਼ਤ ਨਹੀਂ ਹੋਈ ਜੀ। ਹਾਂਜੀ ਅੱਛਾ ਥੋੜਾ ਜਿਹਾ ਮਸਲਾ ਬਣ ਆਖਰ ਤੋਂ ਕੁਛ ਚੁਗਲੇ ਅਲੀ ਅਨਵਰ ਸਾਹਿਬ ਕਹਿਣ, ਕਿਉਂਕਿ ਪ੍ਰਧਾਨ ਨੇ ਇਹਦੇ ਤੇ ਇਹਨਾਂ ਦੀ ਗੱਲ ਤੇ ਖਤਮ ਕਰੀਏ। ਮੈਂ 2-4 ਗੱਲਾਂ ਜਿਸ ਟਾਈਮ ਮੈਨੂੰ ਮਿਲਿਆ ਸੀ ਨਾ ਡਹਾ ਅਵਾਰਡ ਤੇ ਉਹਦਾ ਮੈਂ ਕੋਈ 2 ਗੱਲਾਂ ਕੀਤੀਆਂ ਸੀ ਤੇ ਉਹਨਾਂ ਨੂੰ ਮੈਂ ਅੱਗੇ ਕਰਨਾ ਚਾਹ ਰਿਹਾ ਕਿ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਜ਼ੁਬਾਨ ਦੀ ਜਿਹੜੀ ਸਾਂਝ ਹੈ ਨਾ
ਉਹ ਤੁਰਦਰਗਾਂਵ ਸਾਡੇ ਹਿੱਸੇ ਵਿੱਚ ਆਈ ਹੈ। ਹਾਂ ਇਹ ਬੜੀ ਪੱਕੀ ਤੇ ਪੀੜੀ ਹੈ। ਅਸੀਂ ਜਿੱਥੇ ਵੀ ਵਸੀਏ, ਸਾਡਾ ਜਿਹੜਾ ਵੀ ਮਜ਼ਹਬ ਹੋਵੇ, ਜਿਹੜਾ ਵੀ ਜਗ੍ਹਾ ਹੋਵੇ, ਸਾਡੀ ਮਾਂ ਬੋਲੀ ਪੰਜਾਬੀ ਸਾਡੇ ਵਿਚਕਾਰ ਉਹ ਮੁਸ਼ਤਰਕਾ ਚੀਜ਼ ਹੈ ਜਿਹੜੀ ਸਾਨੂੰ ਰਹਿੰਦੀ ਦੁਨੀਆ ਤੱਕ ਆਪਸ ਵਿੱਚ ਜੋੜਦੀ ਰਹੇਗੀ। ਵਾਹ ਇਸ ਹਵਾਲੇ ਨਾਲ ਮੇਰਾ ਮਤਲਬ ਹੈ ਪੰਜਾਬੀ ਦੇ ਵਧਾਅ ਤੇ ਪੰਜਾਬੀ ਦੀ ਬੜੋਤਰੀ ਲਈ ਇਧਰੋਂ ਜਾਂ ਉਧਰੋਂ ਜਿਹੜਾ ਬੰਦਾ ਵੀ ਕੋਈ ਕੰਮ ਕਰੇਗਾ ਉਹ ਸਾਡੇ ਸਿਰ ਮੱਥੇ। ਸਾਨੂੰ ਖੁਸ਼ੀ ਹੈ ਕਿ ਜਨਾਬ ਰਾਮ ਸਰੂਪ ਅਨਖੀ ਹੋਰੀ ਪੰਜਾਬੀ ਕਹਾਣੀ ਨਾਂ ਦਾ ਪਰਚਾ ਲਗਭਗ 10-12 ਸਾਲ ਤਾਈਂ ਛਾਪ ਕੇ ਮਾਂ ਬੋਲੀ ਦੀ ਸੇਵਾ ਕਰਦੇ ਰਹੇ ਤੇ ਉਸ ਤੋਂ ਬਾਅਦ ਉਹਨਾਂ ਦੇ ਸਪੁੱਤਰ ਜਨਾਬ ਪ੍ਰੋਫੈਸਰ ਡਾਕਟਰ ਕ੍ਰਾਂਤੀ ਪਾਲ ਨੇ ਆਪਣੇ ਪਿਓ ਦੇ ਮਿਸ਼ਨ ਨੂੰ ਜਾਰੀ ਰੱਖਿਆ। ਵਾਹ ਡਾਕਟਰ ਪ੍ਰੋਫੈਸਰ ਕ੍ਰਾਂਤੀ ਪਾਲ ਸਾਹਿਬ ਨੇ ਪੰਜਾਬੀ ਕਹਾਣੀ ਦਾ 100ਵਾਂ ਸ਼ਮਾਰਾ ਛਾਪ ਕੇ ਸੈਂਚਰੀ ਮੁਕੰਮਲ ਕੀਤੀ ਹੈ ਤੇ ਹੈਟਸ ਆਫ ਟੂ ਪ੍ਰੋਫੈਸਰ ਕ੍ਰਾਂਤੀ ਪਾਲ ਸਾਹਿਬ। ਤੇ ਅੱਗੇ ਆਜ਼ਮ ਮਲਕ ਸਾਹਿਬ ਨੇ ਵੀ ਪੜਿਆ ਸ਼ੇਰ, ਮੈਂ ਵੀ ਪੜਾਂਗਾ ਕਿ ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਰਾਮ ਸਰੂਪ ਅਨਖੀ ਹੋਰਾਂ ਪੰਜਾਬੀ ਕਹਾਣੀਆਂ ਲਿਖ ਕੇ ਤੇ ਪੰਜਾਬੀ ਕਹਾਣੀ ਨਾਂ ਦਾ ਪਰਚਾ ਛਾਪ ਜਿਹੜੀ ਕਮਾਈ ਕੀਤੀ ਹੈ ਉਹ ਰਹਿੰਦੀ ਦੁਨੀਆ ਤੱਕ ਵਡਿਆਈ ਜਾਂਦੀ ਰਹੇਗੀ। ਤੇ ਉਹਨਾਂ ਦੀ ਦੂਜੀ ਵੱਡੀ ਕਮਾਈ ਉਹਨਾਂ ਦੇ ਸਪੁੱਤਰ ਪ੍ਰੋਫੈਸਰ ਕ੍ਰਾਂਤੀ ਪਾਲ ਸਾਹਿਬ ਨੇ, ਜਿਨ੍ਹਾਂ ਨੇ ਆਪਣੇ ਪਿਤਾ ਜੀ ਦੇ ਕੀਤੇ ਹੋਏ ਕੰਮ ਦੀ ਨਾ ਸਿਰਫ ਸਾਂਭ ਸੰਭਾਲ ਕੀਤੀ ਹੈ ਸਗੋਂ ਉਹਨੂੰ ਹੋਰ ਅੱਗੇ ਵਧਾਇਆ ਹੈ। ਉਹਦੇ ਲਈ ਪੰਜਾਬੀ ਕਾਲ ਨਾਲ ਜੁੜੇ ਹੋਏ ਸਾਰੇ ਲੋਕਾਂ ਨੂੰ ਉਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਤੇ ਆਖਰ ਤੇ ਮੇਰੀ ਡਾਕਟਰ ਪ੍ਰੋਫੈਸਰ ਸਾਹਿਬ ਨਾਲ ਇੱਕ ਬੇਨਤੀ ਹੈ ਕਿ ਸਾਰੀਆਂ ਕਹਾਣੀਆਂ ਤਾਂ ਜ਼ਾਹਿਰ ਹੈ ਕਿ ਉਹ ਨਹੀਂ ਛਾਪ ਸਕਦੇ, ਸ਼ਾਇਦ ਛਾਪ ਵੀ ਸਕਦੇ ਨੇ, ਤੇ ਜਿਹੜੇ ਸਾਡੇ ਗੁਰਮੁਖੀ ਨਹੀਂ ਜਾਣਦੇ, ਸ਼ਾਹਮੁਖੀ ਜਾਣਦੇ ਨੇ, ਉਹਨਾਂ ਲਈ ਆਪਦੇ ਪਿਤਾ ਜੀ ਰਾਮ ਸਰੂਪ ਅਨਖੀ ਸਾਹਿਬ ਹੋਰਾਂ ਦੀ ਵਧੀਆ ਕਹਾਣੀਆਂ ਦੀ ਇੱਕ ਚੋਣ ਛਾਪ ਕੇ ਸ਼ਾਹਮੁਖੀ ਵਿੱਚ ਚੁਕਵਾਉਣ ਤਾਂ ਕਿ ਅਸੀਂ ਜਿਹੜੇ ਇੱਥੋਂ ਦੇ ਬਹੁਤ ਸਾਰੇ ਲੋਕ ਨੇ ਉਹ ਵੀ ਉਹਨਾਂ ਦੀਆਂ ਕਹਾਣੀਆਂ ਦਾ ਚਸ ਜਿਹੜਾ ਹੈ ਨਾ ਉਹ ਮਾਣ ਸਕਣ। ਬਾਕੀ ਹੈ ਬਹੁਤ ਜੀ ਬਿਲਕੁਲ ਛੋਟੇ ਵੀਰ ਤੁਹਾਡੀ ਗੱਲ ਪਹੁੰਚਾਣਾ ਹੈ ਔਰ ਬਹੁਤ ਅੱਛਾ ਤਜਵੀਜ਼ ਬਹੁਤ ਹੈ ਜੀ। हाँ जी, बाकी ये प्रोग्राम शिरकत करके बड़ा मजा आया, बड़ा एक घरेलू जा माहौल ते सारे जी आपदे चंगी गलबात हुई। मैं तो मेरे संधू साहब तो हमेशा ही रहंदे ने ऑनलाइन मुख्तलिफ प्रोग्राम विच, मैं तो पहली बार आया ते बड़ा वधिया काम है, स्वादी काम है। मैनू ख्याल है मैनू टच मोबाइल लेना पैगा, मैनू भी शायद ये संधू साहब दा टच मोबाइल है ते मजा आया गल्लां करके सुन के ते इवें लग्या जिवें एक परिवार हुंदे आ असीं, एक खानदान चों एक घर दे जियां। ते मैनू डॉक्टर क्रांति पाल दे विच जेड़ा बंदा छुपा नजर आया, मैं नहीं कहना चाहता कि इन्हां वास्ते प्रॉब्लम बन जाएगी, वैसे वो दलेर बंदे ने, उन्होंने डर कोई नहीं ते माशाअल्लाह बहुत मुस्बत सोच इन्हां दी, बड़ी ही इन्हां दी गल्लां सुन के बहुत लुत्फ आया ते इवें समझो भी कमाल हो गया। वाह वाह देवी ते सारे मोहब्बत अली अकबर अहमद साहब की गलबात तो बाद ਅਸੀਂ ਇਜਾਜ਼ਤ ਚਾਹਾਂਗੇ ਤੇ ਕੱਲ ਤੱਕ ਲਈ ਆਪਣੇ ਮਹਿਮਾਨਾਂ ਦਾ ਬਹੁਤ ਇਜਾਜ਼ਤ ਦਿਓ। ਸਾਰੇ ਦੋਸਤਾਂ ਦਾ ਧੰਨਵਾਦ, ਸੁਣਨ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਇੰਨਾ ਟਾਈਮ ਦਿੱਤਾ ਔਰ ਬਹੁਤ ਹੀ ਬੜਾ ਲੁਤਫ ਆਇਆ ਜਿਸ ਮਹਿਫਲ ਦਾ। ਰੱਬ ਰੱਖਾ, ਅੱਲਾ ਬੇਲੀ। बहुत बहुत शुक्रिया।